Hello friends, very good evening to all of you. Welcome to Race Academy Official. In fact, welcome to myself also क्योंकि तकरीबन 1 ਮਹੀਨੇ ਦੇ ਅੰਤਰਾਲ ਤੋਂ ਬਾਅਦ ਆਪਾਂ ਮਿਲ ਰਹੇ ਹਾਂ। ਲਾਸਟ ਲੈਕਚਰ ਆਪਣਾ 31 ਮਈ ਨੂੰ ਹੋਇਆ ਸੀਗਾ। ਉਸ ਤੋਂ ਬਾਅਦ ਜੂਨ ਦਾ ਜਿਹੜਾ ਮੰਥ ਹੈ ਉਹ ਇੱਕ ਬ੍ਰੇਕ ਦੇ ਤੌਰ ਤੇ ਲਿਆ, ਜਿਹਦੇ ਵਿੱਚ ਇੱਕ ਟ੍ਰਾਂਜੀਸ਼ਨ ਫੇਸ ਸੀਗਾ ਮੇਰਾ ਵੀ, ਇੱਕ ਜੋਬ ਤੋਂ ਦੂਸਰੀ ਜੋਬ ਦੇ ਵਿੱਚ ਜਿਹੜਾ ਹੈ ਉਹ ਸ਼ਿਫਟ ਕਰਨਾ। ਸੋ ਸਬਬ ਤਾਂ ਨਹੀਂ ਬਣ ਰਿਹਾ ਸੀ। ਥੋੜੇ ਦਿਨ ਪਹਿਲਾਂ ਤੱਕ ਵੀ ਜਿਹੜਾ ਹੈ ਉਹ ਜਿੰਨਾ ਵੀ ਸਟੂਡੈਂਟਸ ਨੇ ਮੇਰੇ ਤੋਂ ਪੁੱਛਿਆ, ਮੈਂ ਉਹਨਾਂ ਨੂੰ ਇਹੀ ਕਿਹਾ ਵੀ ਨਹੀਂ, ਜਿਹੜਾ ਹੈ ਨਾ ਉਹ ਲੈਕਚਰਸ ਦਾ ਨਹੀਂ ਹੋ ਪਾਣਾ। ਬਟ ਚਲੋ, ਤੁਹਾਡਾ ਪਿਆਰ ਹੈ, ਤੁਹਾਡਾ ਪਿਆਰ, ਤੁਹਾਡੀ ਜਿੱਦ, ਫਨਕਾਰ ਸਰ ਦਾ ਪਿਆਰ ਜਿਹੜਾ ਹੈ ਉਹ ਓਬਵੀਅਸਲੀ ਜਿਹੜਾ ਹੈ ਉਹ ਰੇਸ ਅਕੈਡਮੀ ਕਰਨੀ ਖੇਚੀ ਲਿਆਇਆ ਕਿ ਜੋਬ ਦੇ ਨਾਲ ਨਾਲ ਜਿਹੜਾ ਹੈ ਮੈਂ ਕੋਸ਼ਿਸ਼ ਕਰੂੰਗਾ, ਆਪਦੀ ਭਰਪੂਰ ਜਿਹੜੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਹੈ ਪਹਿਲੇ ਤਰ੍ਹਾਂ ਪ੍ਰੋਪਰ ਜਿਹੜਾ ਹੈ ਆਪਦੀ ਜੋਬ ਦੇ ਨਾਲ ਨਿਆਏ ਕਰ ਸਕਾਂ। ਠੀਕ ਹੈ ਜੀ, ਚਲੋ ਫਿਰ ਆਪਾਂ ਸਟਾਰਟ ਕਰਦੇ ਹਾਂ। ਕਾਫੀ ਸਟੂਡੈਂਟਸ ਦਾ ਮੈਨੂੰ ਇਹ ਮੈਸੇਜ ਆਇਆ, ਪਿਆਰ ਦੇ ਨਾਲ ਨਾਲ ਪ੍ਰੈਸ਼ਰ ਵੀ ਬਹੁਤ ਸੀਗਾ, ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ। ਉਹ ਇਸ ਵਜ੍ਹਾ ਨਾਲ ਸੀਗਾ ਕਿ ਬਹੁਤ ਸਾਰੇ ਜਿਹੜੇ ਮੇਰੇ ਫਰੈਂਡਸ, ਮੇਰੇ ਸਟੂਡੈਂਟਸ, ਉਹਨਾਂ ਦਾ ਮੈਨੂੰ ਇਹ ਮੈਸੇਜ ਆਇਆ ਕਿ ਸਰ ਜਦੋਂ ਦਾ ਤੁਸੀਂ ਲੈਕਚਰ ਲਗਾਉਣਾ ਛੱਡਿਆ, ਅਸੀਂ ਉੱਥੇ ਪੜ੍ਹਾਈ ਉੱਥੇ ਹੀ ਛੱਡਤੀ। ਤਾਂ ਬਹੁਤ ਜ਼ਿਆਦਾ ਮੈਨੂੰ ਪ੍ਰੈਸ਼ਰ ਆਉਂਦਾ ਸੀਗਾ, ਬਹੁਤ ਜ਼ਿਆਦਾ ਮੈਨੂੰ ਪ੍ਰੈਸ਼ਰ ਫੀਲ ਹੁੰਦਾ ਸੀਗਾ, ਹੈ ਨਾ। ਮੇਰੇ ਤੇ ਪ੍ਰੈਸ਼ਰ ਆਉਂਦਾ ਸੀਗਾ ਕਿ ਜਿਹੜਾ ਹੈ ਉਹ ਗਲਤ ਹੋ ਰਿਹਾ ਹੈ, ਕਿਤੇ ਤੁਹਾਡੀ ਜਿਹੜੀ ਤਿਆਰੀ ਹੈ ਉਹ ਕਿਤੇ ਸਫਰ ਨਾ ਕਰ ਰਹੀ ਹੋਵੇ। ਸਫਰ ਕਿਤੇ ਨਾ ਕਿਤੇ ਕੀਤੀ ਵੀ ਹੋਣੀ ਹੈ, ਥੋੜਾ ਜਿਹਾ ਜਿਹੜਾ ਹੈ ਉਹ ਆਪਣਾ ਟਾਈ ਅਪ ਜਾਂ ਬਣ ਹੀ ਜਾਂਦਾ ਟੀਚਰ ਦੇ ਨਾਲ। ਸੋ ਕੋਈ ਗੱਲ ਨਹੀਂ, ਹੁਣ ਤੋਂ ਆਪਾਂ ਫੇਰ ਸ਼ੁਰੂ ਕਰਦੇ ਹਾਂ। ਜੂਨ ਮਹੀਨੇ ਦਾ ਥੋੜਾ ਜਿਹੜਾ ਹੈ ਉਹ ਜ਼ਰੂਰ ਕਰੰਟ ਅਫੇਅਰ ਰਹਿ ਗਿਆ, ਉਹ ਮੈਂ ਤੁਹਾਨੂੰ ਇਹ ਕੋਸ਼ਿਸ਼ ਕਰੂੰਗਾ, ਮੈਂ ਇਹ ਪ੍ਰੋਮਿਸ ਤਾਂ ਨਹੀਂ ਕਰਦਾ ਕਿ ਮੈਂ ਕਰਵਾ ਦੂੰਗਾ, ਲੇਕਿਨ ਜਿਹੜਾ ਹੈ ਤੁਸੀਂ ਕਿਸੇ ਮੈਗਜ਼ੀਨ ਦੇ ਥਰੂ ਜਾਂ ਹੋਰ ਹੈ ਤੁਸੀਂ ਉਹ ਪੂਰਾ ਕਰ ਲੈਣਾ। ਪਹਿਲਾਂ ਦਸੰਬਰ ਤੋਂ ਲੈ ਕੇ ਮਈ ਤੱਕ ਦਾ ਮੈਂ ਤੁਹਾਨੂੰ ਆਲਰੇਡੀ ਕਰਵਾ ਰੱਖਿਆ, ਜੂਨ ਮਹੀਨੇ ਦਾ ਸਿਰਫ ਆਪਣਾ ਰਹਿ ਗਿਆ। ਜੁਲਾਈ ਤੋਂ ਜਿਹੜਾ ਹੈ ਉਹ ਆਪਾਂ ਹੁਣ ਅੱਜ ਤੋਂ ਸ਼ੁਰੂ ਕਰ ਰਹੇ ਹਾਂ। ਠੀਕ ਹੈ, ਲਗਾਤਾਰ ਤੁਹਾਨੂੰ ਲੈਕਚਰਸ ਮਿਲਣਗੇ। ਕਿਵੇਂ ਮਿਲਣਗੇ ਉਹ ਮੈਂ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈ ਉਹ ਦੱਸ ਦੂੰਗਾ ਕਿਸੇ ਹੋਰ ਲੈਕਚਰ ਦੇ ਵਿੱਚ। ਸੋ ਅੱਜ ਅਗਰ ਮੈਂ ਗੱਲ ਕਰਾਂ ਤਾਂ 1 ਜੁਲਾਈ ਹੈ ਅੱਜ ਦਾ ਲੈਕਚਰ, ਫਰਾਈਡੇ ਹੈ ਅੱਜ ਲੈਕਚਰ ਮਿਲੇਗਾ, ਸੈਟਰਡੇ ਮਿਲੇਗਾ, ਸੰਡੇ ਮਿਲੇਗਾ। ਹੁਣ ਸੰਡੇ ਦੀ ਛੁੱਟੀ ਨਹੀਂ ਹੋਇਆ ਕਰੇਗੀ, ਸੰਡੇ ਮਿਲੇਗਾ, ਵੀਕ ਦੇ ਵਿੱਚ ਛੁੱਟੀ ਹੋਇਆ ਕਰੇਗੀ 1-2 ਦਿਨ। ਠੀਕ ਹੈ, ਦੈਨ ਉਸ ਤੋਂ ਬਾਅਦ ਲੈਕਚਰ ਆਏਗਾ ਟਿਊਜ਼ਡੇ, ਦੈਨ ਆਏਗਾ ਥਰਸਡੇ, ਦੈਨ ਫਿਰ ਸੈਟਰਡੇ ਐਂਡ ਸੰਡੇ। ਇਸ ਤਰੀਕੇ ਨਾਲ ਆਪਾਂ ਜਿਹੜਾ ਹੈ ਪੂਰੇ ਮੰਥ ਦਾ ਕਰੰਟ ਅਫੇਅਰ ਜ਼ਰੂਰ ਪੂਰਾ ਕਰਾਂਗੇ। ਪ੍ਰੈਕਟਿਸ ਜਿੰਨੀ ਹੋ ਸਕੇਗੀ ਮੈਂ ਕਰਵਾਉਂਗਾ, ਰਿਵੀਜ਼ਨ ਜਿੰਨੀ ਹੋ ਸਕੇਗੀ ਕਰਵਾ ਦੂੰਗਾ, ਅਦਰਵਾਈਜ਼ ਉਹ ਥੋੜਾ ਜਿਹਾ ਜਿਹੜਾ ਹੈ ਉਹ ਤੁਹਾਡੇ ਤੇ ਰਹੇਗਾ। ਓਕੇ ਹੈ ਜੀ, ਚਲੋ ਫਿਰ ਆਪਾਂ ਸਟਾਰਟ ਕਰਦੇ ਹਾਂ। ਜੋ ਸਟੂਡੈਂਟ ਨਵੇਂ ਹੈਗੇ ਆ, ਜੋ ਅੱਜ ਹੀ ਜੁੜੇ ਹੈ ਨਾਲ, ਠੀਕ ਹੈ, ਜਾਂ ਇਨ ਬਿਟਵੀਨ ਜੂਨ ਮੰਥ ਦੇ ਵਿੱਚ ਰੇਸ ਅਕੈਡਮੀ ਦੇ ਨਾਲ ਜੁੜੇ ਹੈ, ਜਾਂ ਜਿਹੜੇ ਵੀ ਇਸ ਟਾਈਮ ਮੈਨੂੰ ਸੁਣ ਪਾ ਰਹੇ ਹੈ, ਉਹਨਾਂ ਲਈ ਦੱਸਦਾ, ਮੇਰਾ ਨਾਮ ਅਜੇ ਸਿਡਾਨਾ, ਆਈ ਐਮ ਵਰਕਿੰਗ ਐਜ਼ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨ ਆਫਿਸਰ ਇਨ ਗਵਰਨਮੈਂਟ ਆਫ ਪੰਜਾਬ। ਠੀਕ ਹੈ, ਸੋ ਜਿਹੜਾ ਹੈ ਆਪਾਂ ਕਰੰਟ ਅਫੇਅਰ ਦੀ ਜਿਹੜੀ ਕਲਾਸ ਹੈ ਉਹ ਆਪਾਂ ਇੱਥੇ ਕਰਦੇ ਹਾਂ। ਮੇਰਾ ਸ਼ੌਂਕ ਹੈ ਜਿਹੜਾ ਮੈਂ ਪਿਛਲੇ 2 ਸਾਲ ਤੋਂ ਜਿਹੜਾ ਹੈ ਲਗਾਤਾਰ ਤੁਹਾਡੇ ਨਾਲ ਜੁੜਿਆ ਹੋਇਆ। ਠੀਕ ਹੈ, ਤੇ ਜਿਹੜਾ ਹੈ ਅਨ ਅਕੈਡਮੀ ਤੋਂ ਹੀ ਕਾਫੀ ਜਿਹੜੇ ਮੇਰੇ ਸਟੂਡੈਂਟ ਹੈਗੇ ਉਹ ਨਾਲ ਅਟੈਚ ਹੈਗੇ ਹੈ, ਕਾਫੀਆਂ ਦੇ ਐਗਜ਼ਾਮ ਕਲੀਅਰ ਵੀ ਹੁੰਦੇ ਗਏ। ਤੇ ਹੋਪ ਸੋ ਜੋ ਵੀ ਤੁਸੀਂ ਇਸ ਟਾਈਮ ਮੈਨੂੰ ਸੁਣ ਪਾ ਰਹੇ ਹੋ, ਬਹੁਤ ਜਲਦੀ ਅਗਲੇ 3-4 ਮਹੀਨਿਆਂ ਦੇ ਵਿੱਚ ਤੁਸੀਂ ਵੀ ਜਿਹੜਾ ਹੈ ਇਹ ਚੀਜ਼ ਕਹਿ ਸਕੋਗੇ ਕਿ ਸਾਡਾ ਐਗਜ਼ਾਮ ਵੀ ਜਿਹੜਾ ਹੈ ਉਹ ਕਲੀਅਰ ਹੋ ਚੁੱਕਿਆ ਹੈ। ਠੀਕ ਹੈ ਜੀ, ਚਲੋ ਫਿਰ ਆਪਾਂ ਤਿਆਰੀ ਅੱਜ ਤੋਂ, ਅਗਰ ਥੋੜੀ ਤਿਆਰੀ ਨੂੰ ਰੋਕ ਲੱਗੀ ਸੀਗੀ ਤਾਂ ਤਿਆਰੀ ਆਪਾਂ ਅੱਜ ਤੋਂ ਫਿਰ ਜਿਹੜੀ ਹੈ ਉਹ ਸ਼ੁਰੂ ਕਰਦੇ ਹਾਂ। ਸੋ ਸਟਾਰਟ ਕਰਦੇ ਹਾਂ ਇੱਕ ਕੋਟ ਦੇ ਨਾਲ। ਉਹ ਕੋਟ ਕੀ ਹੈ? ਦੀ ਗ੍ਰੇਟੈਸਟ ਪਲੇਅਰ ਜਾਂ ਗ੍ਰੇਟੈਸਟ ਪਲੇਜ਼ਰ ਇਨ ਲਾਈਫ ਇਜ਼ ਡੂਇੰਗ ਵਟ ਪੀਪਲ ਸੇ ਯੂ ਕਾਂਟ ਡੂ। ਹੋ ਸਕਦਾ ਤੁਹਾਨੂੰ ਨਾ ਦਿਖ ਰਿਹਾ ਹੋਵੇ, ਹਾਂ ਨਹੀਂ ਦਿਖ ਹੀ ਰਿਹਾ ਪ੍ਰੋਪਰ। ਸੋ ਕੀ ਹੈ? ਦੀ ਗ੍ਰੇਟੈਸਟ ਪਲੇਜ਼ਰ ਇਨ ਲਾਈਫ ਇਜ਼ ਡੂਇੰਗ ਵਟ ਪੀਪਲ ਸੇ ਯੂ ਕਾਂਟ ਡੂ। ਬਹੁਤ ਵੱਡੀ ਗੱਲ ਹੈਗੀ ਹੈ ਇਹ ਗੱਲ ਤੁਹਾਡੇ ਤੇ ਵੀ ਐਪਲੀਕੇਬਲ ਹੁੰਦੀ ਹੈ, ਮੇਰੀ ਜੋ ਕਰੰਟ ਸਿਚੁਏਸ਼ਨ ਹੈ ਉਸ ਤੇ ਵੀ ਐਪਲੀਕੇਬਲ ਹੁੰਦੀ ਹੈ। ਦੇਖੋ ਕਈ ਵਾਰੀ ਤੁਹਾਡੇ ਦੋਸਤ, ਤੁਹਾਡੇ ਰਿਲੇਟਿਵਸ ਜਾਂ ਜੋ ਵੀ ਹੈ ਨਾ, ਕਿਸੇ ਨਾਲ ਵੀ ਕਈ ਵਾਰੀ ਕੋਈ ਇਹ ਚੀਜ਼ ਹੁੰਦੀ ਹੈ ਕਿ ਉਹ ਕਹਿੰਦੇ ਨਹੀਂ ਐ ਤਿਆਰੀ ਕਰਨ ਨਾਲ ਨਹੀਂ ਨਿਕਲਦਾ ਹੁੰਦਾ, ਜਾਂ ਕੁਝ ਵੀ XYZ। ਤਾਂ ਉਹ ਕਰਕੇ ਦਿਖਾਣਾ ਜਿਹੜਾ ਤੁਹਾਡੇ ਆਸੇ-ਪਾਸੇ ਦੇ ਲੋਕ ਇਹ ਕਹਿ ਰਹੇ ਹੋਣ ਕਿ ਤੁਸੀਂ ਨਹੀਂ ਕਰ ਸਕਦੇ, ਉਹ ਜ਼ਿੰਦਗੀ ਦਾ ਇੱਕ ਸੱਚਾ ਜਿਹੜਾ ਹੈ ਨਾ ਉਹ ਪਲੇਜ਼ਰ, ਸੱਚੀ ਇੱਕ ਖੁਸ਼ੀ ਹੁੰਦੀ ਹੈ। ਜਿਵੇਂ ਫੋਰ ਐਗਜ਼ਾਮਪਲ ਮੈਂ ਆਪਦੇ ਤੇ ਕਿਉਂ ਕਹਿ ਰਿਹਾ, ਮੇਰੀ ਕਰੰਟ ਸਿਚੁਏਸ਼ਨ ਨਾਲ ਵੀ ਇਹ ਚੀਜ਼ ਰਿਲੇਟ ਕਰਦੀ ਹੈ, ਕਿਉਂਕਿ ਮੈਂ ਇਸ ਟਾਈਮ ਜੋ ਜੋਬ ਕਰ ਰਿਹਾ ਮੈਂ ਤਕਰੀਬਨ ਵਨ ਸਾਈਡ 90 to 100 ਕਿਲੋਮੀਟਰ ਹੈ ਕਿ ਵਨ ਸਾਈਡ ਮੈਨੂੰ ਜਾਣਾ ਪੈ ਰਿਹਾ ਤੇ ਸ਼ਾਮ ਨੂੰ ਮੈਂ ਵਾਪਿਸ ਆ ਰਿਹਾ, ਹੈ ਨਾ। ਸੋ ਉਸ ਤੋਂ ਬਾਅਦ ਮੈਨੂੰ ਤਾਂ ਲੋਕ ਇਹ ਵੀ ਕਹਿ ਰਹੇ ਆ ਜਾਂ ਆਪਦੇ ਨਾਲ ਦੇ ਕਹਿ ਰਹੇ ਆ ਕਿ ਇੰਨੀ ਦੂਰ ਕਦੇ ਅਪ ਡਾਊਨ ਨਹੀਂ ਹੁੰਦਾ। ਤੇ ਮੈਂ ਉਸ ਚੀਜ਼ ਦੇ ਨਾਲ ਨਾਲ ਤੁਹਾਡੇ ਸਾਰਿਆਂ ਦੀ ਜਿਹੜੀ ਹੈ ਉਹ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਹਿ ਰਿਹਾ ਕਿ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਜਿਹੜਾ ਹੈ ਉਹ ਮੈਂ ਨਾਲ ਕਲਾਸਿਸ ਵੀ ਸ਼ੁਰੂ ਕਰ ਰਿਹਾ। ਸੋ ਦੇਖਦੇ ਹਾਂ, ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਹ ਚੀਜ਼ ਹੋਏਗੀ। ਸੋ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਸਭ ਤੋਂ ਵੱਡੀ ਖੁਸ਼ੀ ਇਹੀ ਹੁੰਦੀ ਹੈ ਕਿ ਲੋਕ ਕਹਿਣ ਤੁਸੀਂ ਨਹੀਂ ਕਰ ਸਕਦੇ ਤਾਂ ਆਪਾਂ ਉਹਨੂੰ ਕਰਕੇ ਪੂਰਾ ਕਰਕੇ ਦਿਖਾਈਏ। ਠੀਕ ਹੈ ਜੀ, ਚਲੋ ਅੱਗੇ ਆਪਾਂ ਗੱਲ ਕਰਦੇ ਹਾਂ। ਇਹ ਥੋੜੀ ਤਿਆਰੀ ਨਾਲ ਜ਼ਿਆਦਾ ਰਿਲੇਟਡ ਹੈ, ਮੈਂ ਆਪਦਾ ਦਾ ਐਗਜ਼ਾਮਪਲ ਵੈਸੇ ਹੀ ਜਿਹੜਾ ਹੈ ਨਾ ਉਹ ਨਾਲ ਦੇਤਾ। ਅੱਗੇ ਚੱਲਦੇ ਹਾਂ ਜੀ। ਸੋਰਸਿਸ ਤੁਹਾਨੂੰ ਪਤਾ ਹੀ ਹੈ, ਐਜ਼ ਯੂਜ਼ੂਅਲ ਆਪਾਂ ਦੇਖੋ ਸਭ ਤੋਂ ਵੱਡਾ ਸੋਰਸ, ਦੇਖੋ ਸਟੂਡੈਂਟਸ, ਤੁਹਾਡੀ ਸਟੂਡੈਂਟ ਲਾਈਫ ਦੇ ਵਿੱਚ ਨਾ ਤੁਹਾਡਾ ਸਭ ਤੋਂ ਵੱਡਾ ਸਾਥੀ, ਸਭ ਤੋਂ ਵੱਡਾ ਅਗਰ ਮੈਂ ਕਹਾਂ ਕਿ ਇੰਪੋਰਟੈਂਟ ਸੋਰਸ ਜਿਹੜਾ ਹੈ ਨਾ ਦੋਸਤੋ ਉਹ ਹੈ ਨਿਊਜ਼ਪੇਪਰ।
ਨਿਊਜ਼ਪੇਪਰ ਹੀ ਤੁਹਾਡਾ ਜਿਹੜਾ ਹੈ ਉਹ ਐਗਜ਼ਾਮ ਕਲੀਅਰ ਕਰਾਏਗਾ। ਨਿਊਜ਼ਪੇਪਰ ਨੂੰ ਜਿੰਨਾ ਤੁਸੀਂ ਡੀਪਲੀ ਸਟੱਡੀ ਕਰੋਗੇ, ਸੋ ਮੈਂ ਮੰਨਦਾ ਕਈ ਵਾਰੀ ਇੰਨਾ ਟਾਈਮ ਨਹੀਂ ਹੁੰਦਾ, ਤੁਸੀਂ ਕਹੋਗੇ ਸਰ ਅਸੀਂ 5-6 ਸਬਜੈਕਟ ਕਰਨੇ ਹੁੰਦੇ ਆ, 7-8 ਸਬਜੈਕਟ ਕਰਨੇ ਆ, ਸਰ ਅਸੀਂ ਐਕਸਾਈਜ਼ ਦੀ ਤਿਆਰੀ ਕਰਨੀ ਹੈ, ਉਹਦੇ ਸਬਜੈਕਟ ਹੀ 8 ਹੈਗੇ ਆ, ਮੈਂ PPSC ਦੀ ਤਿਆਰੀ ਕਰਨੀ ਹੈ ਨਾ, ਇਸ ਤਰ੍ਹਾਂ। ਲੇਕਿਨ ਨਿਊਜ਼ਪੇਪਰ ਜਿਹੜਾ ਹੈ ਨਾ ਉਹ ਬਹੁਤ ਇੰਪੋਰਟੈਂਟ ਸੋਰਸ ਹੁੰਦਾ ਹੈ। ਤੁਹਾਨੂੰ ਨਿਊਜ਼ਪੇਪਰ, ਤੁਸੀਂ PCS ਦਾ ਪੇਪਰ ਦੇਣਾ, ਤੁਹਾਨੂੰ ਰਾਈਟਿੰਗ ਸਕਿੱਲ ਸਿਖਾਏਗਾ, ਤੁਸੀਂ ਕੋਈ ਵੀ ਪੇਪਰ ਦੇਣਾ ਤੁਹਾਨੂੰ ਇੰਗਲਿਸ਼ ਪੜ੍ਹਨੀ ਸਿਖਾਏਗਾ, ਜਨਰਲ ਨੌਲੇਜ ਤਾਂ ਦੇਗਾ ਹੀ ਦੇਗਾ, ਠੀਕ ਹੈ। ਸੋ ਆਪਾਂ ਜਿਹੜਾ ਮੇਨ ਆਪਣਾ ਇੱਥੇ ਜਿਹੜਾ ਮੇਨ ਸੋਰਸ ਹੁੰਦਾ ਹੈ ਉਹ ਹੁੰਦੇ ਆ ਵੇਰੀਅਸ ਨਿਊਜ਼ਪੇਪਰ ਦੀਆਂ ਸਾਈਟਾਂ ਦੇ ਉੱਪਰ ਮੈਂ ਸਟੱਡੀ ਕਰਦਾ ਰਹਿਣਾ, ਜੋ ਨਿਊਜ਼ ਆਉਂਦੀ ਹੈ ਉੱਥੋਂ ਦੀ ਹੀ ਜਿਹੜੇ ਹੈ ਉਹ ਸੋਰਸਿਸ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਹੈ ਉਹ ਆਪਾਂ ਡਿਸਕਸ ਕਰਦੇ ਹੁੰਦੇ ਆ। ਸੋ ਮੈਂ ਤਾਂ ਇੱਥੇ 4-5 ਲਿਖੇ ਹੈ, ਕੋਈ ਨਿਊਜ਼ਪੇਪਰ ਜਿਹੜਾ ਹੈ ਉਹ ਮੁਸ਼ਕਿਲ ਹੀ ਹੈ ਵੀ ਉਹਨਾਂ ਦੀ ਆਪਾਂ ਸਾਈਟ ਛੱਡਦੇ ਹੋਈਏ। ਮੈਂ ਲਗਾਤਾਰ ਸਾਰਾ ਦਿਨ ਜਿਹੜਾ ਹੈ, ਐ ਤਾਂ ਤੁਸੀਂ ਕਹਿ ਸਕਦੇ ਹੋ ਸਰ ਫਿਰ ਜੋਬ 'ਚ ਕੀ ਕਰਦੇ ਹੋ, ਐਦਾਂ ਨਹੀਂ ਹੈ। ਜੋਬ ਦੇ ਨਾਲ ਜਦੋਂ ਵੀ ਟਾਈਮ ਲੱਗਦਾ ਹੈ, ਆਉਣ ਜਾਣ ਲੱਗਿਆ ਜਾਂ ਜਦੋਂ ਵੀ ਹੈ, ਤਾਂ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਨਿਊਜ਼ਪੇਪਰ ਦੇ ਉੱਪਰ ਕੰਸੈਂਟਰੇਟ ਕਰਦੇ ਆ। ਅੱਗੇ ਗੱਲ ਕਰਦੇ ਆ ਜੀ ਆਪਣਾ ਟੇਬਲ ਆਫ ਕੰਟੈਂਟ। ਪੁਰਾਣੇ ਸਟੂਡੈਂਟਸ ਨੂੰ ਚੰਗੀ ਤਰ੍ਹਾਂ ਪਤਾ ਹੈ, ਨਵੇਂ ਸਟੂਡੈਂਟਸ ਲਈ ਮੈਂ ਥੋੜਾ ਜਿਹਾ ਦੱਸਦਾ ਕਿ ਆਹ ਟੇਬਲ ਆਫ ਕੰਟੈਂਟ ਮੈਂ ਬਹੁਤ ਹੀ ਸੋਚ ਵਿਚਾਰ ਕੇ ਡਿਸਾਈਡ ਕੀਤਾ ਸੀਗਾ। ਕਿਉਂ? ਤੁਸੀਂ ਦੇਖੋ, ਜਿਨ੍ਹਾਂ ਨੇ ਐਗਜ਼ਾਮ ਦੇਣਾ PSSP ਦਾ, ਚਾਹੇ ਐਕਸਾਈਜ਼ ਦਾ ਹੈ ਜਾਂ ਜੋ ਵੀ ਹੈ, ਠੀਕ ਹੈ, ਉਹਦੇ ਵਿੱਚ ਵੀ ਜਨਰਲ ਨੌਲੇਜ ਲਿਖੀ ਹੋਈ ਹੈ, ਉਹ ਤਾਂ ਆਏਗੀ, ਉਹਨੂੰ ਆਪਾਂ ਸਾਈਡ ਤੇ ਰੱਖ ਦਈਏ। ਹੁਣ ਜਿਨ੍ਹਾਂ ਨੇ ਐਗਜ਼ਾਮ ਦੇਣਾ PPSC ਦਾ, ਚਾਹੇ ਉਹ ਚਲੋ ਨੈਬ ਤਹਿਸੀਲਦਾਰ ਤਾਂ ਹੋ ਚੁੱਕੇ ਹੈ, ਕੋਆਪਰੇਟਿਵ ਇੰਸਪੈਕਟਰ, ਸੀਨੀਅਰ ਅਸਿਸਟੈਂਟ, ਹੈ ਨਾ, ਹੋਰ ਵੀ ਕਾਫੀ ਐਗਜ਼ਾਮ ਜਿਹੜੇ ਹੈ ਉਹ ਆਏ ਆ। ਹੋ ਸਕਦਾ ਕੱਲ ਨੂੰ ਤੁਸੀਂ PCS ਪ੍ਰੀ ਵੀ ਦੇਣਾ ਹੋਵੇ। ਤੁਸੀਂ ਦੇਖੋ ਵੀ ਉਹਨਾਂ ਨੇ ਜਿਹੜਾ ਸਿਲੇਬਸ ਹੈ ਨਾ ਉਹ ਕਿਵੇਂ ਡਿਜ਼ਾਈਨ ਕਰਦੇ ਆ, ਤੁਹਾਨੂੰ ਜਨਰਲ ਨੌਲੇਜ ਕਿਵੇਂ ਲਿਖਦੇ ਆ। ਉਹ ਲਿਖਦੇ ਆ ਕਰੰਟ ਅਫੇਅਰ ਐਂਡ ਜਨਰਲ ਅਵੇਅਰਨੈਸ ਰਿਲੇਟਿਡ ਟੂ ਪੋਲੀਟੀਕਲ ਇਸ਼ੂਜ਼, related to science and tech issue, related to environmental issue, related to economical issues ਹੁੰਦੀਆਂ ਨਾ ਚੀਜ਼ਾਂ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਹੈ ਕਿ ਤੁਹਾਨੂੰ ਉਹਦੀ ਸਟੈਟਿਕ ਨੌਲੇਜ ਤਾਂ ਆਣੀ ਚਾਹੀਦੀ ਹੈ, ਨਾਲ ਕਰੰਟਲੀ ਜੋ ਹੈਪਨ ਹੋ ਰਿਹਾ ਹੈ। ਤਾਂ ਉਹੀ ਚੀਜ਼ ਮੈਂ ਹਮੇਸ਼ਾ ਕਹਿੰਦਾ ਕਿ ਜਰਨਲ ਅਵੇਅਰਨੈਸ ਜਿਹੜੀ ਹੁੰਦੀ ਹੈ ਨਾ, ਜਰਨਲ ਅਵੇਅਰਨੈਸ ਇਸ ਕਰਕੇ ਇੰਪੋਰਟੈਂਟ ਹੈ ਕਿ ਆਪਣੀਆਂ ਆਸੇ-ਪਾਸੇ ਜਿਹੜੀਆਂ ਚੀਜ਼ਾਂ ਐਗਜ਼ਾਮ ਤੋਂ 5-6 ਮਹੀਨੇ ਪਹਿਲਾਂ ਤੱਕ ਹੋਈਆਂ ਤੁਹਾਨੂੰ ਉਹਦੇ ਤੇ ਕੁਐਸਚਨ ਮਿਲਣਗੇ। ਹੁਣ ਅਗਰ ਮੈਂ ਤੁਹਾਨੂੰ ਇੱਥੇ ਦੱਸਾਂ ਕਿ ਜਿਨ੍ਹਾਂ ਦੇ ਤਾਂ ਐਗਜ਼ਾਮ ਦੇ ਵਿੱਚ 15 ਨੰਬਰ ਦੀ GK ਆਣੀ ਹੈ, ਤਾਂ ਜਰਨਲ ਅਵੇਅਰਨੈਸ ਚੋਂ ਉਹਨਾਂ ਨੂੰ ਕੁਐਸਚਨ ਮਿਲਣਗੇ 8 ਤੋਂ ਲੈ ਕੇ 10, ਤੇ ਜਿਨ੍ਹਾਂ ਨੇ PPSC ਦਾ ਐਗਜ਼ਾਮ ਦੇਣਾ 80 ਕੁਐਸਚਨ ਤੁਹਾਨੂੰ ਆਣੇ ਹੈ, ਤਾਂ ਤੁਹਾਨੂੰ 35 ਤੋਂ 45 ਕੁਐਸਚਨ ਐਦਾਂ ਦੇ ਮਿਲਣਗੇ ਜਿਹੜੇ ਕਿ GA ਦੇ ਹੋਣਗੇ, ਜਰਨਲ ਅਵੇਅਰਨੈਸ ਦੇ ਹੋਣਗੇ। ਅਵੇਅਰਨੈਸ ਦਾ ਮਤਲਬ ਪਿਛਲੇ 5-6 ਮਹੀਨਿਆਂ ਜਿਹੜੀਆਂ ਚੀਜ਼ਾਂ ਹੋਈਆਂ ਉਹਨਾਂ ਨਾਲ ਰਿਲੇਟ ਕਰਦੇ ਹੋਏ ਕੁਐਸਚਨ ਹੋਣਗੇ। ਐਦਾਂ ਨਹੀਂ ਹੋਣਗੇ ਕਿ ਹਾਂ ਠੀਕ ਹੈ ਜੀ ਫਲਾਣੇ ਬ੍ਰਿਟੇਨ ਦਾ ਕੌਣ ਪ੍ਰਧਾਨ ਮੰਤਰੀ ਬਣ ਗਿਆ ਜਾਂ ਮਹਾਰਾਣੀ ਦਾ ਨਾਮ ਕੀ ਹੈ, ਹੋ ਸਕਦਾ ਇੱਕ ਅੱਧਾ ਕੁਐਸਚਨ ਐਦਾਂ ਆ ਜੇ, ਲੇਕਿਨ ਕੋਈ ਨਿਊਜ਼ ਜਦੋਂ ਆਂਦੀ ਹੈ ਨਾ ਉਹਦੇ ਬਹੁਤ ਸਾਰੇ ਐਸਪੈਕਟ ਹੁੰਦੇ ਹੈ, ਉਹਨੂੰ 360 ਡਿਗਰੀ ਜਿਹੜਾ ਹੈ ਨਾ ਉਹ ਦੇਖਣਾ ਪੈਂਦਾ ਹੁੰਦਾ ਹੈ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਕਿਸੇ ਵੀ ਲੈਕਚਰ ਦੇ ਵਿੱਚ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਜ਼ਿਆਦਾ ਆਪਾਂ ਨਹੀਂ ਕਰਦੇ ਹੁੰਦੇ, ਟੂ ਦੀ ਪੁਆਇੰਟ ਗੱਲ ਕਰਦੇ ਹਾਂ, ਲੇਕਿਨ ਅੱਜ ਪਹਿਲਾ ਲੈਕਚਰ ਹੈ ਤਾਂ ਥੋੜਾ ਜਿਹਾ ਸਮਝਾ ਕੇ ਇੱਕ ਵਾਰੀ ਬੇਸ ਬਣਾ ਕੇ ਆਪਾਂ ਜਿਹੜਾ ਹੈ ਉਹ ਚੀਜ਼ਾਂ ਨੂੰ ਸ਼ੁਰੂ ਕਰਾਂਗੇ। ਸੋ 35 ਤੋਂ 45 ਕੁਐਸਚਨ ਤੁਹਾਨੂੰ ਐਦਾਂ ਦੇ ਮਿਲਣਗੇ। ਨਹੀਂ ਤੁਹਾਨੂੰ ਅਗਰ ਇਸ ਚੀਜ਼ ਤੇ ਕੋਈ ਡਾਊਟ ਲੱਗਦਾ ਹੈ, ਕੁਝ ਨਹੀਂ ਕਰਨਾ, BPSC ਦੀ ਵੈਬਸਾਈਟ ਦੇ ਉੱਪਰ ਜਾਓ, ਪ੍ਰੀਵੀਅਸ ਪੇਪਰਸ ਦੇ ਉੱਪਰ ਜਾਓ, ਪ੍ਰੀਵੀਅਸ ਪੇਪਰ ਚੱਕ ਕੇ ਦੇਖ ਲਓ। ਹੁਣੇ ਨੈਬ ਤਹਿਸੀਲਦਾਰ ਦਾ ਐਗਜ਼ਾਮ ਹੋਇਆ, ਦੇਖ ਲਓ ਕੁਐਸਚਨ ਦਾ ਕੀ ਜਿਹੜਾ ਲੈਵਲ ਹੈ ਉਹ ਆਉਂਦਾ ਹੈ, ਠੀਕ ਹੈ। ਸੋ PIB ਹੋਰ ਵੇਰੀਅਸ ਅਦਰ ਨਿਊਜ਼ ਪੇਪਰਸ, ਉਹਨਾਂ ਤੋਂ ਜਿਹੜੀਆਂ ਮੇਨ ਹੈਡਲਾਈਨਸ ਜਾਂ ਜਿਹੜੀ ਉਹਨਾਂ ਨੇ ਸੋਰਸਿਸ ਜਾਂ ਜਿਹੜੇ ਆਪਾਂ ਕਹੀਏ ਕਿ ਐਸਪੈਕਟਸ ਲਿਖੇ ਹੋਏ ਆ, ਇਕਨੋਮੀ ਇਸ਼ੂਜ਼ ਜਾਂ ਪੋਲੀਟੀਕਲ ਇਸ਼ੂਜ਼, ਉਹਨਾਂ ਚੋਂ ਸਟੇਟਮੈਂਟ ਵਾਲੇ ਕੁਐਸਚਨ ਤੁਹਾਨੂੰ ਬਣ ਕੇ ਆਉਂਦੇ ਆ। ਉਹਦੇ ਲਈ ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜੇ ਨਿਊਜ਼ਪੇਪਰਸ ਹੈਗੇ ਆ ਤੇ ਜਿਹੜੀਆਂ ਕਰੰਟ ਨਿਊਜ਼ ਚੱਲ ਰਹੀਆਂ ਉਹਨਾਂ ਚੋਂ ਕੁਝ ਬਰਨਿੰਗ ਇਸ਼ੂਜ਼ ਹੁੰਦੇ ਆ, ਉਹਨਾਂ ਨੂੰ ਤੁਸੀਂ ਡਿਟੇਲ 'ਚ ਪੜ੍ਹੋ, ਠੀਕ ਹੈ। ਤਾਂ ਉਹਦਾ ਮਤਲਬ ਕੀ ਹੁੰਦਾ ਹੈ, ਉਹਦੇ 'ਚ ਤੁਹਾਨੂੰ ਕੁਐਸਚਨ ਉਹਨਾਂ ਨਾਲ ਰਿਲੇਟਿਡ ਮਿਲਣਗੇ। ਓਕੇ ਹੈ ਜੀ। ਚਲੋ ਉਸੇ ਤਰੀਕੇ ਨਾਲ ਆਪਾਂ ਸਭ ਤੋਂ ਪਹਿਲਾਂ ਕਰਦੇ ਹੁੰਦੇ ਹਾਂ ਇੰਪੋਰਟੈਂਟ ਡੇਜ਼। ਜਿਹੜੇ ਵੀ ਦਿਨ ਦਾ ਆਪਾਂ ਕਰੰਟ ਅਫੇਅਰ ਕਰ ਰਹੇ ਹਾਂ ਉਸ ਦਿਨ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਦੱਸਦਾ, ਮੈਂ ਕੋਈ ਇੱਥੇ ਨਿਊਜ਼ ਚੈਨਲ ਤਰ੍ਹਾਂ ਇਹ ਕਲੇਮ ਨਹੀਂ ਕਰਦਾ ਹੁੰਦਾ ਕਿ ਅੱਜ 1 ਜੁਲਾਈ ਦੀ ਨਿਊਜ਼ ਹੈ ਤਾਂ ਬਿਲਕੁਲ ਤਾਜ਼ਾ ਤਰੀਨ ਨਿਊਜ਼ ਹੈ, ਕੋਈ ਫਰਕ ਨਹੀਂ ਪੈਂਦਾ ਉਸ ਚੀਜ਼ ਨਾਲ। ਮੈਂ ਹਮੇਸ਼ਾ ਜਦੋਂ ਵੀ ਲੈਕਚਰ ਬਣਾਉਣਾ ਉਹ ਲੈਕਚਰ ਕੀ ਬਣਾਉਣਾ ਕਿ ਪਿਛਲੇ 3-4 ਦਿਨਾਂ ਦੇ ਵਿੱਚ ਕੀ ਮੇਜਰ ਰਿਹਾ। ਕਈ ਵਾਰੀ ਕੋਈ ਥੋੜੀ ਪੁਰਾਣੀ ਨਿਊਜ਼ ਹੁੰਦੀ ਹੈ, ਕਈ ਵਾਰੀ ਉਸੇ ਦਿਨ ਦੀ ਨਿਊਜ਼ ਹੁੰਦੀ ਹੈ, ਸੋ ਇੱਕ ਮਿਕਸਅਪ ਹੁੰਦਾ ਹੈ। ਆਪਣਾ ਮੇਨ ਕੰਮ ਕੀ ਹੈ? ਆਪਣਾ ਮੇਨ ਕੰਮ ਹੈ ਜਰਨਲ ਅਵੇਅਰਨੈਸ ਇਕੱਠੀ ਕਰਨਾ, ਜਰਨਲ ਅਵੇਅਰਨੈਸ ਨੂੰ ਸਮਝਣਾ, ਜਿਹੜੇ ਟੌਪਿਕ ਤੁਹਾਡੇ ਆਸੇ-ਪਾਸੇ ਹੋ ਰਹੇ ਆ ਉਹਨਾਂ ਦੀ ਡੀਪ ਨੌਲੇਜ ਲੈਣਾ। ਸੋ ਨੈਸ਼ਨਲ ਇੰਪੋਰਟੈਂਸ ਦੇ ਵਿੱਚ ਆਪਾਂ ਕੀ ਲੈਣੇ ਹੁੰਦੇ ਆ? ਬੇਸਿਕਲੀ ਨੈਸ਼ਨਲ ਦੀਆਂ ਨਿਊਜ਼ ਤੇ ਪੋਲੀਟੀਕਲ ਇਸ਼ੂ, ਇੱਥੇ ਤੁਹਾਡੇ ਕਲੀਅਰ ਹੋਣਗੇ ਪੋਲੀਟੀਕਲ ਇਸ਼ੂਜ਼, ਠੀਕ ਹੈ ਜੀ। ਫਿਰ ਇਕਨੋਮੀ ਰਿਲੇਟਿਡ ਨਿਊਜ਼ ਦੇ ਵਿੱਚ ਕੀ ਕਲੀਅਰ ਹੋਣਗੇ? ਇਕਨੋਮਿਕਲ ਇਸ਼ੂਜ਼ ਜਾਂ ਇਕਨੋਮੀ ਇਸ਼ੂਜ਼,
ठीक है, जिवें सिलेबस ਦੇ ਵਿੱਚ ਲਿਖਿਆ ਹੁੰਦਾ ਨਾ ਇਕਨੋਮੀ ਇਸ਼ੂਜ਼, ਮੈਂ ਹਮੇਸ਼ਾ ਕਹਿੰਦਾ ਹੁੰਦਾ ਤੁਸੀਂ ਮੇਰੀਆਂ 30 35 ਜਾਂ 40 ਕਲਾਸਾਂ ਜਦੋਂ ਤੱਕ ਲਗਾ ਲੋਗੇ ਨਾ ਤੁਸੀਂ ਇਕਨੋਮੀ ਤੁਹਾਨੂੰ ਹੋਰ ਕਿੱਥੋਂ ਪੜ੍ਹਨ ਦੀ ਲੋੜ ਨਹੀਂ ਹੈ, ਇੰਨੇ ਟੌਪਿਕ ਮੈਂ ਤੁਹਾਨੂੰ ਇਕਨੋਮੀ ਦੇ ਕਰਵਾ ਦੂੰਗਾ। ਫਿਰ ਇੰਟਰਨੈਸ਼ਨਲ ਇੰਪੋਰਟੈਂਸ ਦੇ ਵਿੱਚ ਜਿਹੜੇ ਆਪਾਂ ਪੜ੍ਹਦੇ ਹੁੰਦੇ ਆ ਇੰਟਰਨੈਸ਼ਨਲ ਰਿਲੇਸ਼ਨਸ, ਉਹ ਆਪਾਂ ਇਹਦੇ 'ਚ ਕਵਰ ਕਰਦੇ ਹਾਂ। ਸਾਇੰਸ ਐਂਡ ਟੈਕ ਤੇ ਐਨਵਾਇਰਨਮੈਂਟ, ਇਹਨਾਂ ਦੋਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਤਾਂ ਕਰਕੇ ਮੈਂ ਇੱਕ ਸੈਗਮੈਂਟ ਲੈਣਾ ਹੁੰਦਾ ਸਾਇੰਸ ਐਂਡ ਟੈਕ ਦੀਆਂ ਨਿਊਜ਼ ਤੇ ਐਨਵਾਇਰਨਮੈਂਟ ਰਿਲੇਟਿਡ ਨਿਊਜ਼। ਹੋ ਗਏ ਸਾਰੇ ਸੈਗਮੈਂਟ। ਫਿਰ ਆਉਂਦਾ ਅਦਰ ਕਰੰਟ ਅਫੇਅਰਸ। ਅਦਰ ਕਰੰਟ ਅਫੇਅਰਸ ਦੇ ਵਿੱਚ ਓਬਿਊਚਰੀ, ਜਿਹੜੇ ਦੇਹਾਂਤ ਹੋ ਜਾਂਦੇ ਆ, ਉਹ ਬੰਦਾ ਕਿਹੜੇ ਚੀਜ਼ ਨਾਲ ਇੰਪੋਰਟੈਂਸ ਰੱਖਦਾ ਸੀ, ਕਿਸ ਪੋਸਟ ਤੇ ਸੀਗਾ ਉਹ। ਫਿਰ ਅਪਾਇੰਟਮੈਂਟਸ, ਅਵਾਰਡ ਐਂਡ ਓਨਰਸ, ਸਪੋਰਟਸ ਤੇ ਹੋਰ ਕੁਝ ਅਗਰ ਕੋਈ ਕਰੰਟ ਅਫੇਅਰ ਮਿਸਲੇਨੀਅਸ ਹੈ ਤਾਂ ਆਪਾਂ ਇਹਦੇ ਵਿੱਚ ਕਰਦੇ ਹਾਂ। ਠੀਕ ਹੈ ਜੀ। ਬਾਕੀ ਜੋ ਤੁਸੀਂ ਆਹ ਲੈਕਚਰ ਹਜੇ 1 ਘੰਟਾ ਮੇਰੇ ਨਾਲ ਬੈਠੋਗੇ, ਨਵਿਆਂ ਵਾਸਤੇ ਗੱਲ ਕਰ ਰਹੇ ਹਾਂ, ਪੁਰਾਣਿਆਂ ਤਾਂ ਐਸੇ 'ਚ ਖੁਸ਼ ਹੋ ਗਏ ਹੋਣਗੇ ਵੀ ਸਰ ਅੱਜ ਤੋਂ ਸਾਡੀ ਸਟੱਡੀ ਜਿਹੜੀ ਹੈ ਦੁਬਾਰਾ ਸ਼ੁਰੂ ਹੋ ਗਈ। ਠੀਕ ਹੈ ਜੀ। ਚਲੋ ਫਿਰ ਸ਼ੁਰੂ ਕਰਦੇ ਹਾਂ ਕਰੰਟ ਅਫੇਅਰ ਆਫ 1 ਜੁਲਾਈ ਅਲੋਂਗ ਵਿਦ ਰਿਲੇਟਿਡ ਸਟੈਟਿਕ ਜੀਕੇ। ਸੋ ਪਹਿਲਾ ਸੈਗਮੈਂਟ ਆਪਣਾ ਹੈਗਾ ਜੀ ਇੰਪੋਰਟੈਂਟ ਡੇਜ਼ ਦਾ। ਹੁਣ ਆਪਾਂ ਬੋਰਡ ਨੂੰ ਕਰਦੇ ਹਾਂ ਕਲੀਅਰ, ਬੋਰਡ ਨੂੰ, ਤੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਇੰਪੋਰਟੈਂਟ ਡੇਜ਼ ਦਾ ਪਹਿਲਾ ਸੈਗਮੈਂਟ। ਚਲੋ ਜੀ। 27 ਜੁਲਾਈ ਇਹ ਇੰਪੋਰਟੈਂਟ ਸੀਗਾ। ਜੂਨ 27 ਜੂਨ ਇਹ ਇੰਪੋਰਟੈਂਟ ਸੀ, ਤਾਂ ਮੈਂ 3-4 ਦਿਨ ਪਹਿਲਾਂ ਦਾ ਚੱਕਿਆ, ਕਿਉਂਕਿ ਤੁਸੀਂ ਖਾਸ ਕਰਕੇ ਜਿਨ੍ਹਾਂ ਨੇ ਐਕਸਾਈਜ਼ ਦਾ ਪੇਪਰ ਦੇਣਾ ਹੈ ਉਹਨਾਂ ਲਈ ਇੰਪੋਰਟੈਂਟ ਹੈ। ਉਹਨਾਂ ਦੇ ਵਿੱਚ ਸਿਲੇਬਸ 'ਚ ਵੀ ਆਏਗਾ MSME, ਸੋ ਤਾਂ ਕਰਕੇ ਵਰਡ MSME ਡੇ ਹੁੰਦਾ ਹੈ 27 ਜੂਨ ਨੂੰ। MSME ਮੀਨਸ ਮਾਈਕਰੋ ਸਮੋਲ ਐਂਡ ਮੀਡੀਅਮ ਸਾਈਜ਼ਡ ਐਂਟਰਪ੍ਰਾਈਜ਼ਸ। ਸਾਡਾ ਜਿਹੜਾ ਕਰੰਟ ਕੰਮ ਹੈ ਉਹ ਐਸੇ ਨਾਲ ਹੀ ਰਿਲੇਟਿਡ ਹੈ, ਤਾਂ ਵੀ ਮੈਨੂੰ ਥੋੜਾ ਜਿਹਾ ਇਹ ਕੀ ਆਪਾਂ ਕਹਿ ਦਿੰਦੇ ਹਾਂ ਕਿ ਮੈਨੂੰ ਆਪ ਦਾ ਜਿਹੜਾ ਟੌਪਿਕ ਲੱਗਿਆ ਤਾਂ ਮੈਂ ਚੱਕਿਆ ਇਹਨੂੰ। MSME ਐਂਟਰਪ੍ਰਾਈਜ਼ ਡੇ ਜਿਹੜਾ ਹੈ ਉਹ ਹਰ ਸਾਲ 27 ਜੂਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ MSME ਕੀ ਹੁੰਦਾ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਇਹਦਾ ਜਿਹੜਾ ਮੇਨ ਫੋਕਸ ਕੀ ਰਹਿੰਦਾ ਹੈ ਜਾਂ ਕਿਉਂ ਹੁੰਦਾ ਹੈ MSME ਤੇ ਇੰਨਾ ਫੋਕਸ ਸਰਕਾਰ ਕਿਉਂ ਕਰਦੀ ਹੈ। ਸਰਕਾਰ ਇਸ ਕਰਕੇ ਫੋਕਸ ਕਰਦੀ ਹੈ ਐਮਪਲੋਇਮੈਂਟ ਜਨਰੇਸ਼ਨ ਵਾਸਤੇ, ਕਿਉਂਕਿ ਜਿੰਨੀਆਂ ਜ਼ਿਆਦਾ ਮਾਈਕਰੋ ਇੰਡਸਟਰੀਜ਼, ਜਿੰਨੀਆਂ ਜ਼ਿਆਦਾ ਸਮੋਲ ਇੰਡਸਟਰੀਜ਼ ਖੁੱਲਣਗੀਆਂ, ਸਾਰੇ ਦੇ ਸਾਰੇ ਅਗਰ ਨੌਕਰੀ ਸੀਕਰ ਬਣਨਗੇ ਤਾਂ ਨੌਕਰੀ ਪ੍ਰੋਵਾਈਡਰ ਕੌਣ ਬਣੇਗਾ, ਹੈ ਨਾ। ਸੋ ਇਹੀ ਚੀਜ਼ ਤੇ ਸਰਕਾਰ ਚੱਲਦੀ ਹੈ ਕਿ ਅਗਰ 100 ਬੰਦਿਆਂ ਚੋਂ ਇੱਕ ਬੰਦਾ ਵੀ ਐਂਟਰਪ੍ਰੇਨਿਓਰ ਬਣ ਜੇ ਤਾਂ ਉਹ ਬਾਕੀ ਦੇ 99 ਚੋਂ 80 ਨੂੰ ਨੌਕਰੀ ਦੇ ਸਕਦਾ ਹੈ, 70-80 ਨੂੰ ਨੌਕਰੀ ਦੇ ਸਕਦਾ ਹੈ। ਸੋ ਇਸ ਤਰੀਕੇ ਦੇ ਨਾਲ ਅਗਰ ਚੱਲਿਆ ਜਾਵੇ ਤਾਂ ਉਹ ਗਰੋਥ ਦੀ ਜਿਹੜੀ ਓਪਰਚੁਨਿਟੀ ਹੈ ਉਹ ਕਾਫੀ ਜ਼ਿਆਦਾ ਹੋ ਸਕਦੀ ਹੈ। ਠੀਕ ਹੈ। ਸੋ ਮਾਈਕਰੋ ਅਗਰ ਆਪਾਂ ਐਂਟਰਪ੍ਰਾਈਜ਼ਸ ਦੀ ਗੱਲ ਕਰੀਏ, ਟਾਈਮ ਟੂ ਟਾਈਮ ਇਹਨਾਂ ਦੀ ਜਿਹੜੀ ਕੈਟੇਗਰੀ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਸੋ ਉਹ ਲੇਟੈਸਟ ਕੈਟੇਗਰੀ ਤੁਸੀਂ ਜ਼ਰੂਰ ਦੇਖ ਲੈਣੀ ਹੈ MSME ਦੀ, ਲੇਕਿਨ ਮੋਸਟਲੀ ਉਹ ਫਰਮਾਂ ਹੁੰਦੀਆਂ ਜਿਹੜੀਆਂ 250 EMPLOYEES ਜਿਹੜੀਆਂ ਹੈ ਉੱਥੋਂ ਤੱਕ ਮੈਕਸਿਮਮ ਇਹਨਾਂ ਵਿੱਚ ਹੁੰਦੇ ਹੈ। ਓਕੇ ਹੈ ਜੀ। ਸੋ ਆ ਸਾਰੀ ਚੀਜ਼ ਜੋ ਵੀ ਤੁਸੀਂ ਨੋਟਸ ਬਣਾਉਣੇ ਹੈ, ਨੋਟਸ ਜ਼ਰੂਰ ਬਣਾਉਣੇ ਹੈ। ਇੱਕ ਚੀਜ਼ ਹੋਰ, ਜਿਵੇਂ ਮੈਂ ਸਟਾਰਟਿੰਗ ਤੋਂ 10 ਮਿੰਟ ਅੱਜ ਤੁਹਾਡੇ ਨਾਲ ਲਗਾਏ ਹੈ, ਸੋ ਉਹਦੇ ਵਿੱਚ ਮੇਰੀ ਇੱਕ ਚੀਜ਼ ਹੋਰ ਐਡ ਕਰ ਲਓ। ਨੋਟਸ ਅੱਗੇ ਮੈਂ ਫਿਰ ਵੀ ਤੁਹਾਨੂੰ ਅੱਗੇ ਜਦੋਂ ਪਿਛਲੇ ਅੱਗੇ ਦਾ ਮਤਲਬ ਹੈ ਕਿ ਇਸ ਤੋਂ ਪਹਿਲਾਂ ਜਦੋਂ ਮੈਂ ਪਿਛਲੇ ਫੇਜ਼ ਦੇ ਵਿੱਚ ਪੜ੍ਹਾ ਰਿਹਾ ਸੀਗਾ, ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਵੀ ਬਣਾ ਲਓ ਤਾਂ ਅੱਛੀ ਗੱਲ ਹੈ, ਜਾਂ ਮੈਂ ਤੁਹਾਨੂੰ ਇਸ ਤਰ੍ਹਾਂ ਕਹਿ ਰਿਹਾ ਸੀ, ਕਿਸੇ ਦਾ ਮੈਨੂੰ ਫੋਨ ਆਉਂਦਾ ਸੀ ਸਰ ਟਾਈਮ ਨਹੀਂ ਲੱਗਦਾ ਜਾਂ ਹੋਰ ਹੈ, ਤਾਂ ਮੈਂ ਕਹਿੰਦਾ ਸੀ ਕੋਈ ਗੱਲ ਨਹੀਂ PDF ਤੋਂ ਪੜ੍ਹ ਲਓ। ਲੇਕਿਨ ਮੈਂ ਤੁਹਾਨੂੰ ਇਹ ਫਰਮਲੀ ਕਹੂੰਗਾ ਕਿਉਂਕਿ ਹੁਣ ਮੈਂ ਜਿਨ੍ਹਾਂ ਨਾਲ ਵਿਚਰਦਾ, ਜਿਨ੍ਹਾਂ ਨੇ ਮੈਂ ਦੇਖਿਆ, ਜਿਨ੍ਹਾਂ ਨੇ ਐਕਸਾਈਜ਼ ਦੇ ਵਿੱਚ ਆਏ ਹੈ, ਅਲੱਗ-ਅਲੱਗ ਪੋਸਟਾਂ ਦੇ ਜਿਹੜੇ ਕਲੀਅਰ ਕਰਕੇ ਆਏ ਹੈ, ਤੇ ਜਦੋਂ ਮੇਰੀ ਉਹਨਾਂ ਨਾਲ ਡਿਸਕਸ਼ਨ ਹੁੰਦੀ ਹੈ ਤਾਂ ਹਰ ਇੱਕ ਦੀ ਇੱਕ ਕਾਮਨ ਪੁਆਇੰਟ ਨਿਕਲਦਾ ਹੈ, ਉਹ ਨਿਕਲਦਾ ਨੋਟਸ ਬਣਾਉਣਾ। ਜੋ ਤੱਕ ਤੁਹਾਡੇ ਕੋਲ ਆਪਦੇ ਨੋਟਸ ਹੋਣਗੇ ਨਾ ਉਹਨਾਂ ਤੇ ਕੰਸਨਟਰੇਟ ਕਰੋ। ਠੀਕ ਹੈ ਜੀ। ਸੋ ਇਹ ਜਦੋਂ ਵੀ ਆਪਾਂ ਕੋਈ ਨਿਊਜ਼ ਕਰਦੇ ਹਾਂ ਉਹਦੇ ਲਾਸਟ ਤੇ ਮੈਂ ਇਹ ਚੀਜ਼ ਜ਼ਰੂਰ ਦੇਣਾ ਹੁੰਦਾ, ਕਿਉਂਕਿ ਕਈ ਵਾਰੀ ਨਾ ਕੈਂਡੀਡੇਟਸ ਨੂੰ ਪਤਾ ਨਹੀਂ ਲੱਗਦਾ ਕਿ ਸਰ ਇਹਦੇ 'ਚੋਂ ਹੁਣ ਅਸੀਂ ਲਿਖੀਏ ਕੀ। ਹੁਣ ਆਹ ਸਾਰੀ ਚੀਜ਼ ਵੀ ਲਿਖਣੀ ਨਹੀਂ ਹੁੰਦੀ, ਠੀਕ ਹੈ। ਇਹ ਸਾਰੀ ਚੀਜ਼ਾਂ ਮੋਟੀ ਚੀਜ਼ਾਂ ਬਸ ਬਣਾਉਣੀਆਂ ਹੁੰਦੀਆਂ। ਕਿਵੇਂ ਬਣਾਉਣੀਆਂ ਹੁੰਦੀਆਂ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਆਹੀ ਨਿਊਜ਼ ਲਿਖਣੀ ਹੈ, ਅੱਜ ਦੀ ਫਸਟ ਨਿਊਜ਼ ਜੂਨ 27, ਠੀਕ ਹੈ ਜੀ, ਇਹਨੂੰ ਅੰਡਰਲਾਈਨ ਕੀਤਾ, ਫਿਰ ਇੱਥੇ ਲਿਖਿਆ ਜੀ MSME ਡੇ, ਵਰਡ MSME ਡੇ ਲਿਖ ਲਿਆ ਜਾਂ MSME ਡੇ, ਠੀਕ ਹੈ ਜੀ। ਫਿਰ ਅਗਾਂਹ ਕੁਝ ਤੁਸੀਂ ਲਿਖਣਾ ਹੈ 250 EMPLOYEES ਮੈਕਸਿਮਮ, ਠੀਕ ਹੈ। ਫਿਰ ਕੁਝ ਹੋਰ ਅਗਰ ਇਹਦੇ 'ਚ ਤੁਹਾਨੂੰ ਕੋਈ ਹੋਰ ਚੀਜ਼ ਲੱਗੀ ਵੀ ਆ ਵੀ ਇੰਪੋਰਟੈਂਟ ਹੈਗੀ ਹੈ, ਉਹ ਇਸ ਤਰ੍ਹਾਂ ਐਰੋ ਲਗਾ ਕੇ ਲਿਖ ਲਈ, ਨੋਟਸ ਬਣ ਗਏ। ਹੋਰ ਨੋਟਸ ਕੀ ਹੁੰਦੇ ਆ, ਆਹ ਕੋਈ ਸਾਰੀ ਚੀਜ਼ ਤੁਸੀਂ ਲਿਖਣੀ ਥੋੜੀ ਹੈ, ਠੀਕ ਹੈ। ਮੇਰਾ ਤਾਂ ਕੰਮ ਹੈ, ਮੈਂ ਤਾਂ ਕਰੂੰਗਾ ਹੀ। ਇਹ ਵੀ ਮਿਲਦੇ ਵੀ ਕਿੱਥੋਂ ਹੈ, ਮੈਂ ਵੀ ਕੋਈ ਇੱਥੋਂ ਮਤਲਬ ਕਹਿਣ ਦਾ ਮਤਲਬ ਆਪਦੇ ਕੋਲੋਂ ਥੋੜੀ ਲਿਖਿਆ, ਮੈਂ ਕੋਈ ਪੱਤਰਕਾਰ ਤਾਂ ਹੈ ਨਹੀਂਗਾ। ਨਿਊਜ਼ਪੇਪਰ ਦੀ ਵੈਬਸਾਈਟ ਹੈਗੀ ਹੈ, ਨਿਊਜ਼ਪੇਪਰਸ ਤੋਂ ਮਿਲਦੇ ਹੈਗੇ ਹੈ, ਲੇਕਿਨ ਤੁਸੀਂ ਉਹਦੇ ਚੋਂ ਆਪਾਂ ਬੈਸਟ ਕੀ ਚੱਕਣਾ ਹੈ, ਐਗਜ਼ਾਮੀਨਰ ਆਪਣੇ ਤੋਂ ਕੀ ਚੀਜ਼ਾਂ ਪੁੱਛੂਗਾ ਉਹ ਆਪਾਂ ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਲਿਖਣੀਆਂ ਹੈ। ਓਕੇ ਹੈ ਜੀ। ਚਲੋ ਅੱਗੇ ਚੱਲਦੇ ਆ ਜੀ। ਹੁਣ ਆਪਾਂ ਚੱਲਦੇ ਹਾਂ ਆਪਣੇ ਇੰਪੋਰਟੈਂਟ ਨੈਸ਼ਨਲ ਨਿਊਜ਼ ਤੇ। ਨੈਸ਼ਨਲ ਨਿਊਜ਼ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੇਨ ਆਪਾਂ ਕੀ ਲੈਣੇ ਹੁੰਦੇ ਆ, ਇੱਕ ਤਾਂ ਉਹ ਨਿਊਜ਼ ਜਿਨ੍ਹਾਂ ਦੀ ਨੈਸ਼ਨਲ ਲੈਵਲ ਤੇ ਇੰਪੋਰਟੈਂਸ ਹੈਗੀ ਹੈ, ਦੂਸਰਾ ਇਹਦੇ ਵਿੱਚ ਕੋਈ ਵੀ ਪੋਲੀਟੀਕਲ ਇਸ਼ੂਜ਼ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਵੀ ਲਿਖੇ ਹੈ। ਕਈ ਵਾਰ ਤਾਂ ਸਟੂਡੈਂਟਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਰ ਇਹ ਪੋਲੀਟੀਕਲ ਇਸ਼ੂ ਦਾ ਮਤਲਬ ਕੀ ਹੈ। ਉਹਦਾ ਮਤਲਬ ਇਹ ਹੈ ਕਿ ਇੱਕ ਤਾਂ ਤੁਹਾਨੂੰ ਪੋਲਿਟੀ ਆਉਣੀ ਚਾਹੀਦੀ ਹੈ, ਪੋਲਿਟੀ ਸਬਜੈਕਟ ਜਿਹੜਾ ਤੁਸੀਂ ਪੜ੍ਹਦੇ ਹੋ ਉਹ ਤੁਹਾਨੂੰ ਆਉਣਾ ਚਾਹੀਦਾ ਹੈ, ਬਟ ਕੁਐਸਚਨ ਕਿਹੜੇ ਪੁੱਛੇ ਜਾਣਗੇ
ਜਿਹੜੇ ਪਿਛਲੇ 4-5 ਜਾਂ 6 ਮਹੀਨੇ ਮੰਨ ਲਓ, ਜਿਹੜੇ 6 ਮਹੀਨਿਆਂ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿੰਦੇ ਨਾਲ ਰਿਲੇਟ ਕਰਦਾ ਹੋਇਆ ਕੋਈ ਆਰਟੀਕਲ, ਜਿੰਦੇ ਨਾਲ ਰਿਲੇਟ ਕਰਦਾ ਹੋਇਆ ਕੋਈ ਸ਼ੈਡਿਊਲ, ਜਾਂ ਜਿੰਦੇ ਨਾਲ ਰਿਲੇਟ ਕਰਦੀ ਹੋਈ ਕੋਈ ਪੋਸਟ ਲਾਈਕ ਅਟਾਰਨੀ ਜਨਰਲ, ਸੋਲਿਸਿਟਰ ਜਨਰਲ, ਉਸ ਤਰੀਕੇ ਦੇ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ। ਐਸੇ ਨੂੰ ਹੀ ਕਹਿੰਦੇ ਆ ਪੋਲੀਟੀਕਲ ਇਸ਼ੂਜ਼। ਸੋ ਜਿਵੇਂ ਕਿ ਫੋਰ ਐਗਜ਼ਾਮਪਲ ਇੱਥੇ ਮੈਂ ਤੁਹਾਨੂੰ ਇੱਕ ਹੌਟ ਟੌਪਿਕ ਕਰਵਾਉਣਾ, ਇੱਕ ਬਰਨਿੰਗ ਇਸ਼ੂ ਕਰਵਾਉਣਾ। ਪਿਛਲੇ 10 ਦਿਨਾਂ ਤੋਂ 20 ਜੂਨ ਤੋਂ ਸ਼ੁਰੂ ਹੋਇਆ ਹੈ, ਪਿਛਲੇ 10 ਦਿਨਾਂ ਤੋਂ ਇੱਕ ਜਿਹੜਾ ਚੀਜ਼ ਚੱਲ ਰਹੀ ਹੈ ਪੂਰੇ ਨਿਊਜ਼ ਚੈਨਲਾਂ ਤੇ, ਹਰ ਇੱਕ ਨਿਊਜ਼ਪੇਪਰ ਦੀ ਫਰੰਟ ਹੈਡਲਾਈਨ ਬਣ ਰਹੀ ਹੈ, ਉਹ ਹੈ ਮਹਾਰਾਸ਼ਟਰ ਦੀ ਸੱਤਾ। ਮਹਾਰਾਸ਼ਟਰ ਦੇ ਵਿੱਚ ਅੱਜ ਤੋਂ 31 ਮਹੀਨੇ ਪਹਿਲਾਂ, ਠੀਕ ਹੈ, 2.5 ਸਾਲ ਪਹਿਲਾਂ, 31 ਮਹੀਨੇ ਪਹਿਲਾਂ ਸਰਕਾਰ ਬਣੀ। ਬੀਜੇਪੀ ਨੇ ਸ਼ਿਵ ਸੈਨਾ ਦੇ ਨਾਲ ਰਲ ਕੇ ਚੁਣਾਵ ਲੜਿਆ, ਲੇਕਿਨ ਚੁਣਾਵ ਲੜਨ ਤੋਂ ਬਾਅਦ ਦੋਨਾਂ ਦੇ ਵਿੱਚ ਦੇ ਵਿੱਚ ਦਰਾਰ ਪੈ ਗਈ ਕਿ ਸੀਐਮ ਕਿਹੜੀ ਪਾਰਟੀ ਦਾ ਹੋਏਗਾ। ਉਸ ਟਾਈਮ ਤੇ ਕੀ ਹੋਇਆ, ਇੱਕ ਨਵਾਂ ਅਲਾਈਅੰਸ ਬਣਿਆ, ਨਵਾਂ ਗਠਬੰਧਨ ਬਣਿਆ, ਜਿਹਦਾ ਨਾਮ ਦਿੱਤਾ ਗਿਆ ਮਹਾ ਵਿਕਾਸ ਅਘਾੜੀ, MVA, ਠੀਕ ਹੈ। ਸੋ ਮਹਾ ਵਿਕਾਸ ਅਘਾੜੀ ਕੀ ਸੀਗਾ, ਸ਼ਿਵ ਸੈਨਾ ਪਲੱਸ ਕਾਂਗਰਸ ਪਲੱਸ NCP, ਸ਼ਰਦ ਪਵਾਰ ਜੀ ਦੀ ਪਾਰਟੀ NCP, ਨੈਸ਼ਨਲ ਕਮਿਊਨਿਸਟ ਪਾਰਟੀ। ਇਹਨਾਂ ਤਿੰਨਾਂ ਦੇ MLA ਮਿਲੇ, ਤਿੰਨਾਂ ਨੇ ਮਿਲ ਕੇ ਇੱਕ ਸਰਕਾਰ ਬਣਾਤੀ, ਨਾਮ ਦਿੱਤਾ ਮਹਾ ਵਿਕਾਸ ਅਘਾੜੀ। 31 ਮਹੀਨੇ ਹੋ ਚੁੱਕੇ ਆ ਸਰਕਾਰ ਚਲਦੀ ਨੂੰ। ਹੁਣ ਪਿਛਲੇ 10 ਦਿਨਾਂ ਤੋਂ ਬਹੁਤ ਜ਼ਿਆਦਾ ਟਰਮੋਇਲ ਹੋਇਆ ਹੋਇਆ ਹੈ, ਬਹੁਤ ਜ਼ਿਆਦਾ ਜਿਹੜਾ ਹੈ ਉਹ ਤੂਫਾਨ ਆਇਆ ਹੋਇਆ ਮਹਾਰਾਸ਼ਟਰ ਦੀ ਸੱਤਾ ਦੇ ਵਿੱਚ। ਤੇ ਉਹ ਤੂਫਾਨ ਦਾ ਅੰਤ ਇਹ ਹੋਇਆ ਜਦੋਂ ਕੱਲ, ਆਈ ਥਿੰਕ ਪਰਸੋਂ ਰਾਤ ਦੀ ਗੱਲ ਹੈਗੀ ਹੈ, ਪਰਸੋਂ ਰਾਤ ਨੂੰ 9:10 ਤੇ ਉद्धਵ ਠਾਕਰੇ ਜੀ ਨੇ ਰਿਜ਼ਾਈਨ ਕਰਤਾ, ਹਨਾ। ਉਹ ਤਾਂ ਹੋ ਹੀ ਗਿਆ, ਲੇਕਿਨ ਪਿਛਲੇ 10 ਦਿਨਾਂ ਤੋਂ ਲਗਾਤਾਰ, ਮੈਂ ਤੁਹਾਨੂੰ ਨਿਊਜ਼ਪੇਪਰ ਦੀ ਕਟਿੰਗ ਦਿਖਾਣਾ, ਸ਼ਿੰਦੇ ਮੂਵ ਸੁਪਰੀਮ ਕੋਰਟ, ਉद्धਵ ਕੈਂਪ ਸੇਜ਼ ਰੈਬਲਸ ਵਿਲ ਬੀ ਡਿਸਕੁਆਲੀਫਾਈਡ, ਠੀਕ ਹੈ, ਡਿਸਕੁਆਲੀਫਾਈਡ ਵਰਡ ਅੰਡਰਲਾਈਨ ਕਰ ਲਿਓ। फिर सुप्रीम कोर्ट गिव ब्रेदर टू सेना रेबल्स, ठीक है, इस तरह न्यूज आंदियां रहियां। फिर आया बीजेपी सीक्स फ्लोर टेस्ट इन हाउस, सीएम मेक्स प्रेस क्लियर टू रेबल्स। ये अलग अलग मतलब इन्हां च पढ़ना की है वो मैं तुहानूं सारा कुछ हुणे दसूंगा। इहदे विच आपां की पढ़ना है, आपां पढ़ना है दोस्तों शेड्यूल नंबर 10। किन्ने शेड्यूल है कॉन्स्टिट्यूशन दे विच, शेड्यूल्ड किन्ने हैगे है, 12 शेड्यूल है, पहला 8 सीगे फिर बाद 4 ऐड होए। ਆਪਾਂ ਪੜ੍ਹਨਾ ਹੈ ਸ਼ੈਡਿਊਲ ਨੰਬਰ 10th, ਸ਼ੈਡਿਊਲ ਨੰਬਰ 10 ਜਿਹੜਾ ਕਿ ਜਿਹਨੂੰ ਆਪਾਂ ਨੋਰਮਲ ਭਾਸ਼ਾ 'ਚ ਪੜ੍ਹੀਏ ਤਾਂ ਹੁੰਦਾ ਦਲ ਬਦਲ ਕਾਨੂੰਨ। ਦਲ ਬਦਲ ਜਿਹੜਾ ਸ਼ੈਡਿਊਲ ਹੈ ਉਹਦੇ ਬਾਰੇ ਆਪਾਂ ਨੂੰ ਪੋਲੀਟੀਕਲ ਇਸ਼ੂ ਦੇ ਵਿੱਚ ਕੁਐਸਚਨ ਆ ਸਕਦਾ ਹੈ। ਹੁਣ ਇਹ ਦਲ ਬਦਲ ਕਾਨੂੰਨ ਹੁੰਦਾ ਕੀ ਹੈ, ਮੈਂ ਤੁਹਾਨੂੰ ਸਿੰਪਲ ਬੜੇ, ਅਗਰ ਤੁਹਾਨੂੰ ਪੋਲੀਟਿਕਸ 'ਚ ਇੰਟਰਸਟ ਨਹੀਂ ਵੀ ਹੈ ਤਾਂ ਵੀ ਤੁਹਾਨੂੰ ਬੜੇ ਸਿੰਪਲ ਲੈਂਗੁਏਜ ਦੇ ਵਿੱਚ ਇੱਕ ਚੀਜ਼ ਦੱਸਦਾ। ਦੇਖੋ ਦੋਸਤੋ ਕੀ ਚੀਜ਼ ਹੁੰਦੀ ਹੈ, ਇੱਕ ਕੋਈ ਵੀ ਇੱਕ ਸਟੇਟ ਹੈ, ਸਟੇਟ ਦੀ ਹੈ ਵਿਧਾਨ ਸਭਾ, ਠੀਕ ਹੈ ਜੀ। ਸਟੇਟ ਦੀ ਵਿਧਾਨ ਸਭਾ ਦੇ ਵਿੱਚ ਫੋਰ ਐਗਜ਼ਾਮਪਲ 200 ਸੀਟਾਂ ਹੈਗੀਆਂ। ਕਿਹੜੀ ਸਟੇਟ ਦੀ 200 ਸੀਟਾਂ ਵੈਸੇ ਵਿਧਾਨ ਸਭਾ 'ਚ, ਰਾਜਸਥਾਨ 'ਚ ਹੈ ਨਾ, ਚਲੋ ਕੋਈ, ਠੀਕ ਹੈ। ਮਹਾਰਾਸ਼ਟਰ 'ਚ ਕਿੰਨੀ ਹੈ ਜਿਹਦੀ ਆਪਾਂ ਗੱਲ ਕਰਾਂਗੇ, ਉੱਥੇ ਹੈ 288। ਪੰਜਾਬ 'ਚ ਕਿੰਨੀ ਹੈ 117। ਚਲੋ ਕਿਸੇ ਵੀ ਸਟੇਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੰਨ ਲਓ 200 ਸੀਟਾਂ, ਮੈਂ ਮੰਨ ਲਓ ਮੂਲਧਨ 100 ਜਿਵੇਂ ਆਪਾਂ ਕਰਦੇ ਹੁੰਦੇ ਸੀ, 200 ਸੀਟਾਂ ਮੰਨ ਲਓ ਹੈਗੀਆਂ। ਹੁਣ ਇੱਥੇ ਸਰਕਾਰ ਕਿਹਦੀ ਬਣੇਗੀ, ਸਰਕਾਰ ਦੋਸਤੋ ਉਸ ਪਾਰਟੀ ਦੀ ਬਣੇਗੀ ਜਿਹੜੀ ਪਾਰਟੀ ਕੋਲੋਂ ਹਾਫ ਨਾਲੋਂ ਇੱਕ ਸੀਟ ਜ਼ਿਆਦਾ ਹੋਏਗੀ। 101 ਬੰਦੇ ਜਿਹੜੀ ਪਾਰਟੀ ਦੇ ਹੋਣਗੇ ਉਸ ਪਾਰਟੀ ਦੀ ਸਰਕਾਰ ਬਣੇਗੀ। ਹੁਣ ਮੰਨ ਲਓ ਇੱਥੇ ਕਿਸੇ ਪਾਰਟੀ ਕੋਲੋਂ, ਠੀਕ ਹੈ, ਮੈਂ 101 ਨੂੰ ਕੱਟ ਰਿਹਾ, ਕਿਸੇ ਪਾਰਟੀ ਕੋਲੋਂ 110 MLA ਹੈਗੇ ਹੈ, ਉਹਨਾਂ ਦੀ ਸਰਕਾਰ ਬਣ ਗਈ। ਦੂਸਰੀ ਪਾਰਟੀ ਕੋਲੋਂ ਹੈ 90 MLA, ਓਕੇ ਹੈ ਜੀ। ਹੁਣ ਕੀ ਹੋਇਆ, ਸਰਕਾਰ ਬਣ ਗਈ, ਸਰਕਾਰ ਚੱਲਣ ਲੱਗ ਗਈ। ਹੁਣ ਐਸ ਜਿਹੜੇ 90 ਵਾਲੇ ਹੈ ਇਹ ਕਿੰਦੇ 'ਚ ਬੈਠਣਗੇ, ਇਹ ਬੈਠਣਗੇ ਓਪੋਜੀਸ਼ਨ 'ਚ। ਕਿੰਦੇ 'ਚ ਬੈਠਣਗੇ, ਵਿਪਕਸ਼ 'ਚ ਬੈਠਣਗੇ, ਓਪੋਜੀਸ਼ਨ। ਹੁਣ ਓਪੋਜੀਸ਼ਨ ਵਾਲਿਆਂ ਨੇ ਕੀ ਕੀਤਾ, ਕੋਈ ਸਕੀਮ ਲਗਾਈ, ਸਕੀਮ ਲਗਾ ਕੇ ਇਹਨਾਂ ਦੇ ਹੌਲੀ ਹੌਲੀ ਬੰਦੇ ਪੱਟ ਲਏ, ਹਨਾ। ਬੰਦੇ ਪੱਟਣਾ ਵਿਧਾਨ ਸਭਾ 'ਚ ਇਹੀ ਹੁੰਦਾ, ਮਤਲਬ ਜਿਹੜੇ ਹੈ ਨਾ ਵਿਧਾਇਕ ਜਾਂ MP ਇਸ ਤਰ੍ਹਾਂ ਚੱਲਦੇ ਹੈ। ਸੋ ਜਿਵੇਂ ਹੈ ਮੰਨ ਲਓ ਇਹਨਾਂ ਨੇ ਕੀ ਕੀਤਾ, ਇਹਨਾਂ ਦੇ 11%, ਠੀਕ ਹੈ, ਇਧਰੋਂ ਚੱਕ ਲਏ, ਇਹਨਾਂ ਕੋਲੋਂ ਹੋ ਗਏ 101, ਠੀਕ ਹੈ ਜੀ, ਤੇ ਇਹਨਾਂ ਕੋਲੋਂ ਕਿੰਨੇ ਹੋ ਗਏ 99, ਹੋ ਗਏ ਜੀ 99। ਹੁਣ ਕੀ ਹੋਏਗਾ, ਇਹਨਾਂ ਦੀ ਸਰਕਾਰ ਇਹਨਾਂ ਨੂੰ ਕਹਿਣਗੇ ਜੀ ਐ ਕਰੋ, ਗਵਰਨਰ ਸਾਹਿਬ ਨੂੰ ਕਹਿਣਗੇ, ਸਟੇਟ ਦੇ ਵਿੱਚ ਵਿਧਾਨ ਸਭਾ ਦਾ ਇੱਕ ਗਵਰਨਰ ਹੁੰਦਾ ਹੈ, ਕਿਸੇ ਵੀ ਸਟੇਟ ਦਾ ਗਵਰਨਰ ਹੁੰਦਾ ਹੀ ਹੁੰਦਾ ਹੈ ਹਰ ਟਾਈਮ ਤੇ, ਠੀਕ ਹੈ। ਇੱਕ ਬੰਦਾ, 2 ਤੋਂ ਵੱਧ ਸਟੇਟਾਂ ਦਾ ਵੀ ਹੋ ਸਕਦਾ ਹੈ, ਲੇਕਿਨ ਹਰ ਸਟੇਟ ਦਾ ਹਰ ਟਾਈਮ ਇੱਕ ਗਵਰਨਰ ਹੁੰਦਾ ਹੈ, ਜਿਵੇਂ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੀ ਹੁੰਦਾ ਹੈ, ਠੀਕ ਹੈ ਜੀ। ਸੋ ਗਵਰਨਰ ਸਾਹਿਬ ਨੂੰ ਕਹਿਣਗੇ ਸਰ ਜੀ ਕਰਾਓ ਫਲੋਰ ਟੈਸਟ ਕਰਵਾਓ। ਹੁਣ ਫਲੋਰ ਟੈਸਟ ਦਾ ਮਤਲਬ ਹੁੰਦਾ ਹੈ ਕਿ MLA ਦੀ ਗਿਣਤੀ ਕਰਵਾਓ ਜੀ, ਆਹ ਵਾਲੀ ਪਾਰਟੀ ਗਿਣਤੀ ਕਰਵਾਊਗੀ, 99 ਨਿਕਲਣਗੇ, ਗੱਲ ਖਤਮ, ਇਹਨਾਂ ਦੀ ਸਰਕਾਰ ਬਣ ਜਾਏਗੀ। ਹੁਣ ਤੁਸੀਂ ਦੇਖੋ ਇੱਥੇ 101 ਹੋ ਗਏ, ਇੱਥੇ 99 ਹੋ ਗਏ। ਹੁਣ ਘੱਟੋ ਘੱਟ ਕੋਈ 1 ਜਾਂ 2 ਬੰਦਿਆਂ ਦੀ ਇੰਨੀ ਕੁ ਜ਼ਿਆਦਾ ਵੈਲਿਊ ਹੋ ਜਾਏਗੀ
वो कहेंगे जी अस जाने जी, फिर उधर लियाओ 1000 करोड़ रुपया, लियाओ 800 करोड़ रुपया, जो भी है ना, मैं जनरल गल कर रहा, किसी की कोई कटाक्ष नहीं है, वैसे ही जनरली कोई भी एक एग्जाम्पल ले रहे हैं आप, उस तरीके की गल हो सकती है ना। सो इस चीज तो बचन वास्ते, इस चीज तो बचन वास्ते एक कानून लिया गया इंडिया के 1985 तो पहला ऐदा ही हुंदा सी। एक कहावत तुसीं सुनी होएगी, आया राम गया राम। ये आया राम गया राम जी कहावत है ना, ये हरियाणा की विधान सभा के एक विधायक सीगे गया लाल जी, है ना, उन्हां तो ये कहावत शुरू हुई सी, क्योंकि उन्होंने एक दिन दे विच 3 वारी पार्टी बदल ली सी। सवेरे किसी होर पार्टी, उस पार्टी ने आपका बहुमत पेश करता, शाम को किसी होर पार्टी के विच, ठीक है। सो ऐदा भी चीज हो जाती सी। फिर इनू रोकिया किवें जावे? इनू रोकण वास्ते, हुण ध्यान नाल गल सुनना, इनू रोकण वास्ते 1985 दे विच 1985 ਦੇ ਵਿੱਚ 52nd ਅਮੈਂਡਮੈਂਟ ਕੀਤਾ ਗਿਆ। 52nd ਅਮੈਂਡਮੈਂਟ ਕੀਤਾ ਗਿਆ ਦੋਸਤੋ ਕਨਸਟੀਟਿਊਸ਼ਨ ਦੇ ਵਿੱਚ, ਤੇ 52nd ਅਮੈਂਡਮੈਂਟ ਕਰਕੇ ਜਿਹੜਾ ਹੈ ਉਹ 10th ਸ਼ੈਡਿਊਲ ਨੂੰ ਐਡ ਕੀਤਾ ਗਿਆ। 10th ਸ਼ੈਡਿਊਲ ਐਡ ਕੀਤਾ ਗਿਆ। ਓਕੇ ਹੈ ਜੀ। ਸੋ ਉਸ 10th ਸ਼ੈਡਿਊਲ ਦੇ ਵਿੱਚ ਕੀ ਕਿਹਾ ਗਿਆ, ਕੀ ਕੀਤਾ ਗਿਆ ਕਿ ਅਗਰ ਐਦਾਂ ਕੋਈ ਵਿਧਾਇਕ ਜਾਂ ਕੋਈ ਐਮਪੀ, ਮੈਂ ਐਗਜ਼ਾਮਪਲ ਵਿਧਾਨ ਸਭਾ ਦਾ ਲਿੱਤਾ ਹੈ, ਤੁਸੀਂ ਇਹਨੂੰ ਸੇਮ ਚੀਜ਼ ਪਾਰਲੀਮੈਂਟ 'ਚ ਵੀ ਲਗਾ ਸਕਦੇ ਹੋ, ठीक है। अगर ऐदा कोई विधायक या कोई एमपी इस तरह आप चुनाव तो बाद आपकी पार्टी बदलेगा तो उनकी सदस्यता, उनकी मैंबरशिप रद्द कर दी जाऊगी। उनकी मैंबरशिप की कर दी जाऊगी? कैंसल कर दी जाऊगी। तो कौन करेगा उनकी मैंबरशिप कैंसल? कौन करेगा? वो करेगा उसे सदन का अध्यक्ष, जिवें कि विधान सभा का, अगर विधान सभा है तो उनका स्पीकर, इसी तरह लोक सभा है तो लोक सभा का स्पीकर, ठीक है। स्पीकर, अगर स्पीकर अवेलेबल नहीं है तो डिप्टी स्पीकर। ओके है जी, ये चीज हैगी है। हुण उस तो बाद तुसीं देखो फिर की किया गया, लेकिन इहदे विच एक कंडीशन लगाई गई। एक कंडीशन की लगाई गई? कंडीशन ये लगाई गई कि अगर एक पार्टी दे, अगर तो 2-4 MLA ने पार्टी चेंज की है तो सदस्यता रद्द हो जूगी, लेकिन अगर पार्टी दे 1/3 मैंबर, पार्टी दे 1/3 मैंबर जिहड़े है वो अगर दूजी पार्टी दे विच चले जाण तो उन्होंने सदस्यता रद्द नहीं होएगी। हुण थोड़े चो कई कलाकार ये कहेंगे भी नहीं सर अस 2/3 पढ़िया है, उन्होंने वास्ते मैं कहूँगा एक बार रुक जाओ। 1/3 मैंबर अगर चले जान, जिवें कि फॉर एग्जाम्पल अगर एस ओपोजिशन दे विच या दूजे पासे मान लो इत्थे 120 मैंबर सीगे, मान लो 120 मैंबर सी, तो अगर 40 मैंबर दूजे पासे चले जान तो उन्होंने सदस्यता जिहड़ी रद्द है, मैंबरशिप जिहड़ी रद्द है वो नहीं होगी। ये चीज की गई 1985 दे विच। लेकिन जिहड़ी पार्टी पहला 11 MLA या 10 MLA इन्ने खरीद रही सी, वो कहते कोई गल नहीं, खर्चा होर सही, आप 30 MLA खरीद लेने, आप 40 खरीद लेने, 1/3 ते भी गल जिहड़ी है वो बनी नहीं सीगी। सो आफ्टर दैट ईयर 2003 दे विच इहनूं 1/3 नूं कर दिता गया सी 2/3। 2/3 मैंबर अगर दूजी पार्टी दे विच जाणगे तां सदस्यता जिहड़ी रद्द है वो नहीं होएगी। ये चीज याद रखना। हुण एक होर केस इंडिया दे विच तुसीं कॉन्स्टिट्यूशन जो पढ़ते हो, पॉलिटी पढ़ते हो, तो कुछ इंपोर्टेंट केसिस तुसीं पढ़ने होंदे है ना, वो इंपोर्टेंट केसिस, क्योंकि जिहड़ी जिहदे विच लैंडमार्क जजमेंट होईयां वो केसिस तुहानूं पढ़ने जरूरी होंदे है। उहदे विच एक बहुत इंपोर्टेंट केस ये होया जिथे मैं तुहानूं कहा ना कि जिहड़ी मैंबरशिप है उहनूं रद्द कौन करेगा? उहनूं रद्द करेगा स्पीकर। ते एक्ट दे विच लिखिया गया, इस एक्ट दे विच ये लिखिया गया कि स्पीकर दा डिसीजन, स्पीकर का डिसीजन सर्वमान्य होगा, उन्होंने चैलेंज नहीं किया जा सकता। बट दोस्तों ये चीज एक होर अगली न्यूज़ है जी ऐसे चीज नाल रिलेटेड है, वो न्यूज़ दे विच रही कियोतो होलोहर्न जजमेंट। कियोतो होलोहर्न जजमेंट, ये जजमेंट की सीगी दोस्तों? ये सीगी नागालैंड दे एक विधायक सीगे कियोतो होलोहर्न, उन्होंने नाम सीगा कियोतो होलोहर्न, नागालैंड दे विधायक सीगे। वो 1992 दे विच दा डिसीजन आया सीगा। वो इस चीज ते उन्हां नूं ये चीज पसंद नहीं आई, वो चले गए सुप्रीम कोर्ट। सुप्रीम कोर्ट दे विच जाके कहंदे भी जज साहब अस तां कॉन्स्टिट्यूशन दे विच ये पढ़िया है कि सब तो वड्डी अदालत है सुप्रीम कोर्ट, लेकिन अगर स्पीकर का जिहड़ा डिसीजन है उन्होंने चैलेंज नहीं किया जा सकता, इट मीनस कि किसी भी विधान सभा का या लोक सभा का जिहड़ा स्पीकर है वो सुप्रीम कोर्ट तो भी ऊपर हो गया, तो सुप्रीम कोर्ट को लग्या भी ये तो साडी ईगो हर्ट होगी, है ना। चलो जनरल वैसे हल्की गल है। उन्होंने की जजमेंट दी? उन्होंने जजमेंट ये दी कि स्पीकर का जिहड़ा डिसीजन है ना उन्होंने चैलेंज किया जा सकता है। तां करके महाराष्ट्र क्राइसिस दे विच कियोतो होलोहर्न की गल भी की जा रही सीगी भी कल नूं स्पीकर साहब, वैसा महाराष्ट्र असैंबली दे विच 288 सीटां हैगियां, ठीक है, एंड उहदे विच इस टाइम स्पीकर अवेलेबल नहीं है क्योंकि एक दा देहांत हो गया सी। 287 सीटां, 287 विधायक इस टाइम हैगे है, स्पीकर अवेलेबल नहीं है, उन्होंने जगह ते जिहड़े डिप्टी स्पीकर है वो सारा कुछ संभाल रहे हैं।
ओके है जी। सो ये जी जजमेंट है ये भी तुसी प्रॉपर तरीके नाल ध्यान च रखनी है। ओके है, ठीक है। ये सारी जी है एंड जो मैं तुहानू दल बदल कानून कह रहा वो है एंटी डिफेक्शन लॉ। एंटी डिफेक्शन लॉ जोड़ा कि 10th जोड़ा है वो है आ देखो जो मैं तुहानू दस्सिया कि पहला 1985 एक्ट दे विच 1/3 जिहड़े है वो अगर मैंबर छड्डदे सीगे तां वो डिसकुआलीफाई नहीं हुंदे सीगे, बट 2003 दे विच जिहड़ा है वो 1/3 नू की कर दिता गया 2/3 जिहड़ा है वो कर दिता। समझ गए जी। आई होप तुसी वधिया तरीके नाल जिहड़ी है ये सारी चीज समझ गए होंगे। 10th शेड्यूल की कहंदा है ये मैं सारा कुछ तुहानू बोल के भी दसता ते इत्थे सारी चीज जिहड़ी है वो अवेलेबल हैगी है जिथों तुसी पढ़ सकते हो। उस बाद जिहड़े नोट्स बनाने हैं वो सारी चीज नोट्स बना सकते हो। ओके है जी। अगे चलते हैं, अगे आप चलते हैं दोस्तों स्टेट सीन न्यूज़ से। तो अगला सैगमेंट है अपना किहड़ियां-किहड़ियां स्टेटां न्यूज़ दे विच है। स्टेट सीन न्यूज़ दी अगर मैं गल करां तां उहदे च आपां अज गल करांगे पंजाब स्टेट दी, अपनी स्टेट पंजाब स्टेट दी आपां गल करांगे क्योंकि पंजाब दियां 3 न्यूज़ जिहड़ियां है वो पिछले दिनां दे विच पिछले 4-5 दिनां दे विच जो जिहड़ियां है वो फ्लो कर रहीआं सी या ज़्यादा मार्केट दे विच चल रहीआं सीगीआं। सो उन्हां तीनां न्यूज़ बारे आपां गल करांगे क्योंकि पंजाब दे अगर आपां एग्जाम देने हैं तां पंजाब दी कोई न्यूज़ आपां छड्डनी नहीं है। सो जिहड़ा तुसीं कहंदे हो ना कि पंजाब दे करंट अफेयर अपने वो भी नाल-नाल बिल्कुल होंदे रहणगे लैक्चर दे विच। सो पंजाब स्टेट की गल करिए तो एक तो इंपोर्टेंट सीगा पंजाब का बजट क्योंकि 24 जून तो सैशन शुरू होया सीगा ते तकरीबन 27 जून के करीब जिहड़ा है वो पंजाब सरकार ने आम आदमी पार्टी की सरकार ने जिहड़ा है वो बजट पेश किया 1,55,860 करोड़ का यह बजट सीगा। पंजाब स्टेट का यह पहला पेपरलैस बजट सीगा ते सरकार के अकॉर्डिंग उन्होंने 21 लाख रुपया जिहड़ा है वो साल का या पर एनम जिहड़ा है वो बचाया है ताकि जिहड़ा है उन्होंने पेपरलैस बजट करन नाल, ठीक है। बट उनके नाल ये भी है कि पंजाब के उपर हजे भी जिहड़ा आउटस्टैंडिंग डेब्ट जिहड़ा उधार है जिहड़ी अपने ते जिहड़ा आपां कह दिंदे कि कर्जा है वो 2.63 लाख करोड़ का है। 3 लाख करोड़ के नेड़े सीगा 2.63 लाख करोड़ का कर्जा है। हरपाल चीमा जी जिहड़े कि फाइनेंस मंत्री है उन्होंने बजट पेश किया, मेन फोकस किया एजुकेशन, हैल्थ, एग्रीकल्चर ते पुलिस की मॉडर्नाइजेशन ते। कुछ जिहड़ियां मेन चीज़ां है जिवें कि 100 स्कूल कहे गए कि स्कूल ऑफ एमीनेंस बनावांगे। क्वेश्चन बन सकता है कि कितने स्कूल बनाए जाएंगे स्कूल ऑफ एमीनेंस 100 स्कूल। साइबर क्राइम का कंट्रोल यूनिट जिहड़ा है वो किया जाएगा। पटियाला ते फरीदकोट दे विच नवें मैडिकल हब बनाए जाएंगे। ये सारियां चीज़ां जिहड़ियां है ये ज़्यादा न्यूज़ दे विच सीगा, होर कोई खास चीज़ है नहीं सीगी। आ चीज़ तुसीं बाद जो तुहानूं PDF मिलूगी उन्होंने जूम करके थोड़ा जिहा पढ़ लेना। ये दैनिक भास्कर ने बहुत वधिया तरीके नाल जिहड़ा है एक्सप्लेन किया सीगा, वो सारी जिहड़ी चीज़ है मैं तुहानूं इत्थे देती। ओके है जी। फिर पंजाब न्यूज़ दे विच एक कारण करके होर सीगा क्योंकि बायपोल होए 23 जून नूं जिहड़ा है वो चुनाव सीगे। उस चुनाव दे विच की सीगे बायपोल की हुंदे है कि अगर कोई MP, ठीक है, बायपोल सीगे पार्लीमेंट दे, है ना। वैसा काफ़ी जगह ते जिवें दिल्ली हो गया या दिल्ली हो गया, त्रिपुरा हो गया, उत्थे विधान सभा की सीट दे विच भी सीगे। बायपोल का ना एक चीज़ याद रखना, अगर आप किसी भी एक एग्जाम्पल ले लो, मान लो आप किसी MP की गल करते हैं मैंबर ऑफ पार्लीमेंट की, वैसे मैंबर ऑफ पार्लीमेंट का कार्यकाल कितना होंदा है 5 साल होंदा है। लेकिन जो बायपोल होंगे है ना तो वो ये जरूरी नहीं है कि वो 5 साल ਲਈ होंगे है, वो ਜਦੋਂ तक अगली पार्लीमेंट के ਜਿਹੜੇ है MP ਦੇ ਵੋਟਾਂ नहीं ਹੁੰਦੀਆਂ ਜਿਹੜੀਆਂ ਕੇਂਦਰ ਸਰਕਾਰ ਦੇ, ਜਿਵੇਂ ਫੋਰ ਐਗਜ਼ਾਮਪਲ 2019 ਚ ਹੋਈਆਂ ਸੀ ਤਾਂ ਹੁਣ 2024 ਚ ਹੋਣਗੀਆਂ ਨਾ, ਤਾਂ ਅਗਰ ਮੰਨ ਲਓ ਜਿਹੜੇ ਵੀ ਹੁਣ ਬਾयपोल ਦੇ ਵਿੱਚ ਜਿੱਤੇ ਹੈ ਉਹ 2024 ਤੱਕ MP ਬਣੇ ਹੈ। वो ये नहीं कह सकते भी नहीं जी अस हले 2022 ਦੇ ਵਿੱਚ बने तो 2027 तक जिहड़ा है वो असीं MP रवांगे, ऐदा नहीं है। लोक सभा भंग हो जाती होंदी है, राज्य सभा कदे भंग नहीं होती, ठीक है। सो तां करके विधान सभा लोक सभा ये भंग हो जाती होंदी है जो टोटल 5 साल पूरे हो जाते हैं। सो बायपोल की ये चीज़ तुसीं याद रखनी है। पंजाब न्यूज़ दे विच सीगा क्योंकि पंजाब के संगरूर कॉन्स्टिट्यूएंसी के मैंबर ऑफ पार्लीमेंट सीगे भगवंत मान जी, जिन्हां ने ऐसे ईयर ही जिहड़ा है वो CM पद की शपथ लीती, तो उस नाल की है कि उन्होंने MP की पोस्ट तो रिजाइन करना पिया, तो उन्हां दी जगह के उपर ही नवा MP चुनन वास्ते बायपोल्स होए। तो उन्हां बायपोल्स दे विच शिरोमणी अकाली दल अमृतसर, ठीक है, उन्हां दे पार्टी के प्रधान सिमरजीत सिंह मान, सरदार सिमरजीत सिंह मान जिहड़े है वो मैंबर ऑफ पार्लीमेंट बने संगरूर तो, उस करके जिहड़े है ये न्यूज़ दे विच सीगे। फिर तीसरी जिहड़ी न्यूज़ है पंजाब दी वो थोड़े सारे के इंटरस्ट की भी होएगी, तुसीं सारिਆਂ ने वो सॉन्ग भी सुनिया होएगा। सो अज मैं तुहानूं इस चीज़ तो यह भी दसूँगा भी किस तरीके नाल आपां जिहड़ा है जिहड़ियां अपने, क्योंकि मैं हमेशा कहना जनरल नॉलेज या जनरल अवेयरनैस अपने आसे पासे ही है, सारी आसे पासे हैगी है जनरल अवेयरनैस।
ਆਪਾਂ ਇਹ ਦੇਖਣਾ ਹੈ ਵੀ ਆਪਾਂ ਉਸ ਚੀਜ਼ ਨੂੰ ਸਿਰਫ ਫਨ ਵਾਸਤੇ ਯੂਜ਼ ਕਰਨਾ ਹੈ ਜਾਂ ਹਰ ਚੀਜ਼ ਚੋਂ ਨੌਲੇਜ ਇਕੱਠੀ ਕਰਨੀ ਹੈ। फॉर एग्जाम्पल मैं गल कर रहा सिद्धू मूसेवाला जी, दिवंगत सिद्धू मूसेवाला जी, ठीक है। सो मतलब एक कोइंसीडेंस है कि एक महीना पहला ਆਪਾਂ 31 ਮਈ ਨੂੰ ਜਿਹੜਾ ਲੈਕਚਰ ਲਿੱਤਾ ਸੀਗਾ ਉਹਦੇ ਵਿੱਚ ਵੀ ਆਪਾਂ ਉਹਨਾਂ ਦੀ ਗੱਲ ਕੀਤੀ ਸੀ। ਉਦੋਂ ਆਪਾਂ ਗੱਲ ਕਰ ਰਹੇ ਸੀ ਕਿਉਂਕਿ ਉਹਨਾਂ ਦੀ 29/5 ਨੂੰ ਉਹਨਾਂ ਦੀ ਜਿਹੜੀ ਹੱਤਿਆ ਹੋਈ ਸੀਗੀ, ਆਪਾਂ ਉਸ ਬਾਰੇ ਗੱਲ ਕਰ ਰਹੇ ਸੀਗੇ। ਅੱਜ ਜਦੋਂ ਆਪਾਂ ਮਹੀਨੇ ਬਾਅਦ ਗੱਲ ਕਰ ਰਹੇ ਹਾਂ ਤਾਂ ਵੀ ਉਹਨਾਂ ਦੀ ਇੱਕ ਨਿਊਜ਼ ਜਿਹੜੀ ਹੈ ਉਹ ਹੈਗੀ ਹੈ। ਉਹ ਨਿਊਜ਼ ਕੀ ਹੈ? ਨਿਊਜ਼ ਹੈ ਸਿੱਧੂ ਮੂਸੇਵਾਲਾ ਜਿਹੜਾ ਹੈ ਉਹਨਾਂ ਦੇ ਇੱਕ ਨਵਾਂ Song SYL। ਸੋ ਆਈ ਹੋਪ ਤੁਸੀਂ ਸੁਣਿਆ ਹੀ ਹੋਏਗਾ, ਹਨਾ। ਹੁਣ ਤਾਂ ਵੈਸੇ ਉਹਨੂੰ ਬੈਨ ਕਰਤਾ, ਸੋ ਸਰਚ ਕਰਨ ਦੀ ਵੀ ਜਿਹੜੀ ਹੈ ਨਾ ਹੀ ਕਰਨਾ ਕੋਸ਼ਿਸ਼, ਜਿਹੜਾ ਹੈ ਉਹ ਜਾਂ ਜਿਵੇਂ ਵੀ ਅਲੱਗ-ਅਲੱਗ ਚੈਨਲਾਂ ਤੇ ਚੱਲ ਰਿਹਾ ਹੋਏਗਾ ਉਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ, ਲੇਕਿਨ ਜਿਸ ਦਿਨ ਆਇਆ ਸੀਗਾ ਉਸ ਦਿਨ ਸੁਣ ਰਹੇ ਸੀਗੇ ਤਾਂ ਉਹ ਸੀਗਾ SYL ਦੇ ਉੱਪਰ ਉਹਨਾਂ ਨੇ ਇੱਕ ਗੀਤ ਗਾਇਆ। ਉਹ ਗੀਤ 3-4 ਦਿਨ ਤੱਕ ਚੱਲਦਾ ਰਿਹਾ, ਲੋਕਾਂ ਨੇ ਸ਼ੇਅਰ ਵੀ ਬਹੁਤ ਕੀਤਾ, ਉਹਦੀ ਵਰਡਿੰਗ ਵੀ ਬਹੁਤ ਸ਼ੇਅਰ ਕੀਤੀਆਂ, ਬਟ ਬਾਅਦ 'ਚ ਉਹਨੇ ਗਵਰਨਮੈਂਟ ਨੇ ਕੀ ਕੀਤਾ, ਸੈਂਟਰ ਗਵਰਨਮੈਂਟ ਨੇ ਖਾਸ ਕਰਕੇ YouTube ਨੂੰ ਕਹਿ ਕੇ ਇੰਡੀਆ ਦੇ ਵਿੱਚ ਉਹ ਗਾਣਾ ਬੈਨ ਕਰਵਾਤਾ। ਹੁਣ ਕੋਈ ਚੀਜ਼ ਜਦੋਂ ਬੈਨ ਹੋ ਜਾਂਦੀ ਹੈ ਜਾਂ ਕੋਈ ਚੀਜ਼ ਬਹੁਤ ਜ਼ਿਆਦਾ ਪੋਪੂਲਰ ਹੋ ਜਾਂਦੀ ਹੈ ਤਾਂ ਉਹਦੇ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਬਟ ਇੱਥੇ ਜਿਹੜੀ ਨੌਲੇਜ ਹੈ ਉਹ ਗਾਣੇ ਦੀ ਨੌਲੇਜ ਨਹੀਂ, ਬਟ ਇੱਥੇ ਜਿਹੜਾ ਮੁੱਦਾ ਗਰਮਾ ਗਿਆ, ਮੁੱਦਾ ਕਿਹੜਾ ਗਰਮਾ ਗਿਆ? SYL, ਸਤਲੁਜ ਯਮੁਨਾ ਲਿੰਕ। ਇਹ ਵੈਸੇ ਮੈਂ ਤੁਹਾਨੂੰ ਅੱਗੇ ਵੀ ਕਰਵਾਇਆ ਹੋਇਆ। ਇਹ ਕਦੋਂ ਕਰਵਾਇਆ ਸੀਗਾ? ਜਦੋਂ ਹਰਿਆਣਾ, ਪਹਿਲਾਂ ਪੰਜਾਬ ਨੇ ਮਤਾ ਪਾਸ ਕੀਤਾ ਸੀ, ਫਿਰ ਹਰਿਆਣਾ ਨੇ ਮਤਾ ਪਾਸ ਕੀਤਾ ਸੀਗਾ। ਤੁਹਾਨੂੰ ਯਾਦ ਹੋਏਗਾ ਇਹ ਮਈ ਮਹੀਨੇ ਦੀ ਗੱਲ ਹੈਗੀ ਹੈ, ਉਦੋਂ ਵੀ ਆਪਾਂ ਇਹ ਡਿਸਕਸ ਕੀਤਾ ਸੀ। ਲੇਕਿਨ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਰਿਵਾਈਜ਼ ਕਰਵਾਉਂਗਾ ਕਿ ਸਤਲੁਜ ਯਮੁਨਾ ਲਿੰਕ ਜਿਹੜਾ ਹੈ ਉਹ ਹੈ ਕੀ। ਤੁਸੀਂ ਸਾਰੇ ਮਤਲਬ ਗਾਣਾ ਵੀ ਸੁਣ ਲਿਆ ਹੋਏਗਾ ਜਾਂ ਕਾਫੀ ਇੱਕ ਕਿਉਰਿਓਸਿਟੀ ਵੀ ਹੋਏਗੀ ਵੀ ਇਹ ਨਹਿਰ ਦਾ ਸਾਨੂੰ ਅੱਜ ਤੱਕ ਸਮਝ ਨਹੀਂ ਆਇਆ ਵੀ ਇਹ ਕੀ ਚੀਜ਼ ਹੈ। ਤਾਂ ਅੱਜ ਆਪਾਂ ਪੂਰੀ ਟਾਈਮ ਲਾਈਨ ਦੇ ਨਾਲ ਪੜਾਂਗੇ ਵੀ SYL ਦਾ ਮੁੱਦਾ ਕੀ ਹੈ, ਠੀਕ ਹੈ। ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ, ਜਿਹੜਾ ਮੈਂ ਹੁਣ ਤੱਕ ਬੋਲ ਕੇ ਦੱਸਿਆ ਕਿ ਇੱਕ ਤਾਂ YouTube ਤੇ ਜਿਹੜਾ ਉਹ ਚੈਨਲ ਹੈ ਉਹਦੇ ਤੇ ਬੈਨ ਲਗਾਇਆ ਗਿਆ, ਨਾਲ ਹੀ ਕਿਸਾਨ ਅੰਦੋਲਨ ਦੇ ਟਾਈਮ ਕੁਝ ਟਵਿੱਟਰ ਅਕਾਊਂਟ ਬਣੇ ਸੀਗੇ, ਕਿਸਾਨ ਏਕਤਾ ਮੋਰਚਾ, ਟਰੈਕਟਰ ਟੂ ਟਵਿੱਟਰ, ਇਹਨਾਂ ਅਕਾਊਂਟਸ ਨੂੰ ਵੀ ਜਿਹੜਾ ਹੈ ਉਹ ਬੈਨ ਕੀਤਾ ਗਿਆ। ਇਹ Song ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ YouTube ਦੀ ਫਸਟ ਜਿਹੜੀ ਹੈ ਉਹ ਸਕਰੀਨ ਸੀਗੀ, ਹੈ ਨਾ। ਐਂਡ ਇੱਥੇ ਇਹ ਕੁਝ ਵੈਸੇ ਨਹੀਂ, ਮੈਨੂੰ ਪਤਾ ਤੁਸੀਂ ਐਸੀ ਨੂੰ ਸਟੇਜ ਨਹੀਂ ਮੰਨੋਗੇ ਕਿ ਕਈ ਜਿਹੜੇ ਇਹ ਵੀ ਮੰਨ ਸਕਦੇ ਆ ਕਿ ਸਰ ਇਹਨਾਂ ਦੀ ਡੈਥ ਤੋਂ ਬਾਅਦ ਗਾਣਾ ਕਿਵੇਂ ਆ ਗਿਆ। ਤਾਂ ਸਿੰਗਰ ਜਿਹੜੇ ਹੁੰਦੇ ਆ, ਸਿੰਗਰ ਕਾਫੀ ਜਿਹੜੇ ਗਾਣੇ ਹੈ ਉਹ ਪਹਿਲਾਂ ਹੀ ਬਣਾ ਕੇ ਰੱਖਦੇ ਆ, ਉਹਨਾਂ ਦੀ ਬਾਅਦ ਕੋਈ ਮਿਕਸਿੰਗ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੀਆਂ ਹੈ ਉਹ ਆਫਟਰਵਰਡਸ ਹੁੰਦੀਆਂ ਰਹਿੰਦੀਆਂ, ਤਾਂ ਕਰਕੇ ਜਿਹੜਾ ਹੈ ਉਹ ਕਈ ਵਾਰੀ ਬਾਅਦ 'ਚ ਵੀ ਰਿਲੀਜ਼ ਹੁੰਦੀ ਹੈ। ਇਹਨਾਂ ਬਾਰੇ ਤਾਂ ਇਹ ਵੀ ਕਿਹਾ ਜਾ ਰਿਹਾ ਵੀ ਇਹਨਾਂ ਨੇ ਹੋਰ ਵੀ ਕਾਫੀ ਜਿਹੜੇ ਗਾਣੇ ਹੈ ਉਹ ਇਸ ਤਰ੍ਹਾਂ ਗਾ ਕੇ ਰੱਖੇ ਸੀਗੇ। ਚਲੋ ਗੱਲ ਕਰਦੇ ਆ ਜੀ। ਚਲੋ ਇਹ ਬੈਨ ਵਾਲੀ ਗੱਲ ਤਾਂ ਹੋਏਗੀ। ਹੁਣ ਗੱਲ ਕੀ ਹੈ ਕਿ ਇਹ SYL ਹੈ ਕੀ? ਸਤਲੁਜ ਯਮੁਨਾ ਲਿੰਕ ਨਹਿਰ ਤੇ ਕਾਹਦਾ ਵਿਵਾਦ ਹੈ? ਇਹ ਕੀ ਚੀਜ਼ ਹੈਗੀ ਹੈ? ਇਹ ਦੋਸਤੋ SYL ਕੀ ਹੈ? ਫੁੱਲ ਫਾਰਮ ਤੁਹਾਨੂੰ ਪਤਾ ਲੱਗ ਹੀ ਗਈ, ਸਤਲੁਜ ਯਮੁਨਾ ਲਿੰਕ। ਇਹ 214 ਕਿਲੋਮੀਟਰ ਲੰਬੀ ਇੱਕ ਨਹਿਰ ਹੈਗੀ ਹੈ, ਠੀਕ ਹੈ। ਕੀ ਇਹ ਨਹਿਰ ਬਣ ਚੁੱਕੀ ਹੈ? ਕਾਹਦੇ ਵਾਸਤੇ ਹੈ? ਸਾਰੀ ਗੱਲਬਾਤ ਆਪਾਂ ਹੁਣੇ ਕਰਾਂਗੇ। ਇਹ ਹੈ ਮੈਪ। ਅਗਰ ਆਪਾਂ ਟੌਪ ਵਿਊ ਦੇਖੀਏ ਤਾਂ ਪੰਜਾਬ ਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਆ ਜਾਂਦਾ ਹੈ, ਠੀਕ ਹੈ। ਸੋ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ। ਮੈਪ ਤੇ ਆਪਾਂ ਦੁਬਾਰਾ ਵੀ ਆ ਜਾਾਂਗੇ, ਲੇਕਿਨ ਤੁਹਾਨੂੰ ਮੈਪ ਤੋਂ ਬਿਨਾਂ ਹੀ ਸਾਰੀ ਚੀਜ਼ ਮੈਂ ਬੜੇ ਆਰਾਮ ਨਾਲ ਜਿਹੜੀ ਹੈ ਉਹ ਸਮਝਾ ਦੂੰਗਾ। ਦੇਖੋ ਹੋਇਆ ਕੀ, ਆਪਾਂ ਇਹਨੂੰ ਪੂਰਾ ਸਟੋਰੀ ਤਰ੍ਹਾਂ ਸਮਝਦੇ ਹਾਂ। ਕੱਲ ਨੂੰ ਤੁਹਾਨੂੰ ਕਿਸੇ ਨੂੰ ਦੱਸਣਾ ਵੀ ਪਵੇ ਤਾਂ ਦੱਸਿਓ, ਤਾਂ ਕਿ ਤੁਹਾਨੂੰ ਰਿਵਾਈਜ਼ ਵੀ ਹੋ ਜਾਏਗਾ। ਦੇਖੋ ਕੀ ਹੋਇਆ, 1960 ਆਪਾਂ ਹਮੇਸ਼ਾ ਪੜ੍ਹਦੇ ਹਾਂ, ਤੁਹਾਡੇ ਕੁਐਸਚਨ ਵੀ ਆ ਸਕਦਾ ਐਗਜ਼ਾਮ ਦੇ ਵਿੱਚ ਕਿ ਇੰਡਸ ਰਿਵਰ, ਇੰਡੀਆ ਤੇ ਪਾਕਿਸਤਾਨ ਦੇ ਵਿੱਚ ਇੰਡਸ ਰਿਵਰ ਦਾ ਜਿਹੜਾ ਇੱਕ ਆਪਸ ਵਿੱਚ ਜਿਹੜਾ ਗਠਬੰਧਨ ਹੋਇਆ ਸੀਗਾ ਜਾਂ ਇੱਕ ਜਿਹੜਾ ਹੈ ਉਹ ਪੈਕਟ ਸਾਈਨ ਹੋਇਆ ਸੀ, ਉਹ ਕਿਹੜੇ ਸਾਲ ਹੋਇਆ ਸੀ? ਉਹ ਹੋਇਆ ਸੀ 1960 ਦੇ ਵਿੱਚ, ਠੀਕ ਹੈ। 1960 ਦੇ ਵਿੱਚ ਰਿਵਰ ਜਿਹੜੀ ਸੰਧੀ ਹੋਈ ਸੀਗੀ, ਸਿੰਧੂ ਜਿਹੜੀ ਸੰਧੀ ਹੋਈ ਸੀਗੀ ਉਹ ਹੋਈ ਸੀ 1960 ਦੇ ਵਿੱਚ। ਉਹਦੇ ਵਿੱਚ ਕੀ ਹੋਇਆ ਸੀਗਾ ਉਹ ਤਾਂ ਤੁਹਾਨੂੰ ਯਾਦ ਹੀ ਹੋਏਗਾ ਨਾ ਸਾਰਾ ਕੁਝ। RBS ਆਪਣੇ ਕੋਲੋਂ ਆ ਗਿਆ ਸੀ, ਨੀਚੇ ਵਾਲੀਆਂ ਨਦੀਆਂ RBS, ਰਾਵੀ, ਬਿਆਸ, ਸਤਲੁਜ। ਤੇ ਪੰਜਾਬ ਨੂੰ 3 ਹਿੱਸਿਆਂ 'ਚ ਆਪਾਂ ਡਿਵਾਈਡ ਕਰਦੇ ਆ ਨਾ, ਯਾਨੀ ਕਿ ਮੈਪ ਦੇ ਅਕੋਰਡਿੰਗ। R ਤੇ B ਦੇ ਵਿਚਾਲੇ ਕੀ ਹੈ? ਮਾਝਾ। B ਤੇ S ਵਿਚਾਲੇ ਕੀ ਹੈ? ਦੁਆਬਾ। ਤੇ S ਤੋਂ ਥੱਲੇ ਕੀ ਹੈ? ਮਾਲਵਾ, ਠੀਕ ਹੈ। ਸੋ RBS ਯਾਦ ਰੱਖਣਾ ਹੁੰਦਾ ਹੈ, ਰਾਵੀ, ਬਿਆਸ ਤੇ ਸਤਲੁਜ, ਓਕੇ। ਉੱਪਰ ਵਾਲੀਆਂ ਜਿਹੜੀਆਂ ਨਦੀਆਂ ਸੀਗੀਆਂ, ਉੱਪਰ ਜਿਹੜਾ ਹੈ ਉਹ ਇੰਡਸ ਰਿਵਰ, झेलम ਤੇ ਚਿਨਾਬ, ਠੀਕ ਹੈ ਜੀ। झेलम ਤੇ ਚਿਨਾਬ। ਮੈਂ ਹਮੇਸ਼ਾ ਕਈ ਵਾਰੀ ਗੱਲ ਕਰਦਾ ਹੁੰਨਾ ਕਿ ਹਰਜੀਤ ਹਰਮਨ ਦਾ ਇੱਕ ਗਾਣਾ ਸੀਗਾ, ਸਾਡੇ ਵਿੱਚ ਸਰਹੱਦ ਖਿੱਚਦੀ ਰਾਵੀ ਤੇ ਚਿਨਾਬ ਦੀ ਤਰ੍ਹਾਂ। ਸੋ ਰਾਵੀ ਤੇ ਚਿਨਾਬ, ਇੱਥੇ ਇੰਡੀਆ ਤੇ ਪਾਕਿਸਤਾਨ ਜਿਹੜਾ ਹੈ ਉਹ ਬਣ ਗਿਆ ਸੀਗਾ, ਓਕੇ। ਰਾਵੀ ਤੇ ਚਿਨਾਬ ਦੀ ਤਰ੍ਹਾਂ। ਸੋ ਹੋਇਆ, ਉਸ ਤੋਂ ਬਾਅਦ ਕੀ ਹੋਇਆ, ਆ 3 ਨਦੀਆਂ ਦਾ ਪਾਣੀ ਯੂਜ਼ ਕਰਨਗੇ ਪਾਕਿਸਤਾਨ ਵਾਲੇ, ਨੀਚੇ ਵਾਲੀਆਂ 3 ਨਦੀਆਂ ਦਾ ਪਾਣੀ ਜਿਹੜਾ ਹੈ ਉਹ ਯੂਜ਼ ਕਰੇਗਾ ਇੰਡੀਆ। ਇਹ ਚੀਜ਼ ਜਿਹੜਾ ਹੈ ਇਹ ਸੰਧੀ ਦੇ ਵਿੱਚ ਹੋ ਗਿਆ ਸੀ। ਕਦੋਂ ਹੋਈ ਸੀ ਉਹ ਸੰਧੀ? 1960 ਦੇ ਵਿੱਚ। ਰਾਵੀ, ਬਿਆਸ, ਸਤਲੁਜ, RBS, ਇਹ ਤਿੰਨੋਂ ਜਿਹੜਾ ਹੈ
फ्री ते अनरिस्ट्रिक्टेड जिहड़ा यूज है ਉਹਨੂੰ परमिट जिहड़ी है वो इंडिया ਨੂੰ मिल गया ਸੀगा। ਹੁਣ अगर ਤੁਸੀਂ ਹਰੀਕੇ ਪਤਨ ਗਏ ਵੀ ਹੋਗੇ, ਹਰੀਕੇ ਪਤਨ ਤੁਸੀਂ ਗਏ ਹੋ ਤਰਨਤਾਰਨ ਦੇ ਕੋਲੋਂ, ਉੱਥੇ ਦੋ ਨਦੀਆਂ ਆਪਸ ਵਿੱਚ ਮਿਲਦੀਆਂ, ਠੀਕ ਹੈ। ਉੱਥੇ ਸਤਲੁਜ ਤੇ ਬਿਆਸ ਜਦੋਂ ਆਪਸ ਵਿੱਚ ਮਿਲਦੀਆਂ ਤਾਂ ਕਾਫੀ ਸਾਰਾ ਪਾਣੀ ਨਾ ਕਈ ਵਾਰੀ ਅੱਜ ਕੱਲ ਤਾਂ ਬਹੁਤ ਵੈਸੇ ਘਟ ਗਿਆ, ਲੇਕਿਨ ਕਾਫੀ ਵਾਰੀ ਨਾ ਉਹ ਪਾਣੀ ਨਾ ਪਾਕਿਸਤਾਨ ਕੰਨੀ ਨੂੰ ਛੱਡਣਾ ਪੈਂਦਾ ਹੈ ਹਨਾ, ਵੀ ਪਾਣੀ ਜ਼ਿਆਦਾ ਹੋ ਜਾਂਦਾ ਹੈ, ਸੋ ਪਾਕਿਸਤਾਨ ਨੂੰ ਛੱਡ ਦਿੰਦੇ ਆ। ਇਹ ਵੀ ਇੱਕ ਰੀਜ਼ਨ ਸੀਗਾ ਹਰਿਆਣਾ ਨੂੰ ਪਾਣੀ ਦੇਣ ਦਾ। ਦੂਸਰਾ ਇੱਕ ਰੀਜ਼ਨ ਹੋਰ ਸੀਗਾ 1966, ਤੁਹਾਨੂੰ ਪਤਾ ਹੈ ਪੰਜਾਬ ਤੋਂ ਹਰਿਆਣਾ ਕਦੋਂ ਅਲੱਗ ਹੋਇਆ? 1966 ਦੇ ਵਿੱਚ। ਜਦੋਂ 1966 ਦੇ ਵਿੱਚ ਹਰਿਆਣਾ ਅਲੱਗ ਹੋਇਆ ਤਾਂ ਹਰਿਆਣਾ ਨੇ ਕੀ ਕਿਹਾ, ਹੁਣ ਆਪਾਂ ਲੋਕੇਸ਼ਨ ਤੇ ਆਨੇ ਆ। ਹਰਿਆਣਾ ਨੇ ਕੀ ਕਿਹਾ, ਹਰਿਆਣਾ ਦੇ ਵਿੱਚ ਕੋਈ ਐਜੀ ਨਦੀ ਨਹੀਂ ਹੈ ਯਮੁਨਾ ਨੂੰ ਛੱਡ ਕੇ, ਯਮੁਨਾ ਵੀ ਹਰਿਆਣਾ ਦੀ ਬਾਉਂਡਰੀ ਬਣਾਉਂਦੀ ਹੈ यूपी ਦੇ ਨਾਲ। ਪਰਲੇ ਪਾਸੇ ਸਤਲੁਜ ਨਦੀ, ਸਤਲੁਜ, ਰਾਵੀ, ਬਿਆਸ, ਇਹ ਸਾਰੀ ਪੂਰੀ ਦੀ ਪੂਰੀਆਂ ਪੰਜਾਬ ਦੇ ਵਿੱਚ ਰਹਿ ਗਈਆਂ ਜਾਂ ਪਾਕਿਸਤਾਨ ਕੰਨੀ ਜਾ ਰਹੀਆਂ ਸੀਗੀਆਂ, ਠੀਕ ਹੈ। ਹਰਿਆਣਾ ਦੇ ਵਿਚਕਾਰ ਕੋਈ ਨਦੀ ਨਹੀਂ ਰਹੀ। ਤਾਂ ਹਰਿਆਣਾ ਨੇ ਜਦੋਂ ਪਾਣੀ ਦੀ ਡਿਮਾਂਡ ਕੀਤੀ 1966 ਦੇ ਵਿੱਚ, ਤਾਂ ਉਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਸਤਲੁਜ ਨਦੀ ਦਾ ਪਾਣੀ ਜਿਹੜਾ ਹੈ ਜਾਂ ਸਤਲੁਜ, ਰਾਵੀ, ਬਿਆਸ ਦਾ ਜਿਹੜਾ ਪਾਣੀ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਏਗਾ, ਜੋ ਉੱਥੇ ਉਸ ਟਾਈਮ ਤੇ ਗੱਲ ਹੋਈ। ਫਿਰ ਉਸ ਨਾਲ ਕੀ ਹੋਇਆ ਕਿ ਕੀ ਕੀਤਾ ਜਾਏਗਾ, ਪਾਣੀ ਕਿਵੇਂ ਮਿਲੇਗਾ? ਪਾਣੀ ਇਸ ਤਰੀਕੇ ਨਾਲ ਮਿਲੇਗਾ ਕਿ ਇੱਕ ਪਾਸੇ ਯਮੁਨਾ ਜਾ ਰਹੀ ਹੈ, ਇੱਧਰ ਸਤਲੁਜ ਜਾ ਰਹੀ ਹੈ, ਦੋਨਾਂ ਨੂੰ ਆਪਸ ਵਿੱਚ ਜੋੜਨ ਵਾਸਤੇ ਇੱਕ ਕੈਨਾਲ ਬਣਾਈ ਜਾਏਗੀ। ਕੈਨਾਲ ਮਤਲਬ ਇੱਕ ਛੋਟੀ ਨਹਿਰ ਬਣਾਈ ਜਾਏਗੀ ਜਿਹੜੀ 214 ਕਿਲੋਮੀਟਰ ਲੰਬੀ ਹੋਏਗੀ। 92 ਕਿਲੋਮੀਟਰ ਹਰਿਆਣਾ ਦੇ ਵਿੱਚ ਹੋਏਗੀ, ਠੀਕ ਹੈ, 92, ਤੇ ਬਾਕੀ ਦਾ ਦੇਖ ਲਓ 214 ਜਿਹੜੀ ਤੋਂ ਘਟਾ ਲਓ 92, ਬਾਕੀ ਦਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਉਹ ਨਹਿਰ ਬਣੇਗੀ। ਅੱਗੇ ਕੀ ਹੋਇਆ, ਅੱਗੇ ਚੱਲਦੇ ਹਾਂ। ਹੁਣ ਆਹ ਵਾਲੀ ਸਲਾਈਡ, ਦੋ ਸਲਾਈਡਾਂ ਦੇ ਵਿੱਚ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਏਗਾ। 214 ਕਿਲੋਮੀਟਰ ਲੰਬੀ ਜਿਹੜੀ ਹੈ ਉਹ ਨਹਿਰ ਬਣਾਣੀ ਸੀਗੀ, ਪੰਜਾਬ ਤੇ ਹਰਿਆਣਾ ਦੋਨੋਂ ਰਾਜਾਂ ਨੇ ਇਹ ਬਣਾਣੀ ਸੀਗੀ। 8 ਅਪ੍ਰੈਲ 1982 ਉਸ ਟਾਈਮ ਤੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀਗੇ, ਮੈਡਮ ਇੰਦਰਾ ਗਾਂਧੀ, ਉਹਨਾਂ ਨੇ ਪੰਜਾਬ ਦੇ ਕਪੂਰੀ ਗਾਮ ਦੇ ਵਿੱਚ ਨਹਿਰ ਦੀ ਨੀਂਹ ਰੱਖਤੀ। ਕੰਮ ਹੋਣਾ ਸ਼ੁਰੂ ਹੋ ਗਿਆ, ਬਟ ਬਹੁਤ ਸਾਰੇ ਜਿਹੜੇ ਲੋਕ ਹੈ ਜਾਂ ਬਹੁਤ ਸਾਰੇ ਆਲਮੋਸਟ ਜਿਹੜੇ ਹੈ ਉਹ ਇਸ ਚੀਜ਼ ਤੋਂ ਨਾਰਾਜ਼ ਸੀਗੇ ਕਿ ਇਹ ਪਾਣੀ ਉਧਰ ਨਹੀਂ ਜਾਣਾ ਚਾਹੀਦਾ। ਕਿਉਂ ਨਹੀਂ ਜਾਣਾ ਚਾਹੀਦਾ, ਮੈਂ ਇਹ ਵੀ ਦੱਸ ਦੇਣਾ ਕਿਉਂ ਨਹੀਂ ਜਾਣਾ ਚਾਹੀਦਾ। ਪੰਜਾਬ ਦਾ ਕਥਨ ਹੈ, ਆਪਣੀ ਸਟੇਟ ਦਾ ਕਥਨ ਇਹ ਹੈ ਕਿ ਇਹ ਰਿਪਰਾਈਨ ਪ੍ਰਿੰਸੀਪਲ ਦੇ ਖਿਲਾਫ ਹੈ। ਰਿਪੇਰੀਅਨ ਪ੍ਰਿੰਸੀਪਲ ਕੀ ਕਹਿੰਦਾ ਹੈ ਕਿ ਜਿਹੜੀ ਨਦੀ ਜਿਹੜੀ ਸਟੇਟ ਦੇ ਵਿੱਚ ਬਹਿ ਰਹੀ ਹੈ ਉਸੇ ਤੇ ਉਹਦਾ ਪੂਰਾ ਹੱਕ ਹੈਗਾ ਵੀ। ਇੱਕ ਤਾਂ ਦੇਖੋ ਸਪੈਸ਼ਲ, ਇੱਕ ਤਾਂ ਅਗਰ ਨੈਚੁਰਲ ਹੀ ਉਹ ਹਰਿਆਣਾ ਦੇ ਵਿੱਚੋਂ ਪਾਥ ਬਣਾਉਂਦੀ ਹੁੰਦੀ ਤਾਂ ਗੱਲ ਅਲੱਗ ਸੀਗਾ। ਅਗਰ ਉਹ ਨਦੀਆਂ ਪੰਜਾਬ ਦੇ ਵਿੱਚੋਂ ਹੀ ਬਹਿ ਰਹੀਆਂ ਤਾਂ ਇੱਕ ਸਪੈਸ਼ਲ ਕੈਨਾਲ ਬਣਾ ਕੇ ਪਾਣੀ ਦੇਣ ਤੋਂ ਇਨਕਾਰ ਕੀਤਾ ਜਾਣ ਲੱਗ ਗਿਆ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ, ਇੱਕ ਇਸ ਤਰ੍ਹਾਂ ਦੀ ਘਟਨਾ ਘਟੀ ਕਿ 1990 ਦੇ ਵਿੱਚ ਜਿਹੜਾ ਉਹ ਨਹਿਰ ਦਾ ਕੰਮ ਹੋ ਰਿਹਾ ਸੀਗਾ, ਉਸ ਕੰਮ ਦੇ ਚੀਫ ਇੰਜੀਨੀਅਰ ਤੇ ਇੱਕ ਦੂਸਰੇ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਗਈ। ਉਸ ਤੋਂ ਬਾਅਦ ਬਾਕੀ ਅਧਿਕਾਰੀ ਕਰਮਚਾਰੀਆਂ ਦੇ ਵਿੱਚ ਇੰਨਾ ਡਰ ਬਣਿਆ ਕਿ ਉਹਨਾਂ ਨੇ ਨਹਿਰ ਦਾ ਕੰਮ ਹੀ ਬੰਦ ਕਰਤਾ। ਫਿਰ ਕੀ ਹੋਇਆ, 1999 ਦੇ ਵਿੱਚ ਹਰਿਆਣਾ ਸਰਕਾਰ ਗਈ ਸੁਪਰੀਮ ਕੋਰਟ ਤੇ 2002 ਦੇ ਵਿੱਚ ਪੰਜਾਬ ਨੂੰ ਨਹਿਰ ਬਣਾਉਣ ਦੇ ਆਦੇਸ਼ ਦਿੱਤੇ ਗਏ। ਬਟ ਹੋਇਆ ਕਿ ਉਨੀ ਦੇਰ ਨੂੰ ਹਰਿਆਣਾ ਨੇ ਕੀ ਕੀਤਾ, ਆਪਦੇ ਇੱਥੇ 92 ਕਿਲੋਮੀਟਰ ਜਿਹੜੀ ਲੰਬੀ ਨਹਿਰ ਹੈ ਉਹਦਾ ਨਿਰਮਾਣ ਪੂਰਾ ਕਰਤਾ, ਲੇਕਿਨ ਪੰਜਾਬ ਦੇ ਵਿੱਚ ਉਹ ਨਹਿਰ ਨਹੀਂ ਬਣੀ। ਜਿਹੜੀ ਥੋੜੀ ਬਹੁਤ ਬਣੀ ਹੋਈ ਸੀਗੀ ਉਹ ਹਜੇ ਵੀ ਥੋੜੀ ਬਹੁਤ ਹੀ ਪਈ ਹੈ। ਫਿਰ ਕੀ ਹੋਇਆ, ਪੰਜਾਬ ਨੇ ਕੀ ਕਿਹਾ, ਪੰਜਾਬ ਨੇ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਤੋਂ ਇਨਕਾਰ ਕੀਤਾ ਤੇ ਰਿਵਿਊ ਪੈਟੀਸ਼ਨ ਪਾਤੀ, ਲੇਕਿਨ ਰਿਵਿਊ ਪੈਟੀਸ਼ਨ ਵੀ ਰਿਜੈਕਟ ਹੋ ਗਈ। 2004 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਨਹੀਂ ਬਣਾ ਰਹੀ ਹੈ ਤਾਂ ਕੇਂਦਰੀ ਏਜੰਸੀ CPWD, ਜਿਵੇਂ ਆਪਣਾ PWD ਡਿਪਾਰਟਮੈਂਟ ਹੁੰਦਾ ਹੈ, ਸੈਂਟਰ ਦਾ ਹੁੰਦਾ ਹੈ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ, 2004 ਦੇ ਵਿੱਚ ਕਿਹਾ ਕਿ ਤੁਸੀਂ ਕੰਮ ਨੂੰ ਟੇਕ ਓਵਰ ਕਰੋ। ਲੇਕਿਨ ਹੁਣ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੂੰ ਟੇਕ ਓਵਰ ਨਾ ਦਿੰਦੇ ਹੋਏ 12 ਜੁਲਾਈ 2004 ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਦੋਂ ਤੱਕ ਦੇ ਕੀਤੇ ਹੋਏ ਸਾਰੇ ਜਿਹੜੇ ਸਮਝੌਤੇ ਹੈ ਪਾਣੀ ਸੰਬੰਧੀ ਸਮਝੌਤੇ ਰੱਦ ਕਰਤੇ। ਰਾਸ਼ਟਰਪਤੀ ਨੇ ਜਿਹੜਾ ਆ ਸਮਝੌਤਾ ਰੱਦ ਕੀਤਾ, ਗਵਰਨਰ ਕੋਲੋਂ ਗਿਆ, ਗਵਰਨਰ ਨੇ ਉਹ ਬਿੱਲ ਭੇਜਤਾ ਰਾਸ਼ਟਰਪਤੀ ਕੋਲੋਂ। ਗਵਰਨਰ ਕੋਲੋਂ ਇਹ ਡਿਸਕ੍ਰਿਸ਼ਨਰੀ ਪਾਵਰ ਹੁੰਦੀ ਹੈ ਕਿ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਚੀਜ਼ਾਂ ਪੇਸ਼ ਹੋਈਆਂ ਅਗਰ ਉਹ ਉਹਨਾਂ ਤੇ ਸਾਈਨ ਨਹੀਂ ਕਰਨਾ ਚਾਹੁੰਦੇ, ਅਗਰ ਉਹਨਾਂ ਨੂੰ ਲੱਗਦਾ ਹੈ ਵੀ ਇਹ ਸੈਂਟਰ ਗਵਰਨਮੈਂਟ ਨਾਲ ਕਨਫਲਿਕਟ ਹੋ ਸਕਦਾ ਹੈ ਤਾਂ ਉਹ ਉਸ ਚੀਜ਼ ਨੂੰ ਰਾਸ਼ਟਰਪਤੀ ਨੂੰ ਭੇਜ ਦਿੰਦੇ ਆ। ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜਤਾ, 2000 ਉੱਥੇ ਪੈਂਡਿੰਗ ਪਿਆ ਰਿਹਾ। 2016 ਦੇ ਵਿੱਚ ਪੰਜਾਬ ਵਿਧਾਨ ਸਭਾ ਨੇ SYL, ਇਹ ਬਾਦਲ ਸਰਕਾਰ ਦੀ ਲਾਸਟ ਦੀ ਗੱਲ ਹੈ ਜਦੋਂ ਉਹਨਾਂ ਨੇ ਬਿਲਕੁਲ ਚੁਣਾਵ ਹੋਣੇ ਸੀਗੇ, ਉਹਨਾਂ ਨੇ ਕੀ ਕੀਤਾ, ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀ ਨਾ ਕਿਸਾਨਾਂ ਤੋਂ ਵੀ SYL ਨਹਿਰ ਬਣਾਉਣ ਵਾਸਤੇ, ਉਹਨਾਂ ਨੇ ਦੁਬਾਰਾ ਤੋਂ ਮਾਲਿਕਾਨਾ ਹੱਕ ਉਹਨਾਂ ਨੂੰ ਹੀ ਦੇਤਾ। ਈਵਨ ਇਹ ਕਹਿਤਾ ਵੀ ਜਿਹੜਾ ਅਸੀਂ ਉਹ ਖੱਡੇ ਜਿਹੇ ਵੀ ਪੱਟੇ ਸੀਗੇ ਨਾ ਉਹਦੇ 'ਚ ਵੀ ਅਸੀਂ ਮਿੱਟੀ ਭਰ ਕੇ ਜਿਹੜਾ ਸਮਤਲ ਹੈ ਉਹ ਕਰਕੇ ਤੁਹਾਨੂੰ ਦੇਵਾਂਗੇ। ਇਹ ਸਾਰੀ ਗੱਲ ਹੈ SYL ਦੀ। ਹੁਣ ਮੈਂ ਉਮੀਦ ਕਰਦਾ ਤੁਹਾਨੂੰ ਚੰਗੀ ਤਰੀਕੇ ਨਾਲ ਸਾਰਾ ਕੁਝ ਪਤਾ ਲੱਗ ਗਿਆ ਹੋਵੇਗਾ ਕਿ ਸਤਲੁਜ ਯਮੁਨਾ ਲਿੰਕ ਹੈ ਕਿ ਕਦੋਂ ਸ਼ੁਰੂ ਹੋਇਆ, ਕਿਹੜੇ ਟਾਈਮ ਤੇ ਕੀ ਚੀਜ਼ਾਂ ਹੋਈਆਂ। ਅੱਗੇ ਚੱਲਦੇ ਹਾਂ।
ਇਕਨੋਮੀ ਰਿਲੇਟਡ ਨਿਊਜ਼ ਦੀ ਆਪਾਂ ਗੱਲ ਕਰਦੇ ਹਾਂ। ਇਕਨੋਮੀ ਰਿਲੇਟਡ ਨਿਊਜ਼ ਦੇ ਵਿੱਚ ਅੱਜ ਆਪਾਂ ਦੋ ਨਿਊਜ਼ ਦੀ ਗੱਲ ਕਰਾਂਗੇ। ਪਹਿਲੀ ਜਿਹੜੀ ਨਿਊਜ਼ ਹੈ ਉਹ ਇਹ ਹੈ ਕਿ ਇੰਡੀਅਨ ਇਕਨੋਮੀ ਦੇ ਵਿੱਚ ਅਗਰ ਤੁਸੀਂ ਸ਼ੇਅਰ ਮਾਰਕੀਟ ਦੀ ਥੋੜੀ ਬਹੁਤ ਨੌਲੇਜ ਰੱਖਦੇ ਹੋ ਤਾਂ ਤੁਸੀਂ ਦੇਖਿਆ ਹੋਏਗਾ ਪਿਛਲੇ 1.5 ਮਹੀਨੇ ਤੋਂ ਮਾਰਕੀਟ ਲਗਾਤਾਰ ਡਾਊਨ ਚੱਲ ਰਹੀ ਹੈ, ਥੋੜੀ ਬਹੁਤ ਇੰਪਰੂਵ ਹੋ ਰਹੀ ਹੈ ਲੇਕਿਨ ਫਿਰ ਦੁਬਾਰਾ ਫਿਰ ਡਾਊਨ ਹੋ ਜਾਂਦੀ ਹੈ। ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਫਾਈਨੈਂਸ਼ੀਅਲ ਜਿਹੜੇ ਆਪਣੇ ਫੋਰਨ ਇੰਸਟੀਟਿਊਸ਼ਨਲ ਇਨਵੈਸਟਮੈਂਟ ਜਿਹੜੀ ਹੈ ਉਹ ਕਾਫੀ ਘਟ ਚੁੱਕੀ ਹੈ। ਫਿਰ ਉਹਦਾ ਰੀਜ਼ਨ ਕੀ ਹੈ? ਰੀਜ਼ਨ ਹੈ ਡਾਲਰ ਦੇ ਮੁਕਾਬਲੇ ਰੁਪਈਏ ਦਾ ਕਮਜ਼ੋਰ ਹੋਣਾ। ਇਸ ਟਾਈਮ ਅਗਰ ਆਪਾਂ ਗੱਲ ਕਰੀਏ ਤਾਂ ਤਕਰੀਬਨ 79 ਰੁਪਈਸ ਦਾ ਇੱਕ ਡਾਲਰ, ਯਾਨੀ ਕਿ ਬਹੁਤ ਜ਼ਿਆਦਾ ਜਿਹੜੀ ਵੈਲਿਊ ਹੈ ਉਹ ਡਾਊਨ ਹੋਈ ਹੈ। ਉਹਦੇ ਨਾਲ ਕੀ ਹੈ ਕਿ ਇੰਡੀਆ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਇਸ ਟਾਈਮ ਇੰਡੀਆ ਟਵਿਨ ਡੈਫਿਸਿਟ ਪ੍ਰੋਬਲਮ ਦੇ ਨਾਲ ਜੂਝ ਰਿਹਾ ਹੈ। ਟਵਿਨ ਮਤਲਬ ਜੋੜਾ, ਡੈਫਿਸਿਟ ਮਤਲਬ ਕਮੀ, ਪ੍ਰੋਬਲਮ ਮਤਲਬ ਸਮੱਸਿਆ, ਯਾਨੀ ਕਿ ਦੋ ਤਰ੍ਹਾਂ ਦੇ ਘਾਟੇ ਹੋ ਰਹੇ ਆ, ਦੋ ਜੁੜਵਾਂ ਘਾਟੇ ਜਿਹੜੇ ਹੈ ਉਹ ਆਪਾਂ ਨੂੰ ਹੋ ਰਹੇ ਆ। ਹੁਣ ਉਹ ਦੋ ਜੁੜਵਾਂ ਘਾਟੇ ਕਿਹੜੇ ਹੈ ਪਹਿਲਾਂ ਤਾਂ ਉਹ ਪੜ੍ਹਨਾ ਹੈ। ਫਿਰ ਅਗਰ ਇਹ ਦੋ ਜੁੜਵਾਂ ਘਾਟੇ ਹੋ ਰਹੇ ਹੋਣ ਤਾਂ ਦੇਸ਼ ਨੂੰ ਕੀ ਨੁਕਸਾਨ ਹੈ ਆਪਾਂ ਉਹ ਚੀਜ਼ ਪੜ੍ਹਨੀ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਕਨੋਮਿਕਸ ਦੇ ਵਿੱਚ ਤਾਂ ਮੈਂ ਤੁਹਾਨੂੰ ਪੂਰਾ ਐਕਸਪਰਟ ਕਰ ਦੂੰਗਾ। ਇਕਨੋਮੀ ਦੀ ਜਦੋਂ ਵੀ ਨਿਊਜ਼ ਆਉਂਦੀ ਹੈ ਨਾ ਉਹ ਨਾ ਕਰੰਟ ਦੀ ਨਿਊਜ਼ ਤੋਂ ਜ਼ਿਆਦਾ ਜਿਹੜੀ ਉਹ ਟਰਮਸ ਹੁੰਦੀਆਂ ਨਾ ਉਹ ਜ਼ਿਆਦਾ ਇੰਪੋਰਟੈਂਟ ਹੁੰਦੀਆਂ, ਕਿਉਂਕਿ ਇਕਨੋਮੀ ਦੀਆਂ ਜਿਹੜੀਆਂ ਕਰੰਟ ਨਿਊਜ਼ ਹੁੰਦੀਆਂ ਅਗਰ ਆਪਾਂ ਡਾਟੇ ਦੀ ਗੱਲ ਕਰੀਏ ਜਾਂ ਹੋਰ ਗੱਲ ਕਰੀਏ ਉਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈ ਉਹ ਬੈਂਕਿੰਗ ਦੇ ਵਿੱਚ ਆਉਂਦੇ ਹੈ। ਆਪਾਂ ਨੂੰ ਜਿਹੜਾ ਇਕਨੋਮੀ ਪੜ੍ਹਨਾ ਹੁੰਦਾ ਮੇਨਲੀ ਉਹ ਆਪਾਂ ਕੀ ਚੀਜ਼ ਪੜ੍ਹਨੀ ਹੁੰਦੀ ਹੈ? ਜਿਹੜੇ ਵਰਡ ਯੂਜ਼ ਕੀਤੇ ਜਾ ਰਹੇ ਹੈ, ਜਿਹੜੀਆਂ ਟਰਮਸ ਯੂਜ਼ ਕੀਤੀਆਂ ਜਾ ਰਹੀਆਂ। ਜਿਵੇਂ ਅਗਰ ਆਪਾਂ ਟਵਿਨ ਡੈਫਿਸਿਟ ਪ੍ਰੋਬਲਮ ਦੀ ਗੱਲ ਕਰੀਏ ਤਾਂ ਟਵਿਨ ਡੈਫਿਸਿਟ ਪ੍ਰੋਬਲਮ ਇਹ ਕਿਸੇ ਹੋਰ ਨੇ ਨਹੀਂ ਕਿਹਾ, ਫਿਨਮਿਨ ਨੇ ਕਿਹਾ। ਫਿਨਮਿਨ ਕੀ ਹੈ? ਫਾइनेंस मिनिस्ट्री ने खुद किया है कि ਆਪਾਂ ਇਸ ਟਾਈਮ ਟਵਿਨ ਡੈਫਿਸਿਟ ਪ੍ਰੋਬਲਮ ਨਾਲ ਜੂਝ ਰਹੇ ਹਾਂ। ਟਵਿਨ ਡੈਫਿਸਿਟ ਪ੍ਰੋਬਲਮ ਹੈ ਬਜਟ ਡੈਫਿਸਿਟ ਤੇ ਟ੍ਰੇਡ ਡੈਫਿਸਿਟ। ਠੀਕ ਹੈ ਜੀ, ਬਜਟ ਡੈਫਿਸਿਟ ਤੇ ਟ੍ਰੇਡ ਡੈਫਿਸਿਟ ਜਿਹੜੀਆਂ ਹੈ ਉਹ ਦੋ ਤਰ੍ਹਾਂ ਦੀਆਂ ਪ੍ਰੋਬਲਮਸ ਨਾਲ ਇਸ ਟਾਈਮ ਜੂਝ ਰਹੇ ਹੈ। ਸੋ ਹੁਣ ਇਹ ਟਵਿਨ ਪ੍ਰੋਬਲਮਸ ਹੈ ਕਿਹੜੀਆਂ ਆਪਾਂ ਉਸ ਬਾਰੇ ਗੱਲ ਕਰਦੇ ਹਾਂ। ਠੀਕ ਹੈ ਜੀ, ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਬਜਟ ਡੈਫਿਸਿਟ ਤੇ ਟ੍ਰੇਡ ਡੈਫਿਸਿਟ। ਹੁਣ ਯਾਨੀ ਕਿ ਕਹਿਣ ਦਾ ਮਤਲਬ ਫਿਸਕਲ ਡੈਫਿਸਿਟ ਉਹਦੇ ਵਿੱਚ ਕਰੰਟ ਅਕਾਊਂਟ ਡੈਫਿਸਿਟ, ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ। ਦੋਨਾਂ ਬਾਰੇ ਗੱਲ ਕਰਾਂਗੇ। ਹੁਣ ਉਹਦੇ ਨਾਲ ਫਰਕ ਕੀ ਪੈ ਰਿਹਾ? ਜਿਵੇਂ ਮੈਂ ਕਿਹਾ ਕਿ ਇੱਕ ਤਾਂ ਆਪਾਂ ਇਹਨਾਂ ਵਰਡਸ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਟਰਮਸ ਬਾਰੇ ਪਤਾ ਹੋਣਾ ਚਾਹੀਦਾ। ਦੂਜਾ ਉਸ ਨਾਲ ਹੋ ਕੀ ਰਿਹਾ ਹੈ? ਉਸ ਨਾਲ ਹੋ ਰਹੀ ਹੈ ਦੋਸਤੋ ਸਟੈਗਫਲੇਸ਼ਨ ਹੋ ਰਹੀ ਹੈ। ਠੀਕ ਹੈ, ਹੁਣ ਇਹ ਤਿੰਨ ਟਰਮਸ ਹੋ ਗਈਆਂ ਜਿਹੜੀਆਂ ਆਪਾਂ ਨੂੰ ਪਤਾ ਹੋਣਾ ਚਾਹੀਦਾ, ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਸਟੈਗਫਲੇਸ਼ਨ। ਸੋ ਗੱਲ ਕੀ ਹੈ ਸਟੈਗਫਲੇਸ਼ਨ ਦੀ ਆਪਾਂ ਚਲੋ ਬਾਅਦ ਚ ਆਉਂਦੇ ਹਾਂ। 1 ਮਿੰਟ ਦੇਖੋ, ਜਿਹੜੀ ਚੀਜ਼ ਨਾਲ ਆਪਾਂ ਜੂਝ ਰਹੇ ਹਾਂ ਉਹ ਹੈਗੀ ਹੈ ਕਰੰਟ ਅਕਾਊਂਟ ਡੈਫਿਸਿਟ। ਪਹਿਲੀ ਅਗਰ ਆਪਾਂ ਗੱਲ ਕਰੀਏ ਕਰੰਟ ਅਕਾਊਂਟ ਡੈਫਿਸਿਟ ਦੋ ਤਰ੍ਹਾਂ ਦਾ ਹੁੰਦਾ ਹੈ, ਵਿਜ਼ੀਬਲ ਤੇ ਇਨਵਿਜ਼ੀਬਲ। ਵਿਜ਼ੀਬਲ ਹੁੰਦਾ ਜਿਹੜਾ ਗੁੱਡਸ ਐਂਡ ਸਰਵਿਸਿਜ਼ ਦੇ ਵਿੱਚ, ਇਨਵਿਜ਼ੀਬਲ ਹੁੰਦਾ ਇਨਕਮ ਤੇ ਟ੍ਰਾਂਸਫਰ ਦੇ ਵਿੱਚ। ਯਾਨੀ ਕਿ ਕਹਿਣ ਦਾ ਮਤਲਬ ਤੁਹਾਨੂੰ ਹੋਰ ਸਿੰਪਲ ਕਰ ਦਿੰਦਾ, ਸਿੰਪਲੀਫਾਈਡ ਤਰੀਕੇ ਨਾਲ ਇਹ ਗੱਲ ਹੈ ਕਿ ਆਮਦਨੀ 98 ਖਰਚਾ ਰੁਪਈਆ। ਇਹ ਤੁਸੀਂ ਕਾਫੀ ਵਾਰੀ ਇਹ ਕਹਾਵਤ ਸੁਣੀ ਹੋਏਗੀ, ਮੂਵੀ ਦੇਖੀ ਹੋਏਗੀ ਆਹ ਵਾਲੀ। ਠੀਕ ਹੈ, ਗੋਵਿੰਦਾ ਦੀ ਮੂਵੀ ਵੀ ਹੈ ਇਸ ਚੀਜ਼ ਤੇ। ਉਹਦਾ ਮਤਲਬ ਕੀ ਹੈ ਕਿ ਅਗਰ ਆਪਾਂ ਨੂੰ ਕਮਾਈ ਤਾਂ ਹੋ ਰਹੀ ਹੋਵੇ ਘੱਟ ਤੇ ਖਰਚਾ ਹੋ ਰਿਹਾ ਹੋਵੇ ਜ਼ਿਆਦਾ, ਤੇ ਹਰ ਵਾਰੀ ਆਪਾਂ ਨੂੰ ਜਿਹੜਾ ਹੈ ਉਹ ਲੋਨ ਜਾਂ ਵਿਆਜ ਤੇ ਪੈਸੇ ਲੈਣੇ ਪੈ ਰਹੇ ਹੋਣ ਤਾਂ ਉਹਨੂੰ ਕਹਿੰਦੇ ਆ ਦੋਸਤੋ ਘਾਟਾ, ਤੇ ਇਸ ਘਾਟੇ ਨੂੰ ਕਹਿੰਦੇ ਆ ਫਿਸਕਲ ਡੈਫਿਸਿਟ। ਇਸ ਚੀਜ਼ ਨੂੰ ਕਹਿੰਦੇ ਆ, ਪਹਿਲੀ ਗੱਲ। ਦੂਸਰੀ ਗੱਲ ਹੁੰਦੀ ਹੈ ਟ੍ਰੇਡ ਡੈਫਿਸਿਟ। ਹੁਣ ਟ੍ਰੇਡ ਡੈਫਿਸਿਟ, ਟ੍ਰੇਡ ਮਤਲਬ ਵਪਾਰ। ਜਦੋਂ ਆਪਣਾ ਇੰਪੋਰਟ ਜ਼ਿਆਦਾ ਹੋ ਰਿਹਾ ਹੋਵੇ ਤੇ ਐਕਸਪੋਰਟ ਘੱਟ ਹੋ ਰਿਹਾ ਹੋਵੇ, ਚੀਜ਼ਾਂ ਆਪਾਂ ਜ਼ਿਆਦਾ ਖਰੀਦ ਰਹੇ ਹਾਂ, ਵੇਚ ਆਪਾਂ ਘੱਟ ਰਹੇ ਹਾਂ। ਇਟ ਮੀਨਸ ਕਿ ਆਪਾਂ ਨੂੰ ਜਿਹੜੀ ਫੋਰਨ ਕਰੰਸੀ ਹੈ ਉਹ ਆਪਦੇ ਪੱਲੋਂ ਦੀ ਦੇਣੀ ਪੈ ਰਹੀ ਹੈ, ਆਪਦੀ ਜੇਬ ਚੋਂ, ਆਪਦੇ ਫੋਰੈਕਸ ਰਿਜ਼ਰਵ ਚੋਂ ਦੇਣੀ ਪੈ ਰਹੀ ਹੈ। ਉਹ ਚੀਜ਼ ਹੁੰਦੀ ਹੈ ਦੋਸਤੋ ਟ੍ਰੇਡ ਡੈਫਿਸਿਟ, ਤੇ ਇਹਨੂੰ ਕਹਿੰਦੇ ਆ ਬੈਲੈਂਸ ਆਫ ਟ੍ਰੇਡ। ਬੈਲੈਂਸ ਆਫ ਟ੍ਰੇਡ ਮੀਨਸ ਇੰਪੋਰਟ ਮਾਈਨਸ ਐਕਸਪੋਰਟ ਜਾਂ ਐਕਸਪੋਰਟ ਮਾਈਨਸ ਇੰਪੋਰਟ। ਅਗਰ ਤਾਂ ਐਕਸਪੋਰਟ ਮਾਈਨਸ ਇੰਪੋਰਟ ਪੋਜ਼ਿਟਿਵ ਹੋਣ ਤਾਂ ਉਹਨੂੰ ਕਹਿੰਦੇ ਆ ਟ੍ਰੇਡ ਸਰਪਲਸ। ਜਿਵੇਂ ਅਮਰੀਕਾ ਵਰਗਿਆਂ ਦਾ ਹੁੰਦਾ ਜਾਂ ਬਾਕੀ ਡਿਵੈਲਪਡ ਕੰਟਰੀਜ਼ ਦਾ ਹੁੰਦਾ ਕਿ ਉਹ ਐਕਸਪੋਰਟ ਜ਼ਿਆਦਾ ਕਰ ਰਹੀ ਹੈ, ਇੰਪੋਰਟ ਘੱਟ ਕਰ ਰਹੀ ਹੈ, ਤਾਂ ਉਹ ਟ੍ਰੇਡ ਸਰਪਲਸ ਹੁੰਦਾ ਹੈ। ਡਿਵੈਲਪਿੰਗ ਕੰਟਰੀਜ਼ ਇੰਪੋਰਟ ਜ਼ਿਆਦਾ ਕਰਦੀ ਹੈ, ਐਕਸਪੋਰਟ ਘੱਟ ਕਰਦੀ ਹੈ, ਤਾਂ ਉਹਨਾਂ ਵਿਚਾਰਾਂ ਦਾ ਰਹਿ ਜਾਂਦਾ ਹੈ ਟ੍ਰੇਡ ਡੈਫਿਸਿਟ। ਸੋ ਇਸ ਟਾਈਮ ਆਪਾਂ ਟ੍ਰੇਡ ਡੈਫਿਸਿਟ ਨਾਲ ਵੀ ਜੂਝ ਰਹੇ ਹਾਂ। ਇਸ ਟਾਈਮ ਟ੍ਰੇਡ ਡੈਫਿਸਿਟ ਨਾਲ ਆਪਾਂ ਕਿਉਂ ਜੂਝ ਰਹੇ ਹਾਂ? ਕਿਉਂਕਿ ਰੁਪਏ ਦੀ ਵੈਲਿਊ ਗਿਰ ਰਹੀ ਹੈ, ਡਾਲਰ ਦੀ ਵੈਲਿਊ ਵੱਧ ਰਹੀ ਹੈ, ਤਾਂ ਓਬਵੀਅਸਲੀ ਆਪਾਂ ਇਸ ਚੀਜ਼ ਨਾਲ ਜੂਝ ਰਹੇ ਹਾਂ। ਦੂਸਰਾ ਫਿਸਕਲ ਡੈਫਿਸਿਟ ਪਿਛਲੇ 2 ਸਾਲ ਕੋਵਿਡ ਕਰਕੇ GDP ਬਹੁਤ ਡਾਊਨ ਹੋ ਗਈ, ਲੋਨ ਲੈਣੇ ਪਏ, ਦੇਸ਼ ਨੂੰ ਲੋਨ ਲੈਣੇ ਪਏ, ਲੋਕਾਂ ਨੂੰ ਲੋਨ ਪ੍ਰੋਵਾਈਡ ਕਰਵਾਉਣੇ ਪਏ, ਹਨਾ, ਪੈਸਾ ਲੋਕਾਂ ਦੀ ਜੇਬ 'ਚ ਪਾਉਣਾ ਪਿਆ, ਨਹੀਂ ਤਾਂ ਸਭ ਕੁਝ ਹੀ ਰੁਕ ਜਾਂਦਾ। ਉਸ ਨਾਲ ਆਪਣੀ GDP ਡਾਊਨ ਹੋ ਗਈ, ਉਸ ਨਾਲ ਕੀ ਹੋਇਆ ਆਪਣਾ ਫਿਸਕਲ ਡੈਫਿਸਿਟ ਜਿਹੜਾ ਹੈ ਉਹ ਵੱਧ ਗਿਆ। ਹੁਣ ਇਸ ਟਵਿਨ ਪ੍ਰੋਬਲਮ ਨਾਲ ਪ੍ਰੋਬਲਮ ਕਿਸ ਚੀਜ਼ ਦੀ ਆਈ? ਸਟੈਗਫਲੇਸ਼ਨ ਦੀ। ਹੁਣ ਤੁਸੀਂ ਕਹੋਗੇ ਸਰ ਅਸੀਂ ਇਨਫਲੇਸ਼ਨ ਸੁਣੀ ਹੈ, ਅਸੀਂ ਡਿਫਲੇਸ਼ਨ ਸੁਣੀ ਹੈ, ਇਹ ਸਟੈਗਫਲੇਸ਼ਨ ਕੀ ਚੀਜ਼ ਹੁੰਦੀ ਹੈ? ਇਨਫਲੇਸ਼ਨ ਕੀ ਹੁੰਦਾ ਹੈ? ਇਨਫਲੇਸ਼ਨ ਹੁੰਦੀ ਹੈ ਮਹਿੰਗਾਈ।
ਜਦੋਂ ਰੁਪਏ ਦੀ ਵੈਲਿਊ ਗਿਰ ਜੇ। ਹੁਣ ਤੁਸੀਂ ਕਹੋਗੇ ਸਰ ਰੁਪਏ ਦੀ ਵੈਲਿਊ ਗਿਰ ਜੇ, ਸਮਝ ਨਹੀਂ ਆਇਆ। ਤੁਸੀਂ 10 ਰੁਪਏ ਲੈ ਕੇ ਗਏ ਬਾਜ਼ਾਰ ਦੇ ਵਿੱਚ, ਮੰਨ ਲਓ ਤੁਸੀਂ ਬਨਾਨਾਸ ਲੈਣੇ ਆ, ਕੇਲੇ ਲੈਣੇ ਆ, 10 ਰੁਪਏ ਤੁਹਾਨੂੰ 4 ਕੇਲੇ ਮਿਲ ਗਏ, ਠੀਕ ਹੈ, 10 ਰੁਪਏ 4 ਕੇਲੇ ਮਿਲ ਗਏ, ਕਿੰਨੇ ਦਾ ਕੇਲਾ ਹੋ ਗਿਆ, 2.5 ਰੁਪਏ ਦਾ। ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਸਾਰੇ ਕਹਿਣ ਲੱਗੇ ਮਹਿੰਗਾਈ ਬਹੁਤ ਹੈ, ਮਹਿੰਗਾਈ ਬਹੁਤ ਹੈ। ਤੁਸੀਂ 10 ਰੁਪਏ ਲੈ ਕੇ ਗਏ, ਤੁਹਾਨੂੰ 10 ਰੁਪਏ ਦੇ ਸਿਰਫ 2 ਬਨਾਨਾ ਮਿਲੇ। ਇਟ ਮੀਨਸ ਕਿ ਰੁਪਏ ਦੀ ਵੈਲਿਊ ਘਟ ਗਈ। ਰੁਪਏ ਦੀ ਵੈਲਿਊ ਘਟਣ ਦਾ ਕੀ ਮਤਲਬ ਕਿ ਜਿਹੜੇ 10 ਰੁਪਏ ਪਹਿਲਾਂ ਤੁਹਾਨੂੰ 4 ਚੀਜ਼ਾਂ ਦਵਾ ਰਹੇ ਸੀਗੇ, ਉਹੀ 10 ਰੁਪਈਆਂ ਨੇ ਹੁਣ ਤੁਹਾਨੂੰ 2 ਚੀਜ਼ਾਂ ਦਵਾਈਆਂ। ਇਹਨੂੰ ਕਹਿੰਦੇ ਆ ਇਨਫਲੇਸ਼ਨ। ਇਹਨੂੰ ਤੁਸੀਂ ਦੋਨੋਂ ਤਰੀਕਿਆਂ ਨਾਲ ਸਮਝ ਸਕਦੇ ਹੋ, ਇੱਕ ਤਾਂ ਚੀਜ਼ਾਂ ਦੇ ਰੇਟ ਵੱਧ ਜਾਣੇ, ਜਾਂ ਇਹਨੂੰ ਇਕਨੋਮੀ ਦੀ ਲੈਂਗੁਏਜ ਨਾਲ ਸਮਝੋ, ਰੁਪਏ ਦੀ ਜਾਂ ਆਪਣੀ ਕਰੰਸੀ ਦੀ ਵੈਲਿਊ ਘਟ ਜਾਣੀ, ਉਹਨੂੰ ਕਹਿੰਦੇ ਆ ਇਨਫਲੇਸ਼ਨ। ਇੱਕ ਹੁੰਦੀ ਹੈ ਦੋਸਤੋ ਸਟੈਗਫਲੇਸ਼ਨ। ਸਟੈਗਫਲੇਸ਼ਨ ਕੀ ਹੁੰਦੀ ਹੈ? ਹੁਣ ਤੁਸੀਂ ਦੇਖੋ, ਜਦੋਂ ਕੋਈ ਦੇਸ਼ ਤਰੱਕੀ ਕਰ ਰਿਹਾ ਹੁੰਦਾ ਹੈ, ਜਦੋਂ ਇਕਨੋਮਿਕ ਗਰੋਥ ਤੇ ਹੁੰਦਾ ਹੈ, ਉਦੋਂ ਉਸ ਦੇਸ਼ ਦੇ ਵਿੱਚ ਡਿਮਾਂਡ ਵੱਧ ਰਹੀ ਹੁੰਦੀ ਹੈ। ਜਦੋਂ ਡਿਮਾਂਡ ਵੱਧਦੀ ਹੈ, ਚੀਜ਼ਾਂ ਦੇ ਰੇਟ ਥੋੜੇ ਜਿਹੇ ਵੱਧਦੇ ਹੈ, ਤਾਂ ਜਦੋਂ ਤਾਂ ਗਰੋਥ ਹੋ ਰਹੀ ਹੋਵੇ, ਉਸ ਨਾਲ ਇਨਫਲੇਸ਼ਨ ਹੋ ਰਹੀ ਹੋਵੇ, ਤਾਂ ਉਹ ਦੇਸ਼ ਲਈ ਪੋਜ਼ਿਟਿਵ ਹੁੰਦਾ ਹੈ। ਬਟ ਅਗਰ ਗਰੋਥ ਤਾਂ ਘਟ ਰਹੀ ਹੈ ਇਸ ਟਾਈਮ ਆਪਣੇ ਦੇਸ਼ ਦੇ ਵਿੱਚ, ਜਾਂ ਪੂਰੇ ਦੁਨੀਆ ਦੇ ਵਿੱਚ ਹੀ, ਇਕੱਲੇ ਆਪਣੇ ਦੇਸ਼ ਦੇ ਵਿੱਚ ਨਹੀਂ, ਪੂਰੀ ਦੁਨੀਆ 'ਚ ਕੀ ਹੋ ਰਿਹਾ ਹੈ, ਇਕਨੋਮਿਕ ਗਰੋਥ ਤਾਂ ਘਟ ਰਹੀ ਹੈ ਲੇਕਿਨ ਇਨਫਲੇਸ਼ਨ ਵੱਧ ਰਹੀ ਹੈ, ਤੇ ਉਸ ਦੇ ਨਾਲ ਅਨਐਮਪਲੋਇਮੈਂਟ ਵੀ ਵੱਧ ਰਹੀ ਹੈ। ਇਸ ਸਥਿਤੀ ਨੂੰ ਕਹਿੰਦੇ ਆ ਸਟੈਗਫਲੇਸ਼ਨ। ਤੁਸੀਂ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੋਇਆ ਹੈ ਕਿ ਇਕਨੋਮਿਕ ਗਰੋਥ ਘਟ ਰਹੀ ਹੈ, ਉਹ ਲੇਕਿਨ ਇਨਫਲੇਸ਼ਨ ਵੱਧ ਰਹੀ ਹੈ ਤੇ ਅਨਐਮਪਲੋਇਮੈਂਟ ਵੀ ਵੱਧ ਰਹੀ ਹੈ। ਇਸ ਚੀਜ਼ ਨੂੰ ਕਹਿੰਦੇ ਆ ਦੋਸਤੋ ਸਟੈਗਫਲੇਸ਼ਨ। ਸਟੈਗਫਲੇਸ਼ਨ ਦੇ ਕੀ ਉਹ ਹੁੰਦੇ ਹੈ ਕਿ ਕਿੱਥੋਂ ਪਤਾ ਲੱਗਦਾ ਵੀ ਸਟੈਗਫਲੇਸ਼ਨ ਚੱਲ ਰਹੀ ਹੈ? GDP ਲੋ ਚੱਲ ਰਹੀ ਹੈ, ਇਨਫਲੇਸ਼ਨ ਵੱਧ ਰਹੀ ਹੈ, ਹਾਇਰ ਰੇਟ ਆਫ ਅਨਐਮਪਲੋਇਮੈਂਟ ਹੈਗੀ ਹੈ, ਰਿਸੈਸ਼ਨ ਚੱਲ ਰਿਹਾ ਹੈ, ਪੂਅਰ ਇੰਪਲੀਮੈਂਟੇਸ਼ਨ ਆਫ ਗਵਰਨਮੈਂਟ ਪਾਲਿਸੀਜ਼ ਚੱਲ ਰਹੀਆਂ, ਉਸ ਨਾਲ ਕੀ ਹੋ ਜਾਂਦਾ ਹੈ? ਸਟੈਗਫਲੇਸ਼ਨ ਹੋ ਜਾਂਦਾ ਹੈ। ਇਹ ਤਿੰਨੋਂ ਟਰਮ ਤੁਸੀਂ ਯਾਦ ਰੱਖਣੀ ਹੈ। ਐਸਏ ਨਿਊਜ਼ ਦਾ ਆਹੀ ਮੇਨ ਚੀਜ਼ਾਂ ਸੀ। ਅਗਲੀ ਇਕਨੋਮੀ ਦੀ ਨਿਊਜ਼ 'ਤੇ ਚੱਲਦੇ ਹਾਂ। ਇੱਕ ਬਹੁਤ ਹੀ ਇੰਪੋਰਟੈਂਟ ਇੱਕ ਵਰਡ ਚੱਲ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ, ਉਹ ਹੈ ਵਿੰਡਫਾਲ ਟੈਕਸ। ਸੋ ਇਸ ਨਿਊਜ਼ ਦੇ ਵਿੱਚ ਮੈਂ ਸਿਰਫ ਤੁਹਾਨੂੰ ਦੱਸੂਗਾ ਕਿ ਇਹ ਵਿੰਡਫਾਲ ਟੈਕਸ ਕੀ ਚੀਜ਼ ਹੈ। ਸੋ ਵਿੰਡਫਾਲ ਟੈਕਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਵਿੰਡਫਾਲ ਟੈਕਸ ਕੀ ਚੀਜ਼ ਹੈ? ਦੇਖੋ ਦੋਸਤੋ, ਪਿਛਲੇ 2 ਸਾਲ ਕੋਵਿਡ-19 ਆਇਆ। ਕੋਵਿਡ-19 ਦੇ ਵਿੱਚ ਬਹੁਤ ਸਾਰੇ ਨੁਕਸਾਨ ਹੋਏ। ਆਪਾਂ ਨੂੰ ਪਤਾ ਹੈ ਕਿ ਨੁਕਸਾਨ ਜਿਹੜੇ ਹੈ ਉਹ ਲੋਕਾਂ ਦੇ ਬਿਜ਼ਨਸ ਦਾ, ਜਿਹੜੇ ਵਿਚਾਰੇ ਕੋਈ ਡੇਲੀ ਵੇਜਿਸ ਦੇ ਵਰਕਰ ਸੀਗੇ ਉਹਨਾਂ ਦਾ, ਹਨਾ, ਫ੍ਰੀਲਾਂਸਿੰਗ ਕੰਮ ਕਰਦੇ ਸੀ, ਕੋਈ ਰੇਹੜੀ ਵਗੈਰਾ ਲਗਾਉਂਦਾ ਸੀ, ਕਾਫੀ ਜਿਹੜਾ ਨੁਕਸਾਨ ਹੈ ਉਹ ਹੋਏ। ਲੇਕਿਨ ਕੁਝ 1-2 ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹਨਾਂ ਆਪਾਂ ਆਪਸ ਵਿੱਚ ਵੀ ਗੱਲ ਕਰਦੇ ਹਾਂ ਵੀ ਯਾਰ ਇਹਨਾਂ ਦੀ ਤਾਂ ਚਾਂਦੀ ਹੋ ਗਈ। ਫੋਰ ਐਗਜ਼ਾਮਪਲ ਮੈਡੀਸਿਨ ਬਣਾਉਣ ਵਾਲੀਆਂ ਕੰਪਨੀਆਂ, ਮੈਡੀਸਿਨ ਵੇਚਣ ਵਾਲੇ ਡੀਲਰ, ਜਿਵੇਂ ਫੋਰ ਐਗਜ਼ਾਮਪਲ ਰੈਮਡੈਸੀਵੀਰ। ਯਾਦ ਕਰੋ 2021 ਦਾ ਟਾਈਮ, ਮਈ-ਜੂਨ 2021 ਦੇ ਵਿੱਚ ਜਦੋਂ ਕੋਵਿਡ ਪੀਕ ਤੇ ਸੀਗਾ, ਆਕਸੀਜਨ ਸਿਲੰਡਰ, ਰੈਮਡੈਸੀਵੀਰ ਦੇ ਇੰਜੈਕਸ਼ਨ 500 ਵਾਲਾ ਇੰਜੈਕਸ਼ਨ 5-5 ਲੱਖ ਰੁਪਏ ਦੇ ਵਿੱਚ ਵਿਕਿਆ ਸੀਗਾ। ਇਸ ਤਰ੍ਹਾਂ ਦੀ ਚੀਜ਼ ਜਦੋਂ ਆਉਂਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਟਰਮ ਚੱਲ ਰਹੀ ਹੈ, ਓਕਸਫੈਮ ਇੱਕ ਇੰਸਟੀਟਿਊਟ ਹੈ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ, ਉਹ ਜਿਹੜਾ ਹੈ ਉਹਦੀ ਜਿਹੜੀ ਹੈਡ ਹੈ ਮਿਸ ਬੂਚਰ ਹੈ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਉਹਨਾਂ ਨੇ ਇੱਕ ਆਈਡੀਆ ਦਿੱਤਾ ਪੂਰੀ ਦੁਨੀਆ ਨੂੰ ਕਿ ਅਗਰ ਹਰ ਦੇਸ਼ ਵਿੰਡਫਾਲ ਟੈਕਸ ਲਗਾਉਣ ਲੱਗ ਜੇ ਤਾਂ ਪੂਰੀ ਦੁਨੀਆ ਦੇ ਵਿੱਚ ਭੁੱਖਮਰੀ ਜਿਹੜੀ ਹੈ ਨਾ ਉਹ ਬਹੁਤ ਘਟ ਜੇ। ਠੀਕ ਹੈ, ਇਹਦਾ ਮਤਲਬ ਕੀ ਹੋਇਆ, ਕਿਉਂ ਘਟ ਜੇ, ਕਿਵੇਂ? ਵਿੰਡਫਾਲ ਟੈਕਸ ਕੀ ਚੀਜ਼ ਹੈ? ਵਿੰਡਫਾਲ ਟੈਕਸ ਇਹ ਚੀਜ਼ ਹੈ ਵੀ ਆਕਸਮਿਕ, ਇੱਕੇਦਮ, ਰਾਤੋਂ ਰਾਤ ਕਿਸੇ ਚੀਜ਼ ਨੂੰ ਕੋਈ ਬਹੁਤ ਬੈਨੀਫਿਟ ਮਿਲ ਰਿਹਾ, ਕੋਈ ਮਾਲਾਮਾਲ ਹੋ ਰਿਹਾ ਹੈ, ਉਹਦੇ ਤੇ ਠੋਕ ਕੇ ਟੈਕਸ ਲਗਾਓ, ਉਹਨੂੰ ਕਹਿੰਦੇ ਆ ਵਿੰਡਫਾਲ ਟੈਕਸ। ਕੱਲ ਨੂੰ ਤੁਹਾਡੇ ਐਗਜ਼ਾਮ ਦੇ ਵਿੱਚ ਇਹ ਟਰਮ ਆ ਸਕਦੀ ਹੈ, ਤਾਂ ਮੈਨੂੰ ਇਹ ਟਰਮ ਜਿਹੜੀ ਹੈ ਉਹ ਕਰਾਉਣੀ ਜ਼ਰੂਰੀ ਸੀਗੀ। ਵਿੰਡਫਾਲ ਟੈਕਸ, ਜਿਵੇਂ ਕਿ ਕੋਵਿਡ-19 ਦਾ ਮੈਂ ਐਗਜ਼ਾਮਪਲ ਦਿੱਤਾ, ਵਿੰਡਫਾਲ ਟੈਕਸ ਕੀ ਹੁੰਦਾ ਹੈ ਇਹ ਮੈਂ ਤੁਹਾਨੂੰ ਦੱਸਿਆ। ਵਿੰਡਫਾਲ ਟੈਕਸ ਦੇ ਬੈਨੀਫਿਟ ਕੀ ਹੈ? ਗਵਰਨਮੈਂਟ ਦਾ ਰੈਵਨਿਊ ਵੱਧ ਸਕਦਾ ਹੈ, ਠੀਕ ਹੈ, ਉਹਦੇ ਨਾਲ ਭੁੱਖਮਰੀ ਖਤਮ ਹੋ ਸਕਦੀ ਹੈ। ਹੁਣ ਵਿੰਡਫਾਲ ਟੈਕਸ ਕਿਹਦੇ ਤੇ ਲਗਾਇਆ ਜਾ ਸਕਦਾ ਹੈ? ਫੋਰ ਐਗਜ਼ਾਮਪਲ ਤੁਸੀਂ ਕਹੋਗੇ ਸਰ ਰਾਤੋਂ ਰਾਤ ਦਾ ਮਤਲਬ ਸਮਝ ਨਹੀਂ ਆਇਆ। ਇੱਕਦਮ ਕਿਸੇ ਨੂੰ ਰਾਤੋਂ ਰਾਤ 1 ਕਰੋੜ ਦੀ 2 ਕਰੋੜ ਦੀ ਲਾਟਰੀ ਨਿਕਲ ਗਈ। ਦੂਜਾ, ਸਪਲਾਈ ਡਿਮਾਂਡ ਦੀ ਪ੍ਰੋਬਲਮ ਆ ਗਈ। ਤੁਸੀਂ ਕਿਸੇ ਚੀਜ਼ ਨੂੰ ਆਪਦੇ ਅੰਦਰ ਸਟੋਰ ਕਰਕੇ ਰੱਖ ਰੱਖਿਆ, ਤੁਹਾਨੂੰ ਪਤਾ ਲੱਗਿਆ ਰਾਤੋਂ ਰਾਤ ਉਹਦੀ ਜਿਹੜੀ ਵੈਲਿਊ ਹੈ ਉਹ 10 ਰੁਪਏ ਕਿਲੋ ਤੋਂ 100 ਰੁਪਏ ਕਿਲੋ ਹੋ ਗਈ। ਤੁਸੀਂ ਹੋਰ ਵੇਟ ਕਰੋਗੇ ਵੀ ਕੋਈ ਗੱਲ ਨਹੀਂ, ਹੋਣ ਦੋ 200 ਹੋਣ ਦੋ, 1000 ਰੁਪਏ ਕਿਲੋ ਹੋਣ ਦੋ, ਫਿਰ ਵੇਚਾਂਗੇ, ਉਹ ਉਹਦੇ ਤੇ ਲੱਗੇਗਾ, ਉਹਨੂੰ ਕਹਿੰਗੇ ਵਿੰਡਫਾਲ ਪ੍ਰੋਫਿਟ। ਚੇਂਜ ਇਨ ਪ੍ਰਾਈਸ, ਜਿਵੇਂ ਆਪਾਂ ਕਿਹਾ ਡਿਸੀਜਨਸ ਬਾਈ ਮੈਨੇਜਮੈਂਟ, ਕਿਸੇ ਮੈਨੇਜਮੈਂਟ ਨੇ ਕੋਈ ਇਹੋ ਜਿਹਾ ਡਿਸੀਜਨ ਚੇਂਜ ਕਰਤਾ ਕਿ ਉਸ ਪ੍ਰੋਡਕਟ ਦੀ ਵੈਲਿਊ ਰਾਤੋਂ ਰਾਤ ਵੱਧ ਗਈ, ਤਾਂ ਉਹਨੂੰ ਕਹਿਣਗੇ ਵਿੰਡਫਾਲ ਪ੍ਰੋਫਿਟ। ਮੰਨ ਲਓ ਇੱਕਦਮ ਖਬਰ ਆਵੇ ਵੀ ਅੱਜ ਤੋਂ ਐਂਡਰੋਇਡ ਫੋਨ ਬੰਦ ਹੋ ਰਹੇ ਹੈ, ਤਾਂ ਤੁਸੀਂ ਰਾਤੋਂ ਰਾਤ ਦੁਕਾਨਾਂ ਖੁਲਵਾਓਗੇ ਵੀ ਜਿਹੜੇ ਹੈਗੇ ਆਪਾਂ ਚੱਕ ਲਈਏ, ਮੁੜ ਕੇ ਕਦੇ ਪੂਰੀ ਜ਼ਿੰਦਗੀ ਮਿਲਣਾ ਨਹੀਂਗਾ। ਠੀਕ ਹੈ, ਸੋ ਇਹ ਚੀਜ਼ ਦਾ ਇੱਕ ਐਗਜ਼ਾਮਪਲ ਲਿੱਤਾ ਹੈ। ਸੋ ਉਹਨੂੰ ਕਹਿੰਦੇ ਆ ਵਿੰਡਫਾਲ ਪ੍ਰੋਫਿਟ, ਉਸ ਤੇ ਜਿਹੜਾ ਟੈਕਸ ਲਗਾਇਆ ਜਾਏਗਾ ਉਹਨੂੰ ਕਹਿੰਗੇ ਵਿੰਡਫਾਲ ਟੈਕਸ। ਸੋ ਇਹ ਜਿਹੜੀ ਸਾਰੀ ਚੀਜ਼ ਹੈ ਇਹ ਆ ਮੈਡਮ ਹੈਗੀ ਹੈ ਗੈਬਰੀਏਲਾ ਬੂਚਰ, ਜਿਹੜੇ ਕਿ ਇਨਕਮਿੰਗ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਹੈ ਓਕਸਫੈਮ ਇੰਟਰਨੈਸ਼ਨਲ। ਓਕਸਫੈਮ ਇੰਟਰਨੈਸ਼ਨਲ ਕੀ ਚੀਜ਼ ਹੈ? ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਫਾਈਨੈਂਸ਼ੀਅਲ ਬੋਡੀ ਹੈ, ਯਾਨੀ ਕਿ ਇੱਕ ਤਰ੍ਹਾਂ ਦੀ ਮੈਗਜ਼ੀਨ ਜਾਂ ਫਾਈਨੈਂਸ਼ੀਅਲ ਮੈਗਜ਼ੀਨ ਦੀ ਕੰਪਨੀ ਹੈਗੀ। ਓਕੇ ਹੈ ਜੀ।
ठीक है, आ सारी चीज तुहानूं दस। अगे चलते हैं जी आपां इंटरनेशनल न्यूज़ के सैगमेंट। इंटरनेशनल न्यूज़ दे विच तीन न्यूज़ हैगियां जिहड़ियां इंपोर्टेंट है। दो जिहड़े है वो आपां ऑर्गेनाइजेशनस की गल करांगे। किहड़ियां-किहड़ियां ऑर्गेनाइजेशन? पहला गल करांगे G7 की, फिर गल करांगे G20 की, ते तीसरी एक न्यूज़ जिहड़ी है वो मैंगो नाल रिलेटेड है, वो आपां बात चलदे हां। सो सब तो पहला आपां गल करदे हां जी G7। इस वीक दे विच एक बहुत ही इंपोर्टेंट चीज़ हुई, G7 की समिट हुई जिहदे ते मोदी जी भी गए। हुण ये सुन के तुहानूं थोड़ा जिहा अचंभा लग्गिया होना है कि सर मोदी जी गए, आपां G7 के मैंबर कदों तो बन गए जी, या इंडिया G7 का मैंबर हैगा? पहला तो ये दसो हैगा या नहीं? इंडिया G7 का मैंबर नहीं है। ये G7 जिहड़ी है ये दुनिया के टॉप अमीर जिहड़े 7 देश है उन्हां दा ये संगठन है, ठीक है, जिहदे च यूएस है, एशिया चो तो सिर्फ ते सिर्फ जापान है, चाइना इहदे विच नहीं हैगा। चाइना नूं काउंटर करन वास्ते ही ये चीज़ जिहड़ी G7 बनाया होया, ठीक है। 4 यूरोपीयन देश है, यूएस है, सो ये सारे उत्थे हैगे है जिहड़े कि हर साल मिलते हैं, उत्थे गलबात करते हैं, कुछ एक नूं एज ए गैसट बुलाते हैं। इंडिया वाज वन ऑफ दी गैसट जिथे मोदी जी ने जाके उत्थे स्पीच दी, ठीक है। काफ़ी अच्छियां जिहड़ियां चीज़ां है गल्लां बातां उत्थे कीतियां, उस बारे भी आपां गल करदे हां। ते ये जिहड़े तुसीं फोटो देख पा रहे हो मिस्टर जेलेंस्की, आपां ਜਦੋਂ ਲੈਕਚਰ ਖਤਮ ਕੀਤੇ ਸੀਗੇ ਥੋੜਾ ਬ੍ਰੇਕ ਲਿੱਤਾ ਸੀ, ਉਦੋਂ ਵੀ ਲੜਾਈ ਚੱਲ ਰਹੀ ਸੀ ਰਸ਼ੀਆ ਤੇ ਯੂਕਰੇਨ ਦੀ, ਹੁਣ ਵੀ ਚੱਲ ਰਹੀ ਹੈ, ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਹੈ। तो ਕਿਹੜੀਆਂ 7 ਪ੍ਰਾਇੋਰਟੀਜ਼ ਸੀਗੀਆਂ, ਇਹ ਤੁਸੀਂ ਥੋੜਾ ਜਿਹਾ ਜਿੰਨੀ ਜ਼ਿਆਦਾ ਡਿਟੇਲ ਪੜ੍ਹਨੀ ਹੋਵੇ ਪੀਸੀਐਸ ਪੇਪਰ ਦੇਣਾ ਹੈ ਉਹ ਤੁਸੀਂ ਬਹੁਤ ਡਿਟੇਲ 'ਚ ਪੜ੍ਹਨਾ, ਅਦਰਵਾਈਜ਼ ਜਿੰਨੀਆਂ ਚੀਜ਼ਾਂ ਮੈਂ ਕਰਵਾ ਰਿਹਾ ਉਹ ਜਿਹੜੀਆਂ ਹੈ ਉਹ ਤੁਸੀਂ ਪੜ੍ਹਨਾ ਹੈ। ਇਹ 3 ਦਿਨਾਂ ਦੀ ਇਹ ਦੋਸਤੋ ਸਮਿਟ ਸੀਗੀ। ਕਿੱਥੇ ਹੋਈ? ਜੋ ਜਿਹੜੀਆਂ ਮੇਨ ਚੀਜ਼ਾਂ ਤੁਹਾਡੇ ਸਾਹਮਣੇ ਆਣਗੀਆਂ ਉਹ ਹੋਈ ਜਰਮਨੀ। ਜਰਮਨੀ ਦੀ ਕਿਹੜੀ ਸਿਟੀ ਦੇ ਵਿੱਚ? ਮਿਊਨੀਕ ਜਰਮਨੀ। ਮਿਊਨੀਕ ਦੇ ਵਿੱਚ ਕਿਹੜੀ ਸਪੋਰਟਸ ਅਥਾਰਟੀ ਦਾ ਹੈੱਡਕੁਆਟਰ ਹੈ ਦੱਸੋ? शूटिंग का, ठीक है। सो ग्रुप ऑफ 7 कौन कौन है? ग्रुप ऑफ 7 दे विच यूएस ते कैनेडा, मैप वाइज याद रखना है, यूएस ते कैनेडा, ठीक है। फिर 4 जिहड़े हैगे है वो हैगे है यूरोप दे, फ्रांस, जर्मनी, इटली, ठीक, ते यूके, ठीक है। ते एशिया दा हैगा जापान, ते ये हो गया यूनाइटेड स्टेट्स। ये हैगे 7। फिर अगर आप गल करिए तो यूरोपीयन यूनीयन जिहदे विच 27 मैंबर हैगे है, पहला 28 होंदे सी, ब्रिटेन एग्जिट कर गया सीगा। यूरोपीयन यूनीयन भी इन्हां दा पक्का मैंबर है, कहंदे G7 ही है, लेकिन यूरोपीयन यूनीयन जिहड़ा है वो हर बारी प्रेजेंट होंदा है हर मीटिंग दे विच। तो इस बारी जिहड़ा इहदा प्रेजिडेंट चल रहा है, करंट प्रेजिडेंट जिहड़ा चल रहा है वो चल रहा है जर्मनी। जर्मनी के चांसलर ओल्फा स्कोल्स उन्होंने जिहड़ा है उन्होंने कुछ देशों को इनवाइट किया, जिवें फॉर एग्जाम्पल इंडिया, अर्जेंटीना, इंडोनेशिया, सेनेगल एंड साउथ अफ्रीका, इन्होंने जिहड़ा है उन्होंने किया। फिर यूक्रेन के प्रेजिडेंट वोलोदिमीर ज़ेलेंस्की इन्होंने वीडियो कॉन्फ्रेंसिंग के थ्रू ये भी नाल जिहड़ा है वो जुड़े G7 मैंबर। हुण सब तो इंपोर्टेंट है कि किहड़े मैंबर, खास करके G20 ते G7। सो इस स्लाइड नूं ध्यान नाल देख लो। G7 G8 किसी टाइम ते G7 ना G8 हुंदा सी, रशिया भी इहदा मैंबर हुंदा सी, बट 2014 ਦੇ ਵਿੱਚ रशिया ने यूक्रेन का एक हिस्सा जिन्हों क्रीमिया कहते हैं, क्रीमिया अनैक्स कर लिया, ਤਾਂ करके इन्होंने रशिया ਨੂੰ बाहर ਕੱਢਤਾ ਤੇ रशिया तो बाहर ਕੱਢਣ ਤੋਂ ਬਾਅਦ ਇਹ ਬਣ ਗਏ G7। बट अगर आप G20 की गल करिए तो उनके विच 7 मैंबर भी हैगे है, रशिया भी G20 का मैंबर है, बाकी मैंबर इंडिया भी G20 का मैंबर है। बहुत इंपोर्टेंट है। अगली गल आप G20 की ही करा। फिर G7 ਦੇ ਵਿੱਚ मोदी जी की एंट्री हुई, क्योंकि मोदी जी ने इनवाइट किया होया सी, तो मोदी जी जर्मनी पहुंचे, आंधी वारी UAE रुक के आए हैं, ठीक है। सो मोदी जी ने उत्थे काफ़ी जिहड़ियां गल्लां बातां उत्थे कीतियां। की गल्लां बातां कीतियां उत्थे? मोदी जी ने यह गल कही कि G7 जिहड़े देश हैगे है उन्हां नूं आपदा वड्डा दिल दिखाना चाहिए। की मतलब? उन्होंने कहा कि तुसीं सारे सब तो अमीर हैगे हो, तुहाडे कोलों सिर्फ 5% पॉपूलेशन है। अगर पैसा थोड़े को बहुत है, लेकिन पॉपूलेशन सिर्फ दुनिया की 5% है G7 को, लेकिन तुसी 21% ग्रीन हाउस गैसिस पूरी दुनिया के जो ग्रीन हाउसिस गैसिस छड्डियां जांदियां, ग्रीन हाउस गैस वातावरण के भेजिया जांदियां, 21% तुसी 7 देश जिहड़ा है वो कर रहे हो। उन्होंने कहा कि ਅਸੀਂ सिर्फ नहीं, ਅਸੀਂ 17% पॉपूलेशन रखते हैं, सिर्फ इंडिया पूरे वर्ल्ड की 17% पॉपूलेशन रखता है, लेकिन साडा जिहड़ा ग्रीन हाउस दे विच कंट्रीब्यूशन है सिर्फ 5% है। सो उन्होंने कहा कि थोनू जिहड़ा है वो ग्रीन हाउस वास्ते गैसिस दे मतलब खत्म करनी चाहिए, नाल ही थोनू जिहड़ा है बाकी देशों की भी हैल्प करनी चाहिए है कि वो किस तरीके नाल आपदे जिहड़े ग्रीन प्रोजैक्ट्स है उन्होंने लगाण। सो इस तरह की गल की। उस दे नाल नाल G7 समिट रही 600 बिलियन का एक प्लान रखा गया
ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਨੂੰ ਕਾਊਂਟਰ ਕਰਨ ਵਾਸਤੇ। ਚਾਈਨਾ ਕੀ ਕਰਦਾ ਹੈ, ਅਫਰੀਕੀ ਦੇਸ਼ ਹੋ ਗਏ, ਸ਼੍ਰੀਲੰਕਾ, ਛੋਟੇ ਦੇਸ਼ਾਂ ਨੂੰ ਕੀ ਕਰਦਾ ਹੈ, ਆਪਦੇ ਲੋਨ ਦੇ ਜਾਲ ਦੇ ਵਿੱਚ ਫਸਾਉਂਦਾ ਹੈ। ਸੋ G7 ਨੇ ਕਿਹਾ ਕਿ ਆਪਾਂ ਉਹਨਾਂ ਦੇਸ਼ਾਂ ਨੂੰ ਚਾਈਨਾ ਦੇ ਜਾਲ ਤੋਂ ਬਚਾਉਣ ਵਾਸਤੇ 600 ਬਿਲੀਅਨ ਜਿਹੜਾ ਹੈ ਉਹ ਆਪਾਂ ਰੱਖਾਂਗੇ, ਤੇ ਉਸ 600 ਬਿਲੀਅਨ ਨੂੰ ਆਪਾਂ ਕੀ ਕਵਾਂਗੇ, PGII। ਠੀਕ ਹੈ, PGII ਕੀ ਹੈ, ਪਾਰਟਨਰਸ਼ਿਪ ਫॉर ਗਲੋਬਲ ਇੰਫਰਾਸਟ੍ਰਕਚਰ ਐਂਡ ਇਨਵੈਸਟਮੈਂਟ। ਤੁਸੀਂ ਇੰਨਾ ਹੀ ਕਰਨਾ ਹੈ, ਲਿਖਿਆ ਬਹੁਤ ਕੁਝ ਹੋਇਆ ਹੈ, ਲੇਕਿਨ ਸਿਰਫ ਤੁਸੀਂ ਆ ਯਾਦ ਰੱਖਣਾ ਕਿ ਜਿਹੜਾ G7 ਸਮਿਟ ਦੇ ਵਿੱਚ ਜਿਹੜੀ 600 ਬਿਲੀਅਨ ਦੀ ਗੱਲ ਹੋਈ ਹੈ ਉਹ ਗੱਲ ਹੋਈ ਹੈ PGII। ਓਕੇ ਹੈ ਜੀ, ਆ ਸਾਰਾ ਕੁਝ ਤੁਹਾਨੂੰ ਮੈਂ ਇੱਥੇ ਦੇ ਦਿਆ। ਅੱਗੇ ਚੱਲਦੇ ਆ ਜੀ। ਨੈਕਸਟ ਜਿਹੜਾ ਇੰਪੋਰਟੈਂਟ ਹੈ ਆਰਗੇਨਾਈਜੇਸ਼ਨ ਉਹ ਹੈ G20। ਸੋ G20 ਦੀ ਮੀਟਿੰਗ ਜਿਹੜੀ ਹੈ ਉਹ 2023 ਦੇ ਵਿੱਚ ਇੰਡੀਆ 'ਚ ਹੋਣੀ ਹੈ। ਇੰਡੀਆ ਨੇ ਇੱਕ ਗੱਲ ਕਹਿ ਕੇ ਪੂਰੇ ਵਰਲਡ ਨੂੰ ਚੁਕਾਤਾ ਤੇ ਪੂਰਾ ਇੱਕ ਮਾਸਟਰ ਸਟ੍ਰੋਕ ਖੇਲਿਆ। ਉਹਨਾਂ ਨੇ ਕੀ ਕਿਹਾ ਕਿ 2023 ਦੇ ਵਿੱਚ G20 ਦੀ ਜਿਹੜੀ ਮੀਟਿੰਗ ਹੋਏਗੀ ਇੰਡੀਆ ਦੇ ਵਿੱਚ ਉਹ ਅਸੀਂ ਕਸ਼ਮੀਰ 'ਚ ਕਰਾਵਾਂਗੇ। ਇਹ ਗੱਲ ਸੁਣਦੇ ਹੀ ਖਾਸ ਕਰਕੇ ਪਾਕਿਸਤਾਨ ਜਾਂ ਪੂਰਾ ਵਰਲਡ ਜਿਹੜੇ ਮਨ ਕਿ ਜਿਹੜੀਆਂ ਕੰਟਰੀਜ਼ ਜਿਹੜੀਆਂ ਹੈ ਥੋੜਾ ਬਹੁਤ ਅੰਦਰ ਖਾਤੇ ਪਾਕਿਸਤਾਨ ਦੇ ਨਾਲ ਹੈਗੀਆਂ, ਉਹਨਾਂ ਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਅਚੰਭਾ ਵੀ ਲੱਗਿਆ। ਬਟ ਅਗਰ ਆਪਾਂ ਕੱਲ ਦੇ ਨਿਊਜ਼ਪੇਪਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਆਇਆ ਸੀਗਾ ਕਿ ਨਹੀਂ, ਸ਼ਾਇਦ ਇਹ ਚੀਜ਼ ਨਾ ਹੋ ਪਾਵੇ, ਨਿਊ ਦਿੱਲੀ ਦੇ ਵਿੱਚ ਹੀ ਰਹੇਗੀ। ਹਾਂ, G20 ਦੇ ਵਿੱਚ ਹੋਰ ਕਾਫੀ ਮੀਟਿੰਗਸ ਹੁੰਦੀਆਂ, ਅਲੱਗ-ਅਲੱਗ ਮਿਨਿਸਟਰਸ ਦੀ ਮੀਟਿੰਗ ਹੁੰਦੀ ਹੈ, ਹੋਰ ਹੁੰਦੀ ਹੈ, ਉਹਦੇ 'ਚੋਂ ਕੋਈ ਮੀਟਿੰਗ ਅਸੀਂ ਕਸ਼ਮੀਰ ਦੇ ਵਿੱਚ ਰੱਖ ਸਕਦੇ ਹਾਂ। ਅਦਰਵਾਈਜ਼ ਇਸ ਤੋਂ ਪਹਿਲਾਂ ਕਿਹਾ ਗਿਆ ਸੀਗਾ ਕਿ G20 ਦੀ ਮੀਟਿੰਗ ਕਸ਼ਮੀਰ ਦੇ ਵਿੱਚ ਕਰਵਾਈ ਜਾਏਗੀ। ਬਟ ਆਪਣੇ ਲਈ ਇੰਪੋਰਟੈਂਟ ਕੀ ਹੈ, ਆਪਣੇ ਲਈ ਇੰਪੋਰਟੈਂਟ ਹੈ G20। G20 ਹੈ ਗਰੁੱਪ ਆਫ 20 ਕੰਟਰੀਜ਼। ਹੁਣੇ ਮੈਂ ਤੁਹਾਨੂੰ ਦੱਸ ਕੇ ਆਇਆ ਕਿ ਉਹਦੇ ਵਿੱਚ ਕਿਹੜੀਆਂ ਕੰਟਰੀਜ਼ ਹੈਗੀਆਂ। 1999 ਤੋਂ ਲਗਾਤਾਰ ਇਹ ਹਰ ਸਾਲ ਮਿਲਦੇ ਹੈ। ਠੀਕ ਹੈ, ਇਹਦਾ ਕੋਈ ਪ੍ਰੋਪਰ ਕੋਈ ਹੈੱਡਕੁਆਟਰ ਨਹੀਂ ਹੈਗਾ, ਬਟ ਹਰ ਸਾਲ ਇੱਕ ਨਵਾਂ ਪ੍ਰੈਜ਼ੀਡੈਂਟ ਹੁੰਦਾ ਹੈ, ਉਸੇ ਦੇ ਦੇਸ਼ ਦੇ ਵਿੱਚ ਕਾਨਫਰੰਸਿਸ ਹੁੰਦੀਆਂ। ਜਿਵੇਂ ਫੋਰ ਐਗਜ਼ਾਮਪਲ ਅਗਰ ਮੈਂ ਕਰੰਟ ਦੇਸ਼ ਦੀ ਗੱਲ ਕਰਾਂ 2022 ਦੀ, 2022 ਦੇ ਵਿੱਚ ਇੰਡੋਨੇਸ਼ੀਆ ਜਿਹੜਾ ਹੈ ਉਹ ਹੈੱਡ ਹੈਗਾ, ਤੇ ਨਵੰਬਰ ਦੇ ਵਿੱਚ ਇਹ ਕਾਨਫਰੰਸ ਹੋਏਗੀ ਇੰਡੋਨੇਸ਼ੀਆ ਦੇ ਬਾਲੀ ਦੇ ਵਿੱਚ। ਫਿਰ 2023 ਪਿਛਲੇ ਸਾਲ ਇਟਲੀ ਸੀਗਾ, ਇਸ ਵਾਰੀ ਇੰਡੋਨੇਸ਼ੀਆ। 2023 ਦੇ ਵਿੱਚ ਇੰਡੀਆ ਜਿਹੜਾ ਹੈ ਉਹ G20 ਦਾ ਪ੍ਰੈਜ਼ੀਡੈਂਟ ਹੋਏਗਾ ਤੇ ਇੰਡੀਆ ਡਿਸਾਈਡ ਕਰੇਗਾ ਕਿ ਕਿਹੜੀ ਮੀਟਿੰਗ ਕਿੱਥੇ ਹੋਣੀ ਹੈ। ਫਿਰ 2024 ਦੇ ਵਿੱਚ ਹੋਏਗਾ ਬ੍ਰਾਜ਼ੀਲ। ਓਕੇ ਹੈ ਜੀ, ਇਹ ਤੁਸੀਂ ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਓਕੇ ਹੈ, ਇਹ ਸਾਰਾ ਕੁਝ ਜੋ ਮੈਂ ਤੁਹਾਨੂੰ ਦੱਸਿਆ ਇਹ ਸਾਰਾ ਕੁਝ ਇੱਥੇ ਲਿਖਿਆ ਹੋਇਆ ਹੈ। G20 ਦੀ ਗੱਲ ਕਰਾਂ ਤਾਂ 75% ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਹੈ ਤੇ 85% GDP ਜਿਹੜੀ ਹੈ ਉਹ ਇਹਨਾਂ ਦੇਸ਼ਾਂ ਤੋਂ ਹੀ ਆਉਂਦੀ ਹੈ। ਆ ਸਾਰਾ ਕੁਝ ਜੋ ਮੈਂ ਤੁਹਾਨੂੰ ਦੱਸਿਆ G20 ਦੇ ਵਿੱਚ ਕੌਣ-ਕੌਣ ਹੈ, ਕਦੋਂ ਤੋਂ 1999 ਸਥਾਪਨਾ ਹੋਈ, ਅਲੱਗ-ਅਲੱਗ ਹਰ ਸਾਲ ਜਿਹੜਾ ਹੈ ਉਹ ਡਿਫਰੈਂਟ ਜਿਹੜਾ ਹੈ ਉਹ ਅਧਿਅਕਸ਼ ਹੁੰਦਾ ਹੈ। ਓਕੇ ਹੈ ਜੀ, ਬ੍ਰਾਜ਼ੀਲ 2024 ਹੋਏਗਾ, 2023 ਜਿਹੜਾ ਹੈ ਉਹ ਠੀਕ ਹੈ ਆਫਟਰ ਇਟਲੀ ਤੇ ਇੰਡੋਨੇਸ਼ੀਆ। 2022 ਚ ਇਟਲੀ, 2021 ਚ ਇਟਲੀ, 2022 ਚ ਇੰਡੋਨੇਸ਼ੀਆ, 2023 ਚ ਇੰਡੀਆ, 2024 ਚ ਬ੍ਰਾਜ਼ੀਲ। ਓਕੇ ਹੈ ਜੀ। ਚਲ ਤੀਸਰੀ ਜਿਹੜੀ ਨਿਊਜ਼ ਹੈ ਉਹ ਇੱਕ ਛੋਟੀ ਜਿਹੀ ਨਿਊਜ਼ ਹੈ, ਉਹ ਹੈ ਮੈਂਗੋ ਫੈਸਟੀਵਲ। ਬੈਲਜੀਅਮ ਜਿੱਥੇ ਕਿ ਨਾਟੋ ਦਾ ਹੈੱਡਕੁਆਟਰ ਵੀ ਹੈ, ਬਰੂਸਲ ਬੈਲਜੀਅਮ ਦੇ ਵਿੱਚ। ਨਾਟੋ ਬਾਰੇ ਆਪਾਂ ਕੱਲ ਗੱਲ ਕਰਾਂਗੇ ਕੱਲ ਦੇ ਲੈਕਚਰ 'ਚ। ਸੋ ਮੈਂਗੋ ਫੈਸਟੀਵਲ ਹੋਇਆ ਜਿਹਨੂੰ ਪੀਯੂਸ਼ ਗੋਇਲ ਜੀ ਨੇ ਇਨੋਗ੍ਰੇਟ ਕੀਤਾ। ਇੰਡੀਅਨ ਮੈਂਗੋ ਯੂਰਪ ਦੇ ਵਿੱਚ ਜਿਹੜਾ ਹੈ ਉਹ ਇੱਕ ਐਗਜ਼ੀਬਿਸ਼ਨ ਲਗਾਇਆ। तो वैसे भी मैंगो का टाइम है चल रहा है। यूनियन मिनिस्टर पीयूष गोयल इनोग्रेट्स मैंगो फेस्टिवल इन बेल्जियम। चलो ठीक है जी, आ सारी चीज ध्यान से। साइंस एंड टैक की अज कोई न्यूज़ नहीं हैगी, अगे गल करांगे। अपॉइंटमेंट की गल करते हैं, 3 अपॉइंटमेंट्स न्यूज़ दे विच है। पहली अपॉइंटमेंट है ਇਹਨਾਂ ਨੂੰ ਤੁਸੀਂ ਜਾਣਦੇ ਹੋਵੋਗੇ ਦਿਨਕਰ ਗੁਪਤਾ ਜੀ, ਜਿਹੜੇ ਪੰਜਾਬ ਦੇ ਡੀਜੀਪੀ ਹੁੰਦੇ ਸੀਗੇ। ਜਦੋਂ ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਦੇ ਵਾਈਫ ਵਿਨੀ ਮਹਾਜਨ ਜਿਹੜੇ ਕਿ ਚੀਫ ਸੈਕਟਰੀ ਸੀਗੇ ਤੇ ਇਹ ਪੰਜਾਬ ਦੇ ਡੀਜੀਪੀ ਸੀਗੇ। ਸੋ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਸੀ, ਪੂਰੇ ਹਸਬੈਂਡ ਵਾਈਫ ਜਿਹੜੇ ਹੈ ਉਹ ਇੱਕੋ ਸਟੇਟ ਦੇ ਇੱਕ ਡੀਜੀਪੀ ਤੇ ਇੱਕ ਚੀਫ ਸੈਕਟਰੀ। ਸੋ ਦਿਨਕਰ ਗੁਪਤਾ ਜੀ ਨੂੰ ਬਣਾਇਆ ਗਿਆ NIA ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੇ ਨਵੇਂ ਡਾਇਰੈਕਟਰ ਜਨਰਲ। ਠੀਕ ਹੈ ਜੀ, ਦਿਨਕਰ ਗੁਪਤਾ ਨਾਮ ਯਾਦ ਰੱਖਣਾ, ਡਿਟੇਲ ਪੜ੍ਹਨੀ ਹੋਵੇ ਇੱਥੇ ਸਾਰਾ ਕੁਝ ਪੜ੍ਹ ਸਕਦੇ ਹੋ। ਸੋ ਅਗਰ ਆਪਾਂ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਗੱਲ ਕਰੀਏ 2009 ਦੇ ਵਿੱਚ ਇਹ ਬਣੀ ਸੀ, 649 ਐਮਪਲੋਈ ਹੈਗੇ ਆ, ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਇਹ ਆਉਂਦੀ ਹੈ। ਇਹ ਸਾਰਾ ਤੁਹਾਨੂੰ ਦੇਗਾ ਡਿਟੇਲ। ਅੱਗੇ ਹੈ ਜੀ SS ਮੁੰਦਰਾ, ਠੀਕ ਹੈ, ਡਿਪਟੀ ਗਵਰਨਰ ਹੁੰਦੇ ਸੀ RBI ਦੇ। ਇਹਨਾਂ ਨੂੰ ਅਪਾਇੰਟ ਕੀਤਾ ਗਿਆ ਬੰਬੇ ਸਟਾਕ ਐਕਸਚੇਂਜ ਦਾ ਚੇਅਰਪਰਸਨ। ਠੀਕ ਹੈ ਜੀ, ਅਪਾਇੰਟਮੈਂਟ ਨੂੰ SEBI ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਅਪਰੂਵ ਵੀ ਕਰਤਾ। ਓਕੇ ਹੈ, SS ਮੁੰਦਰਾ ਅਪਾਇੰਟਡ ਐਜ਼ ਚੇਅਰਮੈਨ ਆਫ बॉम्बे स्टॉक एक्सचेंज। हाँ ਤੁਹਾਨੂੰ ਸਾਰੀ ਡਿਟੇਲ ਦੇ ਦਿੱਤੀ। ਅੱਗੇ ਗੱਲ ਕਰਦੇ ਹਾਂ ਜੀ, ਆਕਾਸ਼ ਅੰਬਾਨੀ ਨੂੰ ਕੀਤਾ ਗਿਆ ਜੀ ਅਪਾਇੰਟ ਰਿਲਾਇੰਸ ਜੀਓ ਦੇ ਚੇਅਰਪਰਸਨ। ਪਹਿਲਾਂ ਜਿਹੜੇ ਹੈ ਉਹ ਅੰਬਾਨੀ ਸਾਹਿਬ ਆਪ ਸੀਗੇ, ਸੋ ਹੁਣ ਉਹਨਾਂ ਨੇ ਆਪਦੇ ਬੇਟੇ ਨੂੰ ਜਿਹੜਾ ਹੈ ਉਹ ਚੇਅਰਮੈਨ ਬਣਾਇਆ ਰਿਲਾਇੰਸ ਜੀਓ ਦਾ। ਓਕੇ ਹੈ ਜੀ। ਚਲੋ
ओब्यूचरी की गल करते हैं, वी कृष्णा मूर्ति जी का देहांत होया। ही वाज फॉर्मर चेयरमैन ऑफ BHEL, भारत हैवी इलैक्ट्रिकल लिमिटेड। उन्होंने जिहड़े है ये चेयरपर्सन सीगे वी कृष्णा मूर्ति। ओके, चांसिस घट ही है लेकिन फिर भी द हिंदू दे विच सीगी तां आपां कवर करते। अगे गल करते अवार्ड एंड उन्होंने अज कोई न्यूज़ है नहीं। लास्ट सैगमेंट ते चलते हैं स्पोर्ट्स सैगमेंट दे विच अज आपां गल करांगे क्रिकेट दियां न्यूज़ दी। क्रिकेट दियां जिहड़ियां है 3 दे करीब न्यूज़ हैगी है, उन्हां बारे आपां गल करांगे। पहली न्यूज़ है रणजी ट्रॉफी दी। सो रणजी ट्रॉफी के इतिहास दे विच फर्स्ट टाइम होया है कि मध्य प्रदेश ने रणजी ट्रॉफी जीती है, सब तो ज्यादा वारी दे चैंपियन मुंबई नूं हरा के। सो रणजी ट्रॉफी 2022 मध्य प्रदेश ने मुंबई नूं हराया 6 विकेट्स दे नाल। सो उस नाल मध्य प्रदेश जिहड़ा है फर्स्ट टाइम चैंपियन बने, तां करके ज्यादा इंपोर्टेंट है क्योंकि पहली बारी मध्य प्रदेश ने ट्रॉफी जीती है। तो मुंबई के जिहड़े बैट्समैन ने सरफराज खान, उन्होंने मैन ऑफ द टूर्नामेंट दिता गया क्योंकि इन्होंने काफ़ी वधिया पारियां खेलियां, 71, 36, 301, 226। सो इस तरीके नाल सरफराज खान नूं जिहड़ी है ये दिती गई। अगर आप रणजी ट्रॉफी की थोड़ी बहुत हिस्टरी जिहड़ी है वो तुसीं इत्थे पढ़ सकते हो। अगे गल करते हैं जी, अगे गल करांगे दो जिहड़े प्लेयर है उन्होंने रिटायरमेंट लीती है। एक है रुमैली धर रिटायर्स फ्रॉम ऑल फॉर्म ऑफ इंटरनेशनल क्रिकेट। सो इंडिया दी सीम बॉलिंग दी ऑलराउंडर रुमैली धर, उन्होंने 38 साल की उम्र दे विच इंटरनेशनल क्रिकेट नूं अलविदा किया है। सो क्वेश्चन बन सकता है कि रुमैली धर हु वाज इन न्यूज रिसेंटली इज रिलेटेड टू विच स्पोर्ट। सो आंसर आएगा वीमेन क्रिकेट, या क्रिकेट के नाल रिलेट करते सी रुमैली धर। शी वाज ऑलराउंडर एंड शी वाज फास्ट बॉलर एज वेल। अगे गल करते हैं जी, आज की लास्ट न्यूज़ है इंग्लैंड के कैप्टन इयान मॉर्गन, ठीक है, उन्होंने आपका जो इंटरनेशनल करियर है उन्होंने मतलब रिटायरमेंट ली है उसको। इयान मॉर्गन कन्फर्म्ड हिज रिटायरमेंट फ्रॉम इंटरनेशनल क्रिकेट एंड स्टेप डाउन एज इंग्लैंड वाइट बॉल कैप्टन आफ्टर मोर दैन 7 ईयर्स ऑन ट्यूसडे। ठीक है, सो जो है उन्होंने इयान मॉर्गन इंग्लैंड के प्लेयर है जिन्होंने रिटायरमेंट की घोषणा की। ओके फ्रेंड्स, तो ये सीगा अपना अज का लैक्चर, अज का अपना फर्स्ट लैक्चर आफ्टर अ ब्रेक ऑफ 1 मंथ। सो ऐसे तरीके आप जो है वो जारी रखांगे। आई होप थोड़ा वधिया तरीके सारी चीज़ समझ आई होएगी। सो आप हुण कल के लैक्चर के मिलांगे जो आप 2 जुलाई का करंट अफेयर करांगे, फिर आप संडे को 3 जुलाई का करांगे, फिर जिवें मैं तुहानूं दस्सिया कि ट्यूसडे के अगाह आप उस तरीके कंटिन्यू करांगे। ओके फ्रेंड्स, थैंक यू सो मच, ऑल दी बेस्ट।